ਕਿਵੇਂ ਪਰ ਸਮੇਟ ਕੇ ਬਹਿ ਰਹਾ, ਕਿਵੇਂ ਭੁੱਲ ਜਾਵਾਂ ਉਡਾਨ ਨੂੰ। ਇਹ ਤਾਂ ਦਾਗ ਹੈ ਮੇਰੇ ਇਸ਼ਕ ਤੇ, ਇਹ ਹੈ ਮਿਹਣਾ ਮੇਰੇ ਈਮਾਨ ਨੂੰ। ਹੋਏ ਤਬਸਰੇ ਮੇਰੀ ਜ਼ਾਤ ਤੇ, ਮੇਰੀ ਨਸਲ ਅਕਲ ਔਕਾਤ ਤੇ, ਰਿਹਾ ਜ਼ਬਤ ਨਾ ਜਜ਼ਬਾਤ ਤੇ ਮੈਂ ਨਿਕਲੀ ਚੀਰ ਮਿਆਨ ਨੂੰ। ਜੇ ਤੂੰ ਰੋਕ ਸਕਦਾ ਤਾਂ ਰੋਕ ਲੈ ਇਸ ਰੋਹ ਦੇ ਵਹਿਣ ਨੂੰ ਮੁਨਸਫਾ, ਕਿ ਮੈਂ ਜਾ ਰਹੀ ਹਾਂ ਉਲੰਘ ਕੇ ਤੇਰੇ ਹੁਕਮ ਨੂੰ ਫਰਮਾਨ ਨੂੰ। ਇਹ ਹਨੇਰ ਗਰਦਗਵਾਰ ਹੈ, ਮੇਰੇ ਰਾਹ 'ਚ ਉੱਚੀ ਦੀਵਾਰ ਹੈ, ਮੈਂ ਕਦੇ ਕਬੂਲ ਨਾ ਕਰ ਸਕਾਂ ਤੇਰੇ ਫਲਸਫੇ ਤੇਰੇ ਗਿਆਨ ਨੂੰ। ਇਸ ਅਗਨ ਤੇ ਇਤਵਾਰ ਕਰ, ਮੇਰਾ ਨਾਂ ਉਹਨਾਂ 'ਚ ਸ਼ੁਮਾਰ ਕਰ, ਜਿਹੜੇ ਜਾਲ ਦੇ ਜਿੰਦ ਆਪਣੀ ਅਤੇ ਨੂਰ ਵੰਡਦੇ ਜਹਾਨ ਨੂੰ। ਕਿ ਮੈਂ ਪਰ ਸਮੇਟ ਕੇ ਬਹਿ ਰਹਾ, ਕਿ ਮੈਂ ਭੁੱਲ ਜਾਵਾਂ ਉਡਾਨ ਨੂੰ। ਇਹ ਤਾਂ ਦਾਗ ਹੈ ਮੇਰੇ ਇਸ਼ਕ ਤੇ, ਇਹ ਮਿਹਣਾ ਮੇਰੇ ਅਮਾਨ ਨੂੰ। ਸੁਖਵਿੰਦਰ ਅੰਮ੍ਰਿਤ ਹੀ ਜਾਣਦੀ ਹੈ। ਨਵਕਿਨ ਸਿੰਘ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਜਾਇਦਾਦ ਖਰੀਦਣੀ ਵੇਚਣੀ ਤਾਂ ਸਰਦਾਰ ਸਤਿੰਦਰਪਾਲ ਸਿੰਘ ਬਰਾੜ ਨਾਲ ਗੱਲਬਾਤ ਕਰਿਓ। 604-906-7413 ਇਨਵੈਸਟਾ ਪ੍ਰਾਈਮ ਰਿਅਲਟੀ ਤੇ ਖੜਕਦਾ 9 ਸਤਿੰਦਰਪਾਲ ਸਿੰਘ ਬਰਾੜ ਦਾ। ਰਾਜਨੀਤੀ ਦੀ ਗੱਲ ਨਵਕਿਨ ਸਿੰਘ ਜੀ, ਸੁਣਨ ਵਾਲੇ ਵੀ ਉਹੀ ਉਡੀਕਦੇ ਨੇ। ਕੇਜਰੀਵਾਲ ਕਹਿੰਦੇ ਬਿਜਲੀ ਦਊਂਗਾ ਫ੍ਰੀ, ਤੇ ਉਹਨਾਂ ਦਾ ਗੇੜਾ ਪੰਜਾਬ ਦਾ ਕਿਹੋ ਜਿਹਾ ਰਿਹਾ? ਜੀ ਗਿੱਲ ਸਾਹਿਬ, ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਦੇ ਵਿੱਚ ਆਏ ਔਰ ਕੇਜਰੀਵਾਲ ਨੇ ਚੰਡੀਗੜ੍ਹ ਦੇ ਵਿੱਚ ਅੱਜ ਜਿਹੜਾ ਵੱਡੇ ਐਲਾਨ ਨੇ ਜਿਹੜੇ ਉਹ ਕੀਤੇ ਪੰਜਾਬ ਦੀ ਬਿਜਲੀ ਨੂੰ ਲੈ ਕੇ। ਇੱਕ ਤਾਂ ਇਹ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣੀ ਤਾਂ 300 ਯੂਨਿਟ ਬਿਜਲੀ ਹੈ ਜਿਹੜੀ ਹਰ ਮਹੀਨੇ ਅਸੀਂ ਮੁਫਤ ਦੇਵਾਂਗੇ। ਦੂਸਰਾ, ਉਹਨਾਂ ਨੇ ਕਿਹਾ ਕਿ 24 ਘੰਟੇ ਬਿਜਲੀ ਹੈ ਜਿਹੜੀ ਉਹ ਯਕੀਨੀ ਬਣਾਵਾਂਗੇ। ਤੀਸਰੀ ਗੱਲ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਹੀ ਕਿ ਜਿਹੜੇ ਬਕਾਏ ਰਹਿੰਦੇ ਹੋਣਗੇ, ਜਿਨ੍ਹਾਂ ਦੇ ਮੀਟਰ ਪੱਟੇ ਜਾਂਦੇ ਨੇ, ਕੋਈ ਬਿੱਲ ਨਹੀਂ ਭਰ ਸਕਦਾ, ਉਹ ਸਾਰੇ ਮਾਫ਼ ਕਰਨਾ। ਇਹ ਗੱਲ ਆ ਜਿਹੜੀ ਉਹਨਾਂ ਨੇ ਕਹੀ। ਲੇਕਿਨ ਗਿੱਲ ਸਾਹਿਬ, ਹੁਣ ਸਵਾਲ ਇਹ ਖੜਾ ਹੋ ਗਿਆ, ਕਿਸਾਨ ਅੰਦੋਲਨ ਚੱਲ ਰਿਹਾ ਹੈ, ਸੰਘਰਸ਼ ਚੱਲ ਰਿਹਾ ਹੈ, ਔਰ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੂੰ ਐਡੀ ਕੀ ਆਫਤ ਆਈ ਸੀਗੀ ਕਿ 3 ਗੱਲਾਂ ਕਹਿਣ ਦੇ ਲਈ ਪੰਜਾਬ ਆਉਣਾ ਪੈ ਗਿਆ। ਦੂਸਰੀ ਗੱਲ ਇਹ ਕਿ ਇਹ ਚੋਣ ਜੁਮਲਾ ਤਾਂ ਨਹੀਂ ਹੈ, ਕਿਉਂਕਿ ਇਹ ਹਰ ਕਿਸੇ ਨੂੰ ਪਤਾ ਹੈਗਾ ਕਿ ਪੰਜਾਬ ਦੇ ਵਿੱਚ ਸਰਕਾਰੀ ਥਰਮਲ ਬੰਦ ਕੀਤੇ ਗਏ, ਪ੍ਰਾਈਵੇਟ ਥਰਮਲਾਂ ਦੇ ਨਾਲ ਸਮਝੌਤੇ ਕੀਤੇ ਗਏ ਅਕਾਲੀ ਭਾਜਪਾ ਸਰਕਾਰ ਵੇਲੇ। ਔਰ ਗਿੱਲ ਸਾਹਿਬ, ਪ੍ਰਾਈਵੇਟ ਥਰਮਲਾਂ ਨੂੰ 31 ਮਾਰਚ 2021 ਤੱਕ 18,850 ਕਰੋੜ ਰੁਪਇਆ ਫਿਕਸਡ ਚਾਰਜਿਸ ਵਜੋਂ ਦਿੱਤਾ ਗਿਆ, ਜਿਹਦੇ ਚੋਂ 900 ਕਰੋੜ ਰੁਪਏ ਬਿਨਾਂ ਬਿਜਲੀ ਲੈ ਦਿੱਤੇ ਗਏ। ਔਰ ਇਹ ਵੱਡੀ ਗੱਲ ਹੈ, ਕਿਉਂਕਿ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਤਾਂ ਉਦੋਂ ਤਲਵੰਡੀ ਸਾਬੋ ਪਾਵਰ ਪਲਾਂਟ ਲੱਗਿਆ ਸੀ, ਰਾਜਪੁਰਾ ਥਰਮਲ ਪਲਾਂਟ ਲੱਗਿਆ ਸੀ, ਗੋਇੰਦਵਾਲ ਥਰਮਲ ਪਲਾਂਟ ਲੱਗਿਆ ਸੀਗਾ, ਔਰ ਇਹਦੇ ਤਹਿਤ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤੇ ਪਏ ਸੀ। ਹੁਣ ਕੇਜਰੀਵਾਲ ਜੀ ਨੇ ਜੇ ਤਾਂ ਆ ਕੇ ਇੱਥੇ ਗੱਲ ਕੀਤੀ ਹੁੰਦੀ ਹੈ ਕਿ ਚੋਣ ਜੁਮਲਾ ਲੱਗਦਾ, ਕਿਉਂਕਿ ਜਦੋਂ ਇਹ ਸਭ ਨੂੰ ਪਤਾ ਹੈ ਕਿ ਪ੍ਰਾਈਵੇਟ ਕੰਪਨੀਆਂ ਨਾਲ ਅੱਖਾਂ ਮੀਚ ਕੇ ਸਮਝੌਤੇ ਅਕਾਲੀ ਭਾਜਪਾ ਸਰਕਾਰ ਨੇ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਮੈਂ ਸਮਝੌਤੇ ਰੱਦ ਕਰੂੰ, ਵਾਈਟ ਪੇਪਰ ਲੈ ਕੇ ਆਊਂ, ਪਰ 4.5 ਸਾਲ 'ਚ ਉਹਨਾਂ ਨੇ ਕੁਛ ਨਹੀਂ ਕੀਤਾ। ਪ੍ਰਾਈਵੇਟ ਕੰਪਨੀਆਂ ਨਾਲ ਉਵੇਂ ਜਿਵੇਂ ਜਿਹੜੀ ਅਕਾਲੀਆਂ ਨੇ ਕੀਤੀ ਸੀ, ਉਵੇਂ ਜਿਵੇਂ ਕੈਪਟਨ ਅਮਰਿੰਦਰ ਨੇ ਕੀਤੀ, ਸਗੋਂ ਦੀ ਇੱਕ ਕਦਮ ਅੱਗੇ ਚਲੇ ਗਏ ਕਿ ਸਰਕਾਰੀ ਥਰਮਲ ਵਾਲੀ ਜ਼ਮੀਨ ਵੀ ਵੇਚਣ ਲੱਗ ਗਏ। ਤਾਂ ਕੇਜਰੀਵਾਲ ਸਾਹਿਬ ਹੁਣ ਇੱਥੋਂ ਅੱਗੇ ਤੁਰਦੇ ਜਾਂ ਤਾਂ ਉਹ ਕਹਿੰਦੇ ਕਿ ਮੈਂ ਸਮਝੌਤੇ ਰੱਦ ਕਰੂੰ, ਜਾਂ ਉਹ ਕਹਿੰਦੇ ਕਿ ਅਸੀਂ ਇਹ ਸਮਝੌਤੇ ਜਿਹੜੇ ਕੀਤੇ ਨੇ ਉਹ ਗਲਤ ਕੀਤੇ ਨੇ, ਇਹਨਾਂ ਦੀ ਤਹਿਕੀਕਾਤ ਕਰਾਂਗੇ। ਉਹ ਇਸ ਤੋਂ ਅੱਗੇ ਮਤਲਬ ਜਿਹੜੀ ਗੱਲ ਲੈ ਕੇ ਗਿਆ ਕਿ ਮੁਫਤ ਬਿਜਲੀ ਦੇਵਾਂਗੇ। ਹੁਣ ਇੱਥੇ ਸਵਾਲ ਇਹ ਖੜਾ ਹੋ ਗਿਆ ਇੱਕ ਤਾਂ ਕਿ ਸਾਨੂੰ ਪਿਛਲੇ 72 ਸਾਲ ਤੋਂ 74 ਸਾਲ ਤੋਂ ਮੁਫਤ, ਕਦੇ ਤਾਂ ਮਤਲਬ ਆਟਾ ਦਾਲ ਦੀ ਗੱਲ ਆ ਜਾਂਦੀ ਹੈ, ਕਦੇ ਮੁਫਤ ਗਿੱਲ ਸਾਹਿਬ ਬਿਜਲੀ ਦੀ ਗੱਲ ਆ ਜਾਂਦੀ ਹੈ, ਕਦੇ ਮੁਫਤ ਚੀਜ਼ਾਂ ਜਿਹੜੀਆਂ ਕਾਪੀਆਂ ਪੈਨਾਂ ਦੀ ਗੱਲ ਆ ਜਾਂਦੀ ਹੈ। ਸਵਾਲ ਤਾਂ ਇਹ ਹੈ ਕਿ ਰੁਜ਼ਗਾਰ ਦਿਓ, ਸਾਨੂੰ ਪੈਰਾਂ ਸਿਰ ਕਰੋ, ਫਸਲਾਂ ਦਾ ਭਾਅ ਸਹੀ ਦਿਓ, ਸਾਨੂੰ ਦਿਹਾੜੀ ਜਿਹੜੀ ਮਜ਼ਦੂਰ ਨੂੰ ਮਿਲਦੀ ਆ ਉਹਦਾ ਸਹੀ ਭਾਅ ਮਿਲੇ, ਕਿਸਾਨ ਨੂੰ ਉਹਦੀ ਫਸਲ ਦਾ ਸਹੀ ਮੁੱਲ ਮਿਲੇ, ਪੰਜਾਬ ਦੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਮਿਲਣ, ਦੁਕਾਨਦਾਰਾਂ ਨੂੰ ਲੁੱਟ ਨਾ ਹੋਵੇ, ਤਾਂ ਉਹ ਆਪੇ ਸਾਰਾ ਕੁਛ ਖਰੀਦ ਲੈਣਗੇ, ਬਿਜਲੀ ਦਾ ਬਿੱਲ ਵੀ ਪੇ ਕਰ ਲੈਣਗੇ। ਸੋ ਇਹ ਅਸਲ ਦੇ ਵਿੱਚ ਕਿਸ ਪਾਸੇ ਨੂੰ ਲਿਜਾ ਰਿਹਾ ਪੰਜਾਬ? ਉਹਦੇ ਚੋਂ ਜਿਹੜੇ ਮਤਲਬ ਕਹਿੰਦੇ ਸੀ ਅਸੀਂ ਸਿਆਸਤ ਕਰਨੀ, ਸਿਆਸਤ ਤੋਂ ਬਦਲਣ ਆਏ ਹਾਂ, ਕਿਤੇ ਉਹ ਵੀ ਹੋਰ ਰਵਾਇਤੀ ਪਾਰਟੀਆਂ ਦੇ ਪਾਸੇ ਤਾਂ ਨਹੀਂ ਤੁਰ ਪਏ? ਇਹ ਸਵਾਲ ਕੇਜਰੀਵਾਲ ਸਾਹਿਬ ਦੇ ਲਈ ਖੜਾ ਹੁੰਦਾ ਹੈਗਾ। ਸੋ ਜੋ ਉਹਨਾਂ ਨੇ ਮਤਲਬ ਅੱਜ ਐਲਾਨ ਕੀਤੇ ਉਹ ਇੱਕ ਚੋਣ ਜੁਮਲਾ ਲੱਗਦੇ ਨੇ। ਜਿਸ ਤਰੀਕੇ ਦੇ ਜੁਮਲੇ ਅਕਾਲੀ ਤੇ ਕਾਂਗਰਸੀ ਕਰਦੇ ਆਏ ਨੇ, ਉਸੇ ਰਾਹ ਦੇ ਵਿੱਚ ਪੱਟਿਆ ਹੋਇਆ ਇੱਕ ਕਦਮ ਲੱਗਦਾ ਹੈਗਾ, ਜਿਹੜਾ ਪੂਰਾ ਕਰਨਾ ਸੌਖਾ ਨਹੀਂ ਹੈ। ਕਿਉਂਕਿ ਗਿੱਲ ਸਾਹਿਬ, ਦਿੱਲੀ ਤੇ ਪੰਜਾਬ ਦਾ ਬਹੁਤ ਫਰਕ ਆ। ਉੱਥੇ ਖੇਤੀ ਖੇਤਰ ਲਈ ਇੰਨੀ ਸਬਸਿਡੀ ਨਹੀਂ, ਪੰਜਾਬ 'ਚ ਤਾਂ 10,000 ਕਰੋੜ ਤੋਂ ਉੱਤੇ ਦੀ ਸਬਸਿਡੀ ਹੈ ਜਿਹੜੀ ਖੇਤੀ ਖੇਤਰ ਨੂੰ ਦਿੱਤੀ ਜਾਂਦੀ ਹੈ, ਜਿਹੜੀਆਂ ਮੋਟਰਾਂ ਦੇ ਬਿੱਲ ਮਾਫ ਨੇ।
ਔਰ 200 ਯੂਨਿਟ ਤੱਕ ਜਿਹੜੇ ਮਤਲਬ ਗਰੀਬ ਘਰਾਂ ਦੇ ਦਲਿਤ ਪਰਿਵਾਰ ਨੇ ਉਹਨਾਂ ਦੀ ਬਿਜਲੀ ਮਾਫ ਹੈ। ਔਰ ਦਿੱਲੀ ਦੇ ਵਿੱਚ ਮਤਲਬ ਘਰੇਲੂ ਖਪਤ ਆ ਗਈ ਜਿਹੜੀ ਉਹ ਇੰਨੀ ਨਹੀਂ ਹੈਗੀ, ਉੱਥੇ ਇੰਡਸਟਰੀ ਦੀ ਦੁਕਾਨ ਦੀ ਉੱਥੇ ਬਿਜਲੀ ਦੇ ਬਿੱਲ ਕਾਫੀ ਨੇ। ਸੋ ਪੰਜਾਬ 'ਚ ਇਹ ਗੱਲ ਠੀਕ ਹੈ ਕਿ ਬਿਜਲੀ ਮਹਿੰਗੀ ਆ, ਦਿੱਲੀ ਦੇ ਮੁਕਾਬਲੇ ਮਹਿੰਗੀ ਆ, ਪੰਜਾਬ 'ਚ ਬਿਜਲੀ ਪੈਦਾ ਹੁੰਦੀ ਆ। ਸੋ ਇੱਥੇ ਤਾਂ ਅਸਲ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਮੁਨਾਫਾ ਖੱਟ ਰਹੀਆਂ। ਬਣਦਾ ਤਾਂ ਇਹ ਸੀ ਕਿ ਉਹ ਅੱਜ ਆ ਕੇ ਕਹਿੰਦੇ ਕਿ ਸਰਕਾਰੀ ਥਰਮਲ ਦੁਬਾਰੇ ਚਲਾਉਂ, ਉਹ ਕਹਿੰਦੇ ਕਿ ਬਠਿੰਡੇ ਵਾਲਾ ਥਰਮਲ ਚਲਾਊਂਗਾ ਦੁਬਾਰੇ ਔਰ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤੇ ਰੱਦ ਕਰੂੰ, ਤਾਂ ਲੋਕ ਮੰਨਦੇ। ਪਰ ਜਿਹੜਾ ਇਹ ਮਤਲਬ ਕਿਹਾ ਗਿਆ ਕਿ ਮੁਫਤ ਬਿਜਲੀ ਦੇਊ, ਇਹ ਉਸੇ ਰੂਪ ਦੇ ਵਿੱਚ ਆ ਕਿ ਰੁਜ਼ਗਾਰ ਦੀ ਗੱਲ ਨਹੀਂ ਹੈ, ਨੌਕਰੀਆਂ ਦੀ ਗੱਲ ਨਹੀਂ ਹੈ। ਇਸ ਤੋਂ ਇਲਾਵਾ ਗਿੱਲ ਸਾਹਿਬ ਫਸਲਾਂ ਦੇ ਭਾਵਾਂ ਦੀ ਗੱਲ ਨਹੀਂ, ਸਿਰਫ ਤੇ ਸਿਰਫ ਫ੍ਰੀ ਵਾਲੀ ਗੱਲ ਦੇ ਉੱਤੇ ਸਾਨੂੰ ਫਲੌੜੀਆਂ ਤੇ ਤੋਰਨਾ ਸਰਕਾਰਾਂ ਜਿਵੇਂ ਬਾਕੀ ਜਾਣਦੀਆਂ ਉਸੇ ਤਰੀਕੇ ਦਾ ਇੱਕ ਸਟੈਪ ਹੈ ਜੀ। ਅੱਛਾ ਜੀ, ਸੁਨੇਹਾ ਅੱਜ ਇੱਕ ਵੱਡੇ ਅਫਸਰ ਨਾਲ ਮੈਂ ਗੱਲ ਕਰਦਾ ਸੀ ਵੀ ਸਿੱਧੂ ਦਾ ਕੀ ਬਣੂ, ਅੰਦਰਲੀਆਂ ਗੱਲਾਂ ਉਹਨਾਂ ਨੂੰ ਪਤਾ ਹੁੰਦੀਆਂ ਨੇ। ਉਹ ਕਹਿੰਦਾ ਵੀ ਗੱਲ ਇਹ ਹੈ, ਜਿਹੜੀਆਂ ਇਹ ਗੱਲਾਂ ਚੱਲਦੀਆਂ ਨੇ ਵੀ ਆਮ ਆਦਮੀ ਪਾਰਟੀ 'ਚ ਇਹਦਾ ਜਾਣਾ ਔਖਾ, ਨੈਸ਼ਨਲ ਪਾਰਟੀ ਨੇ ਉਹਨੇ ਛੱਡਣੀ। ਤੇ ਅੱਜ ਇਹ ਪਤਾ ਲੱਗਿਆ ਤੇ ਤੁਹਾਡੇ ਇੱਥੇ ਮੀਡੀਆ 'ਚ ਗੱਲ ਚੱਲਦੀ ਹੈ ਕਿ ਰਾਹੁਲ ਨੇ ਕਹਿਤਾ, ਕਹਿੰਦਾ ਮੈਂ ਤਾਂ ਸੱਦਿਆ ਹੀ ਨਹੀਂ। ਇਹ ਗੱਲ ਸੱਚ ਹੈ? ਜੀ ਗਿੱਲ ਸਾਹਿਬ, ਇਹ ਮਸਲਾ ਵੀ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ। ਹੁਣ ਗੱਲ ਤਾਂ ਇਹ ਚੱਲਦੀ ਸੀ ਵੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਗਿਆ ਤਾਂ ਉਹ ਕਾਂਗਰਸ ਦੇ 3 ਲੀਡਰ ਨੇ ਜਿਹੜੇ ਖੜਗੇ ਸਾਹਿਬ, JP ਅਗਰਵਾਲ, ਇਸ ਤੋਂ ਇਲਾਵਾ ਪੰਜਾਬ ਦੇ ਜਿਹੜੇ ਇੰਚਾਰਜ ਨੇ ਹਰੀਸ਼ ਰਾਵਤ, ਇਹਨਾਂ ਨੂੰ ਮਿਲ ਕੇ ਮੁੜਿਆ ਕਿ ਗਾਂਧੀ ਪਰਿਵਾਰ ਨੂੰ ਮਿਲਿਆ ਨਹੀਂ। ਕੱਲ ਨਵਜੋਤ ਸਿੱਧੂ ਦੀ ਟੀਮ ਨੇ ਕਿਹਾ ਵੀ ਨਵਜੋਤ ਸਿੱਧੂ ਤਾਂ ਸਿੱਧਾ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਮਿਲਣ ਜਾ ਰਿਹਾ। ਧੂਮ-ਧਾਮ ਦੇ ਨਾਲ ਪੰਜਾਬ 'ਚ ਖਬਰ ਪ੍ਰਚਾਰੀ ਗਈ, ਚੜ੍ਹ ਮੱਚ ਗਈ ਵੀ ਦੇਖੋ ਨਵਜੋਤ ਸਿੱਧੂ ਤਾਂ ਸਿੱਧੀ ਆ ਗਾਂਧੀ ਪਰਿਵਾਰ ਦੇ ਨਾਲ ਹੋ ਗਿਆ। ਤਾਂ ਉਹਦੇ 'ਚੋਂ ਬਹੁਤ ਸਾਰਿਆਂ ਨੇ ਕਿਆਸਰਾਈਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਹੁਣ ਹੋ ਸਕਦਾ ਨਵਜੋਤ ਸਿੱਧੂ ਨੂੰ ਥਾਪੜਾ ਮਿਲ ਜੇ, ਹੋ ਸਕਦਾ ਨਵਜੋਤ ਸਿੱਧੂ ਦੀ ਗੱਲ ਮੰਨੀ ਜਾਵੇ। ਲੇਕਿਨ ਅੱਜ ਜਿਹੜੀ ਗੱਲ ਸਾਹਮਣੇ ਆਈ ਹੈ, ਨਵਜੋਤ ਸਿੱਧੂ ਦਾ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਅਜਿਹੀਆਂ ਚੀਜ਼ਾਂ ਬਹੁਤ ਵਾਇਰਲ ਕਰਦਾ। ਜੇ ਮੀਟਿੰਗ ਹੁੰਦੀ ਤਾਂ ਨਵਜੋਤ ਸਿੱਧੂ ਨੇ ਨਾਲ ਦੀ ਨਾਲ ਫੋਟੋਆਂ ਵਾਇਰਲ ਕਰਨੀਆਂ ਸੀ। ਸੋ ਇਹ ਸਸਪੈਂਸ ਬਣਿਆ ਹੋਇਆ ਕਿ ਅੱਜ ਕੋਈ ਮੀਟਿੰਗ ਆ ਜਿਹੜੀ ਉਹ ਸ਼ਾਇਦ ਨਹੀਂ ਹੋਈ। ਰਾਹੁਲ ਗਾਂਧੀ ਨੂੰ ਪੱਤਰਕਾਰਾਂ ਨੇ ਅੱਜ ਪੁੱਛਿਆ ਵੀ ਇੱਕ ਥਾਂ ਦੇ ਉੱਤੇ ਕਿ ਅੱਜ ਨਵਜੋਤ ਸਿੱਧੂ ਨਾਲ ਤੁਹਾਡੀ ਮੀਟਿੰਗ ਹੈ? ਉਹ ਕਹਿੰਦਾ ਨਹੀਂ, ਕਹਿੰਦੇ ਕੱਲ ਦੀ ਕੱਲ ਦੇਖਾਂਗੇ। ਇੰਨੀ ਗੱਲ ਆ ਜਿਹੜੀ ਉਹ ਹੋਈ ਆ। ਇਸ ਤੋਂ ਇਲਾਵਾ ਗਿੱਲ ਸਾਹਿਬ ਇਹ ਵੀ ਹੁਣ ਤਾਂ ਗੱਲਾਂ ਪਤਾ ਲੱਗਣ ਲੱਗੀਆਂ ਨੇ ਕਿ ਉਹਨਾਂ ਨੇ ਨਹੀਂ ਸੱਦਿਆ ਨਵਜੋਤ ਸਿੱਧੂ ਨੂੰ, ਨਵਜੋਤ ਸਿੱਧੂ ਨੇ ਆਪ ਟਾਈਮ ਮੰਗਿਆ ਸੀ ਕਿ ਮੈਨੂੰ ਮਿਲੋ, ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਗਾ। ਉਹ ਕਿਤੇ ਨਾ ਕਿਤੇ ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਇੱਕ ਗੈਪ ਰਹਿ ਰਿਹਾ ਹੈਗਾ, ਉਹ ਗੈਪ ਦੇ ਵਿੱਚੋਂ ਹੀ ਕਿਤੇ ਕੇਜਰੀਵਾਲ ਜਿਹੜਾ ਇੱਕ ਹਫ਼ਤੇ 'ਚ ਦੂਜੀ ਵਾਰ ਥਾਪੀ ਮਾਰ ਗਿਆ ਚੰਡੀਗੜ੍ਹ ਆ ਕੇ, ਇਹ ਕਿਤੇ ਨਾ ਕਿਤੇ ਮਤਲਬ ਕਿਸੇ ਇਸ ਪਾਸੇ ਨੂੰ ਇਸ਼ਾਰਾ ਵੀ ਹੋ ਰਿਹਾ ਜੀ। ਅੱਛਾ ਜੀ, ਕੱਚੇ ਅਧਿਆਪਕ ਕੈਪਟਨ ਦੀ ਕੋਠੀ ਵੱਲ ਨੂੰ ਚੱਲਣ ਲੱਗੇ ਤਾਂ ਫੇਰ ਪਾਣੀ ਦੀਆਂ ਵਿਛਾੜਾਂ ਹੋਈਆਂ ਜੀ। ਇਹ ਬੜਾ ਔਖਾ ਕੰਮ ਹੈ, ਮਤਲਬ ਹਰ ਰੋਜ਼ ਮੌਰ ਕੁੱਟੀ ਦੇ ਨੇ। ਇੱਕ ਵਿਚਾਰਾ ਪਟਿਆਲੇ ਟਾਵਰ ਤੇ ਚੜਿਆ ਬੈਠਾ ਹੈ, ਉਹਦਾ ਕੀ ਹਾਲ ਹੋਊਗਾ ਇੰਨੀ ਗਰਮੀ ਦੇ ਵਿੱਚ। ਕਾਹਦਾ ਇਹ ਸੂਬਾ, ਕਾਹਦੀ ਗਵਰਨੈਂਸ ਹੈ ਇਹ ਯਾਰ? ਹਰ ਰੋਜ਼ ਉੱਥੇ ਦੀ ਪਰਜਾ ਕੁੱਟੀ ਦੀ ਹੈ, ਕਾਹਦਾ ਇਹ ਲੋਕਤੰਤਰ ਆ? ਮੈਨੂੰ ਤਾਂ ਸਮਝ ਨਹੀਂ ਆਉਂਦੀ ਨਵਕਿਰਨ ਜੀ। ਜੀ ਗੱਲ ਸਾਹਿਬ, ਦੇਖੋ ਇਹ ਬੜੀ ਮਾੜੀ ਗੱਲ ਹੈਗੀ। ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ। ਪਿਛਲੇ 15 ਸਾਲ ਤੋਂ 6-6 ਹਜ਼ਾਰ ਰੁਪਏ ਦੇ ਉੱਤੇ ਅਧਿਆਪਕ ਨੇ ਜਿਹੜੇ ਉਹ ਸਰਕਾਰੀ ਸਕੂਲਾਂ 'ਚ ਕੰਮ ਕਰ ਰਹੇ ਨੇ। ਨਾ ਤਾਂ ਉਹ ਬੇਰੁਜ਼ਗਾਰ ਨੇ, ਨਾ ਉਹ ਰੁਜ਼ਗਾਰਸ਼ੁਦਾ ਹੈ। ਇਹ ਜਿਹੜੀ ਲੁਕੀ ਹੋਈ ਛੁਪੀ ਹੋਈ ਬੇਰੁਜ਼ਗਾਰੀ ਆ ਪੰਜਾਬ ਦੇ ਵਿੱਚ, ਉਹ ਲੋਕਾਂ ਨੂੰ ਸਹਿਕ ਦੇ ਰਹਿਣ ਦੇ ਲਈ ਮਜਬੂਰ ਕਰ ਰਹੀ ਹੈ। ਸਹਿਕ ਰਹੇ ਨੇ ਲੋਕ, ਕਹਿਣ ਨੂੰ ਰੁਜ਼ਗਾਰਸ਼ੁਦਾ ਨੇ। ਤਾਂ ਇਹ ਸਰਕਾਰ ਨੇ ਮਤਲਬ ਤੁਸੀਂ ਦੇਖੋ ਕਿ ਬਿਨਾਂ ਮੰਗੇ ਚੀਜ਼ ਦਿੰਦੇ ਨੇ। ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ 3 ਖੇਤੀ ਕਾਨੂੰਨ ਦਿੱਤੇ, ਕਹਿੰਦੇ ਜੀ ਤੁਹਾਡੇ ਭਲੇ ਲਈ ਆ। ਆਹ ਆਪਣੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਔਰਤਾਂ ਨੂੰ ਫ੍ਰੀ ਬੱਸ ਸਫ਼ਰ ਦੀ ਸਹੂਲਤ ਦਿੱਤੀ, ਕਹਿੰਦੇ ਜੀ ਤੁਹਾਡੇ ਭਲੇ ਲਈ ਆ। ਜਿਹੜੀ ਚੀਜ਼ ਤਾਂ ਲੋਕ ਮੰਗਦੇ ਨੇ ਉਹ ਧੱਕੇ ਨਾਲ ਦੇ ਰਹੇ ਨੇ। ਜਿਹੜੀ ਚੀਜ਼ ਮੰਗ ਰਹੇ ਨੇ ਕਿ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਰੁਜ਼ਗਾਰ ਤੇ ਰੁਜ਼ਗਾਰ ਅਨੁਸਾਰ ਮਿਹਨਤਾਂ ਨਾਲ ਮੁਹੱਈਆ ਕਰੋ, ਔਰ ਉੱਥੇ ਤਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ, ਕੱਚੇ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ। ਕੱਲ ਵੀ ਬੇਰੁਜ਼ਗਾਰਾਂ ਨੇ ਜਾ ਕੇ ਸਿਸਮਾ ਫਾਰਮ ਹਾਊਸ ਘੇਰ ਲਿਆ ਸੀ, ਜਿੱਥੇ ਤੱਕ ਪਰਿੰਦਾ ਪਰ ਨਹੀਂ ਮਾਰਦਾ ਪੁਲਿਸ ਤੋਂ ਪੁੱਛੇ ਬਿਨਾਂ ਉੱਥੇ ਜਾ ਪਹੁੰਚੇ ਸੀ। ਅੱਜ ਫੇਰ ਕੱਚੇ ਦੇ ਆਪਕੇ ਚੰਡੀਗੜ੍ਹ ਕੈਪਟਨ ਅਮਰਿੰਦਰ ਦੀ ਰਿਹਾਇਸ਼ ਘੇਰਨ ਪਹੁੰਚੇ ਤਾਂ ਪਾਣੀ ਦੀਆਂ ਵਿਛਾੜਾਂ ਮਾਰੀਆਂ। ਚੰਡੀਗੜ੍ਹ ਵਾਲੀ ਪੁਲਿਸ ਤਾਂ ਐਂ ਸਮਝਦੀ ਆ ਵੀ ਜਿਵੇਂ ਗਿੱਲ ਸਾਹਿਬ ਵਿਆਹ ਦੇ ਵਿੱਚ ਨਹੀਂ ਕੋਈ ਬਿਨ ਬੁਲਾਇਆ ਮਹਿਮਾਨ ਆ ਜਾਂਦਾ ਹੁੰਦਾ, ਸਾਰੇ ਉਹਦੇ ਕੋਲ ਝਾਕ ਦਿੰਦੇ ਨੇ ਵੀ ਇਹ ਕਿਉਂ ਆ ਗਿਆ ਉੱਠ ਕੇ ਮੂੰਹ ਚੱਕ ਕੇ। ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਤੁਸੀਂ ਬਣਾਇਆ ਗਾ। ਆਪਾਂ ਬਾਰ-ਬਾਰ ਕਹਿੰਦੇ ਆ ਕਿ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ, ਵੜਨ ਨਹੀਂ ਦਿੰਦੇ ਅੰਦਰ। ਅੱਜ ਫਿਰ ਪਾਣੀ ਦੀਆਂ ਵਿਛਾੜਾਂ ਮਾਰ ਕੇ ਡੰਡੇ ਮਾਰ ਕੇ ਅਧਿਆਪਕਾਂ ਨੂੰ ਮੋੜਤਾ ਵੀ ਤੁਸੀਂ ਚੰਡੀਗੜ੍ਹ ਨਹੀਂ ਐਂਟਰ ਕਰ ਸਕਦੇ। ਸੋ ਇਹ ਬੜਾ ਗੰਭੀਰ ਮਸਲਾ ਹੈ। ਉਹ ਜਿਹੜਾ ਨੌਜਵਾਨ 100 ਦਿਨ ਹੋ ਗਿਆ ਗਿੱਲ ਸਾਹਿਬ ਮਰਨ ਵਰਤ ਦੇ ਉੱਤੇ ਹੈ, ਮੈਂ ਪਤਾ ਕੀਤਾ ਉਹਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ। ਉਹਦਾ ਸ਼ੂਗਰ ਲੈਵਲ ਬਹੁਤ ਹੇਠਾਂ ਆ ਗਿਆ। ਮਾਨਸਿਕ ਤੌਰ ਦੇ ਉੱਤੇ ਉਹ ਗੱਲ ਕਰਨ ਦੇ ਉਸ ਰੂਪ ਦੇ ਵਿੱਚ ਯੋਗ ਨਹੀਂ ਰਿਹਾ, ਕਿਉਂਕਿ ਕਮਜ਼ੋਰੀ ਬਹੁਤ ਜ਼ਿਆਦਾ ਆ ਚੁੱਕੀ ਆ, ਪਾਣੀ ਦੀ ਕਮੀ ਹੋ ਚੁੱਕੀ ਆ।
ਮਤਲਬ ਕੋਈ ਡਾਕਟਰ ਵੀ ਹਿੰਮਤ ਨਹੀਂ ਜਤਾ ਰਿਹਾ ਵੀ 100 ਫੁੱਟ ਉਹਦੇ ਤਾਂ ਜਾ ਚੜੇ, ਉਹਦੀ ਜਾ ਕੇ ਉੱਥੋਂ ਸਿਹਤ ਜਾਂਚ ਕਰ ਲੇ, ਕੋਈ ਅਫਸਰ ਕੋਈ ਵਿੱਚ ਵਿਚਾਲੇ ਦੇ ਬੰਦੇ ਜਾ ਕੇ ਉਹਨੂੰ ਉੱਥੋਂ ਮਨਾ ਲੈਣ। ਸੋ ਉਹ ਮਤਲਬ ਇੱਕ ਬਹੁਤ ਮੰਦਭਾਗੀ ਘਟਨਾ ਹੈਗੀ ਜਿਹੜੀ ਉਹ ਹੋ ਰਹੀ ਹੈਗੀ, ਔਰ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਔਰ ਨੌਜਵਾਨਾਂ ਨੂੰ ਵੀ ਦੇਣਾ ਚਾਹੀਦਾ। ਇਹ ਮਤਲਬ ਸੰਘਰਸ਼ ਦੀ ਤਰੀਕਾ ਵੀ ਠੀਕ ਨਹੀਂ ਹੈ, ਆਪਦੀ ਜ਼ਿੰਦਗੀ ਜੋਖਮ ਦੇ ਵਿੱਚ ਪਾਉਣਾ। ਪਰ ਠੀਕ ਹੈ, ਕਸੂਰ ਮੇਨਲੀ ਸਰਕਾਰ ਦਾ, ਸਰਕਾਰਾਂ ਬੋਲੀਆਂ ਹੋ ਚੁੱਕੀਆਂ ਨੇ, ਲੋਕਤੰਤਰ ਦਾ ਘਾਣ ਕਰ ਰਹੀਆਂ ਨੇ। ਜੀ ਗਿੱਲ ਸਾਹਿਬ, ਬਾਦਲਾਂ ਦੇ ਕਾਕਿਆਂ ਦੇ ਸਾਲਿਆਂ ਨੇ ਬਹੁਤ ਰੇੜਕਾ ਪਾਇਆ ਹੋਇਆ। ਮਜੀਠੀਏ ਨੂੰ ਸਿੱਧੂ ਬਹੁਤ ਚਿੰਬੜਦਾ। ਜੋ ਜੌਲ ਦੀ ਬੜੀ ਇਹ ਪਈ ਆ ਵੀ ਮਨਪ੍ਰੀਤ ਬਾਦਲ ਦਾ ਜਿਹੜਾ ਸਾਲਾ ਬਠਿੰਡੇ ਉਹ ਬਦਮਾਸ਼ੀ ਕਰਦਾ। ਸਿੰਗਲੇ ਨੇ ਕੱਲ੍ਹ ਰੌਲਾ ਪਾ ਲਿਆ। ਜੋ ਜੌਲ ਦੀ ਲੱਤ ਵੀ ਲੱਗੀ 2002 ਤੋਂ 7 ਤੋਂ ਲੈ ਕੇ 17 ਤੱਕ ਅਕਾਲੀਆਂ ਦੇ ਸਮੇਂ, ਉਹ ਬਹੁਤ ਟਾਰਗੇਟ ਹੋਇਆ। ਅੱਛਾ, ਹੁਣ ਸ਼੍ਰੋਮਣੀ ਯੂਥ ਅਕਾਲੀ ਦਲ ਵਾਲਿਆਂ ਨੇ ਮਨਪ੍ਰੀਤ ਬਾਦਲ ਦਾ ਕਿਹੜਾ ਘਰ ਘੇਰਿਆ? ਚੰਡੀਗੜ੍ਹ ਵਾਲਾ ਸਰਕਾਰੀ ਕੋਠੀ ਜਾਂ ਬਾਦਲ ਪਿੰਡ ਵਾਲਾ? ਜੀ ਗਿੱਲ ਸਾਹਿਬ, ਬਠਿੰਡੇ ਘੇਰਿਆ ਜੀ। ਅੱਛਾ, ਬਠਿੰਡੇ ਵੀ ਹੈ ਕੋਠੀ ਵਾਲਿਆਂ ਨੇ ਇਹ ਜੀ ਇਹ ਇਲਜ਼ਾਮ ਲਾ ਰਹੇ ਨੇ ਕਿ ਇਹ ਜਿਹੜੀ ਜੀਜੇ ਸਾਲੇ ਦੀ ਜੋੜੀ ਹੈਗੀ ਮਨਪ੍ਰੀਤ ਬਾਦਲ ਤੇ ਤੁਸੀਂ ਜੇਕਰ ਵਾਕਿਆ ਕਰ ਹੀ ਦਿੱਤਾ ਗਾ ਜੋ ਦਾ ਜੈਜੀਤ ਜੌਲ ਦਾ, ਕਿ ਇਹ ਸਰਕਾਰੀ ਥਾਂ ਤੇ ਮਾਈਨਿੰਗ ਕਰਾ ਰਹੇ ਨੇ ਨਜਾਇਜ਼ ਤੌਰ ਦੇ ਉੱਤੇ। ਇਹ ਇਲਜ਼ਾਮ ਨੇ ਜਿਹੜੇ ਇਹਨਾਂ ਦੇ ਉੱਤੇ ਲਾਏ ਜਾ ਰਹੇ ਨੇ। ਸੋ ਇਹ ਮਸਲਾ ਤਾਂ ਬੜਾ ਗੰਭੀਰ ਹੈ। ਵਾਕਈ ਇਹ ਗੱਲ ਕਿਤੇ ਨਾ ਕਿਤੇ ਹੈ ਤਾਂ ਹੈਗੀ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਗਾ ਕਿ ਮਨਪ੍ਰੀਤ ਬਾਦਲ ਇੱਕ ਸਟੈਪ ਗਾਂਹ ਜਾਂਦਾ ਗਾ, ਉਹਨਾਂ ਤੋਂ ਪਿੱਛੇ ਨਹੀਂ ਰਹਿੰਦਾ। ਉਹਨਾਂ ਨੇ ਮਤਲਬ ਪੰਜਾਬ 'ਚ 10 ਸਾਲ ਉਹਨਾਂ ਦੇ ਰਾਜ ਦੇ ਦੌਰਾਨ ਇਹ ਸਭ ਨੂੰ ਪਤਾ ਗਾ ਕਿ ਨਸ਼ਾ ਮਾਫੀਆ ਪ੍ਰਫੁੱਲਤ ਹੋਇਆ ਉਹਨਾਂ ਦੇ ਕਾਰਜਕਾਲ ਦੌਰਾਨ। ਉਹਨਾਂ ਦੇ ਕਾਰਜਕਾਲ ਦੌਰਾਨ ਰੇਤੀ ਮਾਫੀਆ, ਬਜਰੀ ਮਾਫੀਆ ਹੋਰ ਹੋਏ। ਪਰ ਮਨਪ੍ਰੀਤ ਬਾਦਲ ਤਾਂ ਮਤਲਬ ਉਦੋਂ ਇੱਕ ਸਟੈਪ ਗਾਂਹ ਜਾ ਰਿਹਾ ਹੈਗਾ, ਕਹਿੰਦਾ ਜੀ ਉਹ ਸਰਕਾਰੀ ਥਰਮਲ ਵਾਲੀ ਜ਼ਮੀਨ ਹੀ ਵੇਚ ਦੇਣੀ ਹੈ, ਆਪਾਂ ਉੱਥੇ ਕਲੋਨੀਆਂ ਕੱਟ ਦੇਣੀਆਂ। ਹੁਣ ਇਹ ਕਹਿੰਦੇ ਵੀ ਉਹ ਥਾਂ ਦੇ ਉੱਤੇ ਇਹ ਮਾਈਨਿੰਗ ਹੋ ਰਹੀ ਆ। ਸੋ ਇਹਦੀ ਜਾਂਚ ਹੋਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਸਾਰੇ ਮੰਤਰੀਆਂ ਤੇ ਇਲਜ਼ਾਮ ਲੱਗ ਰਹੇ ਨੇ। ਸੋ ਸਰਕਾਰ ਇਸ ਵਿਸ਼ੇ ਦੇ ਉੱਤੇ ਜਾਂਚ ਕਰੇ ਕਿ ਵਾਕਈ ਸੱਚ ਹੈ। ਜੀ ਗਿੱਲ ਸਾਹਿਬ, ਧੰਨਵਾਦ ਜੀ। ਤੇ ਕੱਲ ਨੂੰ ਫੇਰ 9:15 ਵਜੇ ਗੱਲਬਾਤ ਕਰਦੇ ਹਾਂ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ ਜਿਹੜੀ ਇੱਕ ਜਥੇਬੰਦੀਆਂ ਕੰਟੇਨਰ ਟਰੱਕਰਜ਼ ਦੇ ਲਈ ਉਹ ਕੰਮ ਕਰ ਰਹੀ ਹੈ। ਇਸ਼ੂ ਬਹੁਤ ਵੱਡੇ ਨੇ ਤੇ ਪਿਛਲੇ 7-8 ਸਾਲਾਂ ਦਾ ਘੋਲ ਹੈ। ਉਹਨਾਂ ਦਾ ਇਹ ਜ਼ੋਰ ਹੈ ਕਿ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ, ਜਿਨ੍ਹਾਂ ਨੇ ਵਾਅਦੇ ਸਾਡੇ ਨਾਲ ਕੀਤੇ ਵੀ ਘੰਟਿਆਂ 'ਚ ਸਹੀ ਕਰ ਦਾਂਗੇ, ਹਾਲੇ ਤੱਕ ਗੱਲ ਨਹੀਂ ਹੋਈ। ਜੇ ਇਸ ਸਮੇਂ ਸਰਕਾਰ ਦੀ ਕਾਰਗੁਜ਼ਾਰੀ ਦੇਖੀ ਨਹੀਂ ਹੋਵੇ ਤੇ ਪਿਛਲੇ 5-7 ਮਹੀਨਿਆਂ ਦੀ ਆਜ਼ਾਦੀ ਇਹ ਬਣੀ ਹੈ, ਤੇ ਨਾਲ ਹੀ ਰਵੀ ਕਾਲੋਂ ਉਹਨਾਂ ਦੀ ਜਗ੍ਹਾ ਦੇਖਣੀ ਹੋਵੇ ਸਰਕਾਰ ਦੇ ਵਿੱਚ, ਮੈਨੂੰ ਨਹੀਂ ਲੱਗਦਾ ਕੋਈ ਮੇਜਰ ਇਹੋ ਜਿਹੀ ਫਾਈਲ ਹੋਵੇ ਜਿਹੜੀ ਰਵੀ ਕਾਲੋਂ ਦੇ ਹੱਥ 'ਚ ਨਾ ਹੋਵੇ। ਹਰ ਵੱਡਿਆਂ ਡਿਸੀਜ਼ਨਸ ਦੇ ਵਿੱਚ ਰਵੀ ਕਾਲੋਂ ਬੈਠਦੇ ਆ। ਹੁਣ ਨਵੀਆਂ ਜਿਹੜੀਆਂ ਰੈਸਟ੍ਰਿਕਸ਼ਨਸ ਜਿਹੜੀਆਂ ਚੱਕਣੀਆਂ ਨੇ, ਹੁਣੇ ਨਿੰਮੀ ਡੌਲਾ ਜੀ ਦੱਸ ਕੇ ਗਏ ਨੇ, ਪਹਿਲੀ ਵਾਰ ਰਵੀ ਕਾਲੋਂ ਹੋਣੀ ਬੈਠਣਗੇ ਐਡਰੀਅਨ ਦੇ ਨਾਲ ਤੇ ਬੋਨੀ ਹੈਨਰੀ ਦੇ ਨਾਲ। ਪਹਿਲਾਂ ਪ੍ਰੀਮੀਅਰ ਬੈਠਦੇ ਸੀ। ਇੰਟਰਨਲ ਗੱਲ ਹੋ ਸਕਦੀ ਹੈ ਬਈ ਅਗਲੀ ਟਰਮ ਜਿਹੜੀ ਜੌਨ ਹੌਰਗਨ ਹੋਣੀ ਨਾ ਜਾਣ ਤੇ ਲੀਡਰਸ਼ਿਪ ਰੇਸ NDP ਦੀ ਹੋ ਜਾਵੇ ਅਗਲੀਆਂ ਇਲੈਕਸ਼ਨਾਂ ਤੋਂ ਪਹਿਲਾਂ। ਡੇਵਿਡ ਈਬੀ ਉਹਨਾਂ ਨੇ ਕੰਮ ਬਹੁਤ ਕੀਤਾ, ਪਰ ਡੇਵਿਡ ਈਬੀ ਉਹਨੀ ਘੱਟ ਦਿਖ ਰਹੇ ਨੇ। ਜੇ ਤੁਸੀਂ ਦੇਖੋ ICBC ਦੀ ਫਾਈਲ ਜਿਹੜੀ ਕੂੜੇਦਾਨ ਦੇ ਵਿੱਚ ਲੱਗੀ ਅੱਗ ਨੂੰ ਬੁਝਾਉਣਾ ਬਹੁਤ ਵੱਡਾ ਇਸ਼ੂ ਸੀ ਡੇਵਿਡ ਈਬੀ ਨੇ ਜਿਹੜਾ ਕੀਤਾ। ICBC ਬਰਾਬਰ ਲਿਆ ਕੇ ਖੜਾਤੀ ਤੇ ਚੈੱਕ ਠੀਕ ਹੈ, ਸਰਵਿਸਿਜ਼ ਘਟਾਈਆਂ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਫਿਰ ਇਹੀ ਗੱਲ ਹੋਣੀ ਸੀ, ਜਾਂ ਤੁਹਾਡੇ ਖਰਚੇ ਵਧਣੇ ਸੀ ਜਾਂ ਸਰਵਿਸਿਜ਼ ਘਟਣੀਆਂ ਸੀ। ਤੁਹਾਡੇ ਖਰਚੇ ਘਟਾ ਦਿੱਤੇ ਤੇ ਸਰਵਿਸਿਜ਼ ਘਟਾ ਦਿੱਤੀਆਂ ਫਾਰ ਦਾ ਟਾਈਮ ਬੀਇੰਗ, ਉਹਨੂੰ ਬੈਲੈਂਸ ਕਰ ਦਿੱਤਾ। ਤੇ ਪਾਰਟੀਆਂ ਦੇ ਅੰਦਰ ਪਾਰਟੀਆਂ ਨੂੰ ਬਣਾਉਣ ਵਾਲਿਆਂ ਦੀ ਪਲੈਨਿੰਗ ਹੁੰਦੀ ਆ ਵੀ ਅਗਲੀ ਜਿਹੜੀ ਇਲੈਕਸ਼ਨ 24 ਵਾਲੀ ਆ ਉਹਦੇ ਵਿੱਚ ਪਾਰਟੀ ਦਾ ਲੀਡਰ ਕੌਣ ਹੋਏਗਾ। ਤੇ ਵਿਜ਼ੀਬਲ ਮਾਈਨੋਰਿਟੀ ਦੇ ਵਿੱਚੋਂ ਇਹ ਬਹੁਤ ਵੱਡਾ ਇੱਕ ਪੱਤਾ ਜਿਹੜਾ ਖੇਡਿਆ ਜਾਵੇਗਾ। ਜੇ ਰਵੀ ਕਾਲੋਂ ਹੋਣੀ ਹਲੇ ਦੂਰ ਹੈ, ਪਰ ਮੈਨੂੰ ਅਲਾਮਤਾਂ ਇਹ ਨੇ ਕਿ ਉਹ ਲੀਡਰਸ਼ਿਪ ਰੇਸ ਦੇ ਵਿੱਚ ਮੇ ਵੀ ਜਾਣ। ਤੇ ਦੂਸਰੇ ਬੰਨੇ ਘੱਟ ਗਿਣਤੀ ਦੇ ਕੰਮਕਾਰ ਤੇ ਘੱਟ ਗਿਣਤੀ ਜਿਹੜੀ ਰੁਲ ਰਹੀ ਹੈ,
ਉਹਦੀ ਗੱਲ ਵੀ ਨਾਲ ਚੱਲ ਰਹੀ ਹੈ। ਗਗਨ ਸਿੰਘ ਮੇਰੇ ਨਾਲ ਨੇ, ਤੇ ਹੁਣ ਤੱਕ ਕੀ ਹੋਇਆ ਤੇ ਅੱਗੇ ਕੀ ਐਕਸ਼ਨ ਆ ਹੁਣ, ਕਿਉਂਕਿ 5 ਦਿਨ ਪਿਛਲੇ ਹਫ਼ਤੇ ਦੇ ਉਹ ਮਿਨਿਸਟਰ ਹੈਰੀ ਬੈਂਸ ਦੇ ਦਫ਼ਤਰ ਦੇ ਅੱਗੇ ਬੈਠੇ ਰਹੇ ਨੇ। ਗਗਨ ਸਿੰਘ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀ ਜੀ, ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਹਾਂਜੀ, ਕੀ ਅਪਡੇਟ ਆ ਪਿਛਲੇ 5 ਦਿਨਾਂ ਦੀ? ਤੁਹਾਨੂੰ ਕੋਈ ਦਫ਼ਤਰ ਦਾ ਆ ਕੇ ਸਟਾਫ ਮਿਲਿਆ ਜਾਂ ਤੁਹਾਡੇ ਨਾਲ ਗੱਲਬਾਤ ਹੋਈ? ਕੋਈ ਚਾਹ ਦੀ ਘੁੱਟ ਕਿਸ ਨੇ ਪਿਲਾਈ ਜਾਂ ਬਸ ਉਸ ਤਰ੍ਹਾਂ ਹੀ ਬੈਠੇ ਹੋ? ਕੋਈ ਨਹੀਂ ਮਿਲਿਆ। ਚਾਹ ਤਾਂ ਅਸੀਂ ਇਹਨਾਂ ਨੂੰ ਆਫਰ ਕੀਤੀ ਵੀ ਚਾਹ, ਦੁੱਧ, ਸੋਡਾ, ਹਰ ਤਰ੍ਹਾਂ ਦਾ ਲੰਗਰ ਸਾਡੇ ਕੋਲ ਹੈਗਾ ਇੱਥੇ, ਅਸੀਂ ਤੁਹਾਨੂੰ ਛਕਾਉਣੇ ਆ, ਇੱਥੇ ਆ ਜਾਓ। ਪਰ ਕੋਈ ਨਹੀਂ ਆਇਆ ਜੀ। ਪਰ ਇੱਕ ਗਿੱਲ ਸਾਹਿਬ, ਜਿਹੜੀ ਸਾਰਿਆਂ ਤੋਂ ਵੱਡੀ ਗੱਲ ਹੋਈ, ਜਿਹੜੀ BC ਗੁਰਦੁਆਰਾ ਕਾਉਂਸਲ ਦੇ ਬੁਲਾਰੇ ਮਨਿੰਦਰ ਸਿੰਘ ਹੋਣੀ, ਮੈਂ ਤੁਹਾਨੂੰ ਵੀਡੀਓ ਵੀ ਭੇਜੀ ਸੀ, ਉਹਨਾਂ ਨੇ ਜਿਹੜਾ ਸਟੇਜਾਂ ਤੋਂ ਬਾਈਕਾਟ ਦਾ ਐਲਾਨ ਕਰ ਦਿੱਤਾ, ਇਹ ਇੱਕ ਬਹੁਤ ਵੱਡੀ ਗੱਲ ਹੋਈ। ਜਿਹਦੇ ਤੋਂ ਬਾਅਦ ਫਿਰ ਅਸੀਂ ਧਰਨਾ ਸੀਗਾ ਦਾ 5 ਦਿਨ ਦਾ, ਇਸੇ ਕਰਕੇ ਉਹਨੂੰ 5 ਦਿਨ ਤੱਕ ਹੀ ਸੀਮਿਤ ਰੱਖਿਆ। ਜਿਵੇਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਰਵੀ ਕਾਲੋਂ ਹੋਣਾ ਦੇ ਬਾਰੇ, ਹੈ ਨਾ, 2-3 ਵੀਰ ਆ ਜਿਹੜੇ ਡੈਲਟਾ ਦੀ ਕੰਸਟੀਚੁਐਂਸੀ ਦੇ ਵਿੱਚ ਆ। ਜਿਹੜੇ ਸਰੀ ਵਾਲੇ MLA ਉਹਦਾ ਥੋੜਾ ਬਹੁਤ ਇੰਡੀਵਿਜੂਅਲਸ ਨੂੰ ਆਊਟਰੀਚ ਕਰ ਰਹੇ ਆ, ਸਾਡੇ ਨਾਲ ਨਹੀਂ ਕੋਈ ਸਿੱਧੀ ਗੱਲ ਹੈਗੀ। ਪਰ ਜੇ ਕੋਈ ਟਰੱਕਰ ਦੀ ਕੋਈ ਇਸ਼ੂ ਹੈਗਾ, ਚਾਹੇ ਉਹ ਰਿਜ਼ੋਲਵ ਹੋਵੇ ਜਾਂ ਨਾ ਹੋਵੇ, ਪਰ ਉਹ ਗੱਲਬਾਤ ਜ਼ਰੂਰ ਚੱਲ ਰਹੀ ਹੈ। ਕਈ MLAs ਆਪ ਗੱਲ ਕਰ ਰਿਹਾ ਸਿੱਧੀ। ਪਰ ਰਵੀ ਕਾਲੋਂ ਹੋਣਾ ਦੀ ਮੈਂ ਕੋਈ ਸ਼ਬਦ ਨਹੀਂ ਮੇਰੇ ਕੋਲ ਵੀ ਇਹਨੂੰ ਨਲਾਇਕੀ ਕਹਾਂ ਜਾਂ ਇਹਨੂੰ ਡਿਸਰਿਸਪੈਕਟ ਕਹਾਂ, ਕਿਹੜੇ ਢੰਗ ਨਾਲ ਕਹਾਂ, ਪਰ ਉਹਨਾਂ ਦੇ ਬਹੁਤ ਉਹਨਾਂ ਦੀ ਉੱਚੀ ਆ ਗਗਨ ਸਿੰਘ ਜੀ। ਉਹਨਾਂ ਦੀ ਜਗ੍ਹਾ ਤੁਹਾਨੂੰ ਪਤਾ ਮਿਨਿਸਟਰ ਹੁਣ ਕਿੱਥੇ ਆ ਗਵਰਨਮੈਂਟ 'ਚ? ਹਾਂਜੀ, ਸ਼ਾਇਦ ਉਹਨਾਂ ਨੂੰ ਭੁੱਲ ਗਿਆ ਜੀ ਵੀ ਪੋਜੀਸ਼ਨ ਤਾਂ ਇੱਦੇ ਅਮਰੀਕ ਵਿਰਕ ਹੋਣੀ ਵੀ ਕਹਿੰਦੇ ਹੁੰਦੇ ਸੀ ਵੀ, ਜਾਂ ਫਾਸਬੈਂਡਰ ਸਾਹਿਬ ਵੀ। ਆਪਣੇ ਕਾਲੋਂ ਸਾਹਿਬ ਨੂੰ ਤਾਂ ਗੋਲ-ਮੋਲ ਗੱਲਾਂ ਕਰਨੀਆਂ ਨਹੀਂ ਆਉਂਦੀਆਂ, ਸ਼ਾਇਦ ਉਹਨਾਂ ਨੂੰ ਨਹੀਂ ਪਤਾ। ਫਾਸਬੈਂਡਰ ਸਾਹਿਬ ਵੀ ਬਹੁਤ ਜ਼ਿਆਦਾ ਬਹੁਤ ਉੱਚੀ ਪੋਜੀਸ਼ਨ ਸੀ, ਉਹ ਵੀ ਇਸੇ ਢੰਗ ਨਾਲ ਫਾਈਲਾਂ ਸਾਰੀਆਂ ਇਕੱਠੀਆਂ ਕਰਕੇ ਉਹਨਾਂ ਦੇ ਟੋਕਰੇ ਦੇ ਕੋਲ ਹੁੰਦੀਆਂ ਜੀ ਸਾਰਾ ਕੁਛ। ਪਰ ਸ਼ਾਇਦ ਇਹ ਭਾਈਚਾਰੇ ਦੇ ਨਾਲ ਹੀ ਹੁੰਦਾ ਸਾਰਾ ਕੁਝ। ਜੇ ਕੋਈ ਬੰਦਾ ਕਵੇ ਵੀ ਮੈਂ ਇਕੱਲਾ ਹੀ ਸ਼ਾਇਦ ਵੀ ਕੁਛ ਬਣ ਗਿਆ, ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਨਾ ਵੀ ਬੇਬੇ ਕਹਿੰਦੀ ਵੀ ਪੁੱਤ ਪੁਲਿਸ 'ਚ ਜਾ ਕੇ ਕੀ ਕਰੂੰ, ਉਹ ਕਹਿੰਦਾ ਬੇਬੇ ਤੇਰੇ ਡਾਂਗ ਫਿਰੂ ਪਹਿਲਾਂ। ਸੋ ਸ਼ਾਇਦ ਕਿਤੇ ਨਾ ਕਿਤੇ ਇਹ ਜਿਹੜਾ ਵਰਤਾਰਾ ਆ ਇਹ ਬਹੁਤਾ ਲੰਬਾ ਸਮਾਂ ਨਹੀਂ ਚੱਲਦਾ ਹੁੰਦਾ। ਹੁਣ ਅੱਜ ਜੇ ਦੇਖਿਆ ਜਾਵੇ, ਫਾਸਬੈਂਡਰ ਹੋਣਾ ਦਾ ਨਾਂ ਕਿੱਥੇ ਗਿਆ, ਬਸ ਖਤਮ। ਅਮਰੀਕ ਵਿਰਕ ਹੋਣੀ ਕਿੱਥੇ ਗਿਆ, ਬਸ ਕਦੇ ਸੁਣਿਆ ਕਦੀ ਨਾ ਉਹਨਾਂ ਦਾ ਕਿਸੇ ਮੀਡੀਆ ਦੇ ਵਿੱਚ ਜਾਂ ਹੋਰ ਕਿਸੇ ਪਾਸੇ। ਤੁਹਾਡਾ ਤਾਂ ਜ਼ਿਆਦਾ ਲਿੰਕ ਰਹਿੰਦਾ ਜੀ। ਪਰ ਜੇ ਓਵਰਆਲ ਇਹਨੂੰ ਆਲ ਟੂਗੈਦਰ ਕਰਕੇ ਦੇਖੀਏ ਤੇ ਜਿਹੜਾ ਉਹ 1 ਘੰਟੇ ਵਾਲੇ ਵਾਅਦੇ ਸੀਗੇ, ਉਹ ਹੁਣ ਕੋਰਟ ਦੇ ਵਿੱਚ ਚੈਲੰਜ ਹੋਣਗੇ ਜੀ। ਕੋਰਟ ਦੇ ਵਿੱਚੋਂ ਜਦੋਂ ਸੁਣਵਾਈ ਹੋਊਗੀ, ਅਸੀਂ ਚਾਹੁੰਦੇ ਨਹੀਂ ਸੀਗੇ ਵੀ ਇਸ ਕੋਵਿਡ ਵਾਲੇ ਟਾਈਮ ਦੇ ਵਿੱਚ ਅਸੀਂ ਕੋਰਟ ਦੇ ਵਿੱਚੋਂ ਜਾ ਕੇ ਜਿਹੜੀਆਂ ਇਹਨਾਂ ਨੂੰ ਜੱਜਮੈਂਟ ਲਿਆ ਕੇ ਦੇਈਏ, ਕਰਨਾ ਫੇਰ ਵੀ ਇਹਨਾਂ ਨੂੰ ਹੀ ਪੈਣਾ ਜੀ। ਜੀ ਗੱਲ ਸਾਹਿਬ। ਅੱਛਾ ਜੀ, ਹੁਣ ਫਿਰ ਨੈਕਸਟ ਜਿਹੜਾ ਲਾਈਨ ਆਫ ਐਕਸ਼ਨ ਇਹੀ ਆ ਵੀ ਤੁਸੀਂ ਇਹਨਾਂ ਮਿਨਿਸਟਰਾਂ ਦੇ ਆਫਿਸ ਦੇ ਬਾਹਰ ਬੈਠਣਾ ਹੁਣ? ਇਸ ਹਫ਼ਤੇ ਵੀ ਉੱਥੇ ਹੀ ਹੋ ਤੁਸੀਂ, ਹੈਰੀ ਬੈਂਸ ਉਹਨਾਂ ਦੇ ਦਫ਼ਤਰ ਦੇ ਬਾਹਰ? ਨਹੀਂ ਗਿੱਲ ਸਾਹਿਬ, ਜਦੋਂ ਗੁਰਦੁਆਰਾ ਸਾਹਿਬ ਨੇ ਬੈਨ ਕਰਤਾ ਇਹਨਾਂ ਨੂੰ, ਕਿਉਂਕਿ ਦੇਖੋ ਪੋਲੀਟੀਸ਼ੀਅਨਸ ਦੇ ਲਈ ਗੁਰਦੁਆਰਾ ਸਾਹਿਬ ਦੀਆਂ ਸਟੇਜ ਬੈਨ ਹੋਣਾ ਇੱਕ ਬਹੁਤ ਵੱਡੀ ਗੱਲ ਹੈ। ਸੋ ਜਿੰਨੀ ਦੇਰ ਤੱਕ ਉਹ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਤਾਂ ਇਹ ਬੈਨ ਰਹਿਣਗੇ। ਬਾਕੀ ਅੱਗੇ BC ਗੁਰਦੁਆਰਾ ਕਾਉਂਸਲ ਦੀ ਮਰਜ਼ੀ ਹੈ, ਉਹਨਾਂ ਨੇ ਕੀ ਡਿਸਾਈਡ ਕਰਨਾ ਹੈ ਉਹਨਾਂ ਦੇ ਹੱਥ ਹੈ। ਅਸੀਂ ਮੁਜ਼ਾਹਰਾ ਜਿਹੜਾ ਉਹ 5 ਦਿਨ ਦਾ ਹੀ ਸੀਗਾ, ਫਰਾਈਡੇ ਤੱਕ ਹੀ ਰੱਖਿਆ ਸੀ, ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ। ਇੰਨੀ ਗਰਮੀ ਦੇ ਵਿੱਚ ਬਾਹਰ ਬਹਿਣਾ ਕਾਫੀ ਹਾਰਡ ਆ। ਪਰ ਇੱਕ ਜਿਹੜੀ ਚੀਜ਼ ਜ਼ਰੂਰ ਹੈ, ਜਿਹੜਾ ਪ੍ਰੋਵਿੰਸ਼ੀਅਲੀ ਤਾਂ ਅਸੀਂ ਉਹਨਾਂ ਨੂੰ ਜੋ ਕਹਿਣਾ ਸੀ ਅਸੀਂ ਕਹਿ ਕੇ ਵਕੀਲ ਤੋਂ ਚਿੱਠੀ ਪਵਾਤੀ ਆ ਕਮਿਸ਼ਨਰ ਨੂੰ। ਜਿਹੜੀ ਚਿੱਠੀ ਚੁਣੇ ਹੋਏ ਸਰੀ ਦੇ ਜਿਹੜੇ ਇਲੈਕਟਡ MLAs ਆ, ਉਹ ਸਾਰਿਆਂ ਨੂੰ ਉਹ ਚਿੱਠੀ ਦੀ ਕਾਪੀ ਵੀ ਚਲੀ ਗਈ ਆ। ਤੇ ਅਸੀਂ ਆਸਮੰਦ ਹਾਂ ਵੀ ਸਤੰਬਰ ਤੱਕ ਸਾਨੂੰ ਜਿਹੜੀ ਹੀਅਰਿੰਗ ਮਿਲ ਜਾਊਗੀ, ਤੇ ਤਕਰੀਬਨ ਫਾਲ ਤੋਂ ਪਹਿਲੋਂ ਜਿਹੜਾ ਇਹਦਾ ਡਿਸੀਜ਼ਨ ਵੀ ਮੈਂ ਪੂਰਾ ਆਸਮੰਦ ਹਾਂ ਵੀ ਆਊਗਾ। ਸੋ ਜਿਹੜਾ ਪ੍ਰੋਵਿੰਸ ਵਾਲਾ ਕੰਮ ਆ ਉਹ ਅਸੀਂ ਇੱਥੇ ਕੋਰਟ ਦੇ ਵਿੱਚ ਲਿਜਾ ਕੇ, ਤੇ ਹੁਣ ਕਿਉਂਕਿ ਹੁਣ ਕੋਰਟ ਪ੍ਰੋਸੀਡਿੰਗ ਸ਼ੁਰੂ ਹੋ ਗਈ ਆ, ਪਰ ਇੱਕ ਚੀਜ਼ ਜ਼ਰੂਰ ਇਹ ਸਾਹਮਣੇ ਆ ਗਈ ਆ ਵੀ ਕੋਰਟ ਦੇ ਵਿੱਚ ਅਸੀਂ ਜਾਣ ਬੁੱਝ ਕੇ ਨਹੀਂ, ਅਸੀਂ ਬਕਾਇਦਾ ਪੂਰਾ ਮੌਕਾ ਦਿੱਤਾ, ਪੂਰਾ ਸਮਾਂ ਦਿੱਤਾ ਇਹਨਾਂ ਨੂੰ ਵੀ ਤੁਸੀਂ ਜੇ ਕੋਈ ਦਖਲ ਅੰਦਾਜ਼ੀ ਕਰਕੇ ਇਸ ਚੀਜ਼ ਨੂੰ ਟਾਲ ਸਕੋ ਤੇ ਜ਼ਰੂਰ ਤੁਸੀਂ ਕਰੋ। ਪਰ ਇਹਨਾਂ ਨੇ ਨਹੀਂ ਕੁਛ ਕਰ ਸਕੇ, ਜਿਹਦੀ ਵਜ੍ਹਾ ਦੇ ਨਾਲ ਹੁਣ ਅਸੀਂ ਕੋਰਟ 'ਚ ਚਲੇ ਗਏ ਹਾਂ। ਜਿਹੜਾ ਇਸ ਹਫ਼ਤੇ ਦੇ ਵਿੱਚ ਗਿੱਲ ਸਾਹਿਬ ਇੱਕ ਟਰੱਕ ਏਜ ਦੀ ਆਪਾਂ ਕਾਫੀ ਲੰਬੇ ਸਮੇਂ ਤੋਂ
ਗੱਲਬਾਤ ਕਰ ਰਹੇ ਹਾਂ ਵੀ ਜਿਹੜਾ DPF ਸਿਸਟਮ ਆ ਜਿਹੜਾ ਟਰੱਕਾਂ ਦੇ ਵਿੱਚ ਲੱਗਿਆ, ਕੱਲ ਵੀ ਆਪਾਂ ਗੱਲ ਕਰਦੇ ਸੀ ਵੀ ਜਿਹੜੇ ਵੀਰ ਦਾ ਐਕਸੀਡੈਂਟ ਹੋਇਆ, ਵੀ ਟਰੱਕਾਂ ਨੂੰ ਕਿਉਂ ਰਾਈਟ ਵੇ ਐਕਸੀਡੈਂਟ ਹੁੰਦੇ ਸਾਰੀ ਅੱਜ ਦੀ ਡੇਟ 'ਚ ਕਿਉਂ ਅੱਗ ਲੱਗਦੀ ਆ। ਉਹਦੇ ਤੋਂ ਵੀ ਇੱਕ ਜਿਹੜੀ ਜ਼ਰੂਰੀ ਚੀਜ਼ ਆ, ਕਿਤੇ ਨਾ ਕਿਤੇ ਇਹ ਪੰਜਾਬੀ ਟਰੱਕ ਓਨਰ ਆਪਰੇਟਰਾਂ ਨੂੰ ਖਤਮ ਕਰਨ ਦੇ ਲਈ ਜੋ ਪੋਰਟ ਆਫ ਵੈਨਕੂਵਰ ਨੇ ਪਾਲਿਸੀ ਬਣਾਈ ਆ ਵੀ ਇਹਨਾਂ ਤੇ ਟਰੱਕੇਜ ਥੋਪ ਦਿਓ, ਹਰ 10 ਸਾਲ ਬਾਅਦ ਇਹਨਾਂ ਨੂੰ ਨਵਾਂ ਟਰੱਕ ਲੈਣਾ ਪਵੇ, ਜਿਹਦੇ ਕਰਕੇ ਇਹਨਾਂ ਦਾ ਸਰਵਾਈਵਲ ਹੀ ਨਹੀਂ ਹੋ ਸਕਦਾ। ਸਾਰੇ ਵੀਰ ਜਾਣਦੇ, ਜਦੋਂ ਤੁਹਾਡੇ ਪੁਰਾਣੇ ਟਰੱਕਾਂ ਨਾਲ ਹੀ ਨਹੀਂ ਪੈਸੇ ਬਣਦੇ, ਤੁਸੀਂ ਨਵਾਂ ਟਰੱਕ ਲੈ ਕੇ ਕਿਵੇਂ ਇਸ ਇੰਡਸਟਰੀ 'ਚ ਅਫੋਰਡ ਕਰੋਗੇ। ਸੋ ਉਹਦੇ ਲਈ ਗਿੱਲ ਸਾਹਿਬ 1 ਜੁਲਾਈ ਨੂੰ ਕੈਨੇਡਾ ਡੇ ਤੇ ਟਰੱਕ ਪੁੱਲ ਆਊਟ ਏਰੀਏ ਤੋਂ ਇੱਕ ਕਾਫੀ ਵੱਡੀ ਟਰੱਕ ਰੈਲੀ ਜਿਹੜੀ ਆ ਉਹ ਡਾਊਨਟਾਊਨ ਜਾਣੀ ਹੈ ਜੀ ਗਿੱਲ ਸਾਹਿਬ। ਧੰਨਵਾਦ ਜੀ ਅਪਡੇਟ ਕਰਨ ਲਈ, ਤੇ ਕੋਸ਼ਿਸ਼ ਹੈ ਆਪਣੇ ਹੱਕਾਂ ਲਈ ਵੱਧ ਤੋਂ ਵੱਧ ਮਿਹਨਤ ਕਰੋ, ਤੇ ਇਹੀ ਕਹਿ ਸਕਦੇ ਹਾਂ। ਤੇ ਇਸ ਮੰਚ ਤੋਂ ਸਦਾ ਪਿਛਲੇ 7-8 ਵਰ੍ਹਿਆਂ ਤੋਂ ਸਦਾ ਹੀ ਇਹ ਮੰਚ ਤੁਹਾਡੇ ਨਾਲ ਆ, ਜਦ ਮਰਜ਼ੀ ਤੁਸੀਂ ਸੁਨੇਹਾ ਦੇ ਸਕਦੇ ਹੋ। ਧੰਨਵਾਦ। ਸ਼ੁਕਰੀਆ ਗਿੱਲ ਸਾਹਿਬ, ਮਾਣ ਹੈ ਜੀ ਤੁਹਾਡੇ ਤੇ। ਜਦੋਂ ਵੀ ਸਾਡੀ ਕਿਤੇ ਵੀ ਔਖਾ ਸਮਾਂ ਹੋਇਆ ਜਾਂ ਸੌਖਾ ਵੀ ਹੁੰਦਾ, ਤੁਸੀਂ ਹਰ ਵਾਰੀ ਅੱਧੀ ਹਾਕ ਤੇ ਸਾਨੂੰ ਸਮਾਂ ਦਿੰਦੇ ਆ ਜੀ। ਤੇ ਅਗੇਨ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਟਰੱਕਰਸ ਨੂੰ ਬੇਨਤੀ ਕਰਨਾ ਚਾਹੁੰਦਾ, ਚਾਹੇ ਉਹ ਲੋਕਲ ਵਾਲੇ ਆ ਚਾਹੇ ਉਹ ਹਾਈਵੇ ਵਾਲੇ ਆ, ਪਲੀਜ਼ ਜਿਹੜਾ ਇਹ DPF ਸਿਸਟਮ ਆ, ਇਹ ਆਪਾਂ ਦੇਖਿਆ ਆ ਘਰ ਉਜੜਦੇ ਇਹਦੇ ਨਾਲ, ਇਹਦੇ ਖਿਲਾਫ ਆਵਾਜ਼ ਚੁੱਕਣ ਦੇ ਲਈ ਪਲੀਜ਼ ਅਸੀਂ ਇਕੱਠੇ ਹੋਈਏ ਤੇ ਇੱਕ ਬਹੁਤ ਵੱਡਾ ਮੁਜ਼ਾਹਰਾ ਕਰਕੇ ਇਹ ਪੋਰਟ ਤੇ ਸਰਕਾਰ, ਫੈਡਰਲ ਸਰਕਾਰ ਦੀਆਂ ਬੋਲੇ ਕੰਨਾਂ ਤੱਕ ਇਹ ਗੱਲ ਜ਼ਰੂਰ ਪਹੁੰਚਦੀ ਕਰੀਏ। ਤੇ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ। ਸ਼ੁਭ ਸ਼ਾਮ। ਸਰ ਗਗਨ ਸਿੰਘ ਗੱਲਬਾਤ ਕਰ ਰਹੇ ਸੀ। ਇਹ ਗੱਲ ਬਹੁਤ ਬੁੱਝਣੀ ਔਖੀ ਹੈ। ਭਾਈਚਾਰੇ ਦਾ ਇਹ ਬੜਾ ਦਰੇਗ ਰਿਹਾ ਹੈ ਕਿ ਜਦ ਤੁਸੀਂ ਰਾਈਜ਼ ਕਰਨਾ ਤੇ ਭਾਈਚਾਰੇ ਦੇ ਬੇਸ ਤੇ ਰਾਈਜ਼ ਕਰਨਾ। ਮੈਂ ਨਹੀਂ ਕਹਿੰਦਾ ਵੀ ਭਾਈਚਾਰੇ ਦੀਆਂ ਵੋਟਾਂ ਨਾਲ ਹੀ ਕੋਈ MLA MP ਬਣਦਾ, ਕੋਈ ਕੌਂਸਲਰ ਬਣਦਾ, ਪਰ ਇਸ ਗੱਲ ਨੂੰ ਨਾ ਭੁੱਲੋ ਵੀ ਤੁਹਾਡਾ ਗੁਣਾ ਤਾਂ ਪਿਆ ਕਿ ਤੁਸੀਂ ਵਿਜ਼ੀਬਲ ਮਾਈਨੋਰਿਟੀ ਦੇ ਵਿੱਚੋਂ, ਭਾਈਚਾਰੇ ਦੇ ਵਿੱਚੋਂ ਤੁਸੀਂ ਇਹਦੇ ਕਰਕੇ ਤੁਹਾਨੂੰ ਫਿਲ ਕਰਨ ਲਈ ਉਹਨਾਂ 100 ਚੋਂ 125 ਚੋਂ 17 ਚੋਂ 80 ਦੇ ਵਿੱਚੋਂ ਅਨੁਪਾਤ ਨਾਲ 5-7 ਜਿਹੜੇ ਜਾਣੇ ਨੇ ਉਹ ਇਸ ਕਰਕੇ ਜਾਣੇ ਨੇ ਵੀ ਇਹ ਵੀ 3-4 ਲੱਖ ਨੇ, ਵੀ ਇਹਨਾਂ ਨੂੰ ਸਾਂਭਣਾ ਪੈਣਾ। ਜਾਂ ਆਟਵਾ ਦੇ ਵਿੱਚ 10-12 ਜਾਣੇ ਨੇ ਸਾਡੇ ਭਾਈਚਾਰੇ ਚੋਂ, ਉਹ ਕਾਹਦੇ ਲਈ ਕਿ ਤੁਸੀਂ ਰਿਪਰੈਜ਼ੈਂਟੇਟਿਵ ਹੋ ਵਿਜ਼ੀਬਲ ਮਾਈਨੋਰਿਟੀ ਦੇ। ਡਾਇਵਰਸਿਟੀ ਦਾ ਇੱਥੇ ਨਾਂ ਹੈ, ਪਰ ਇਹ ਅਕਸਰ ਇਹ ਪਾਇਆ ਗਿਆ ਵੀ ਜਦ ਤੁਸੀਂ ਪਹਿਲੀ ਵਾਰ ਤਾਂ ਇਹ ਗੱਲਬਾਤ ਚੱਲਦੀ ਰਹਿੰਦੀ ਹੈ, ਜਦ ਤੁਸੀਂ ਇੱਕ ਨਾ ਮਕਾਮ ਤੇ ਪਹੁੰਚ ਜਾਂਦੇ ਹੋ ਫਿਰ ਬੰਦੇ ਪਹਿਲਾਂ ਵੀ ਬਣੇ ਹੀ ਨੇ ਭਾਈਚਾਰੇ 'ਚੋਂ, ਵੱਡੇ ਅਹੁਦਿਆਂ ਤੇ ਗਏ ਨੇ ਲੋਕ, ਸਰਕਾਰਾਂ ਦੇ ਵਿੱਚ, ਮਿਨਿਸਟਰਾਂ ਦੇ ਵਿੱਚ, ਤਾਂ ਸਰਕਾਰਾਂ ਦੇ ਮੁਖੀ ਦੇ ਤੌਰ ਤੇ। ਪਰ ਕੀ ਭਾਈਚਾਰੇ ਨੂੰ ਉਹਨਾਂ ਨੇ ਸਪੈਸੀਫਿਕਲੀ, ਮੈਂ ਇਹ ਵੀ ਨਹੀਂ ਕਹਿੰਦਾ ਵੀ ਉਹ ਇਕੱਲੇ ਸਿਰਫ ਇਹ ਜਦੇ ਚੱਲ ਪੈਣੀ ਹੈ ਨਾ, ਹੁਣ ਜਦੇ ਸੁਣ ਲਓ ਸੁਣਨ ਵਾਲਿਆਂ ਚੋਂ ਉਹ ਫਿਰ ਇਕੱਲਿਆਂ ਦੇ ਥੋੜ੍ਹਾ, ਉਹ ਮਿਨਿਸਟਰ ਨੇ ਇਕੱਲਿਆਂ ਨੇ ਥੋੜ੍ਹਾ, ਪ੍ਰੀਮੀਅਰ ਨੇ ਵਿੱਚੇ ਹੀ ਨੇ ਨਾ, ਵਿੱਚੇ ਕਰਨ ਵਾਲੇ ਬੈਠੇ ਆ। ਪਰ ਜੇ ਤੁਸੀਂ ਹੁਣ ਬਣਤਰ ਦੇਖ ਰਹੇ ਹੋ ਪਿਛਲੇ 5-7 ਮਹੀਨਿਆਂ ਦੀ, ਜਿਹੜੇ ਰਾਜਨੀਤੀ ਨੂੰ ਨੇੜਿਓਂ ਜਿਨ੍ਹਾਂ ਦੀ ਪਕੜ ਹੈ, ਤੇ ਜਗ੍ਹਾ ਜਿਹੜੀ ਹੈ ਉਹ ਕਿਹਦੀ ਬਣਦੀ ਜਾ ਰਹੀ ਹੈ, ਕਿਹਨੂੰ ਪ੍ਰੈਡਿਕਟ। ਇਹ ਨਹੀਂ ਹੈ ਕਿ ਕੁਆਲੀਫਿਕੇਸ਼ਨ ਬਹੁਤ ਵੱਡੀ ਹੈ, ਨਹੀਂ, ਇਹ ਨਹੀਂ ਹੈ। ਪਾਰਟੀਆਂ 'ਚ ਅੰਦਰਲੇ ਧੜੇ ਨੇ ਵੀ ਕਿਹੜਾ ਖੂੰਜੇ ਲਾਉਣਾ। ਤੁਹਾਨੂੰ ਗਲੈਨ ਕਲਾਰਕ ਦਾ ਪਤਾ ਹੈ? ਗਲੈਨ ਕਲਾਰਕ ਦੀ ਸਥਾਪਤੀ ਜਿਹੜੀ ਸੀ ਕਾਰਪੋਰੇਟ ਘਰਾਣਿਆਂ ਦੇ, ਜੇ ਕਿਤੇ ਗਲੈਨ ਕਲਾਰਕ ਦੀਆਂ ਇੱਕ ਅੱਧੀਆਂ ਟਰਮਾਂ ਹੋਰ ਲੱਗ ਜਾਂਦੀਆਂ, ਮਤਲਬ ਇਹ ਦੇਖ ਲਓ ਵੀ ਫਿਰ ਆਹ ਪੂੰਜੀਵਾਦੀਆਂ ਦਾ ਬਣਨਾ ਕੀ ਸੀ। ਲਾਤਾ ਮੀਡੀਆ ਪਿੱਛੇ ਲੱਗੇ ਰਹੇ, ਅਖੀਰ ਸਿੱਟ ਲਿਆ। ਇਸੇ ਤਰ੍ਹਾਂ ਹੀ ਇਹ ਪਾਰਟੀਆਂ ਦਾ ਜਿੱਤਣ ਦਾ ਕੰਮ ਹੁੰਦਾ। ਇਹ ਨਹੀਂ ਹੈ ਵੀ ਕੁਆਲੀਫਿਕੇਸ਼ਨ ਕੀ ਆ ਤੇ ਪੜ੍ਹਾਈ ਕੀ ਆ, ਤੇ ਔਰ ਤਰੱਕੀ ਜਦ ਰਾਜਨੀਤੀ ਤੁਹਾਨੂੰ ਹੋਣੀ ਆ, ਤੁਹਾਨੂੰ ਸਵਾਰਥੀ ਹੋਣਾ ਪੈਣਾ। ਬਸ ਸਿੰਪਲ ਗੱਲ ਹੈ। ਜੇ ਤੁਸੀਂ ਸਵਾਰਥੀ ਨਹੀਂ ਹੁੰਦੇ ਤਾਂ ਤਰੱਕੀ ਨਹੀਂ ਹੁੰਦੀ ਤੁਹਾਡੀ। ਸਵਾਰਥੀ ਤੇ ਗੱਲ ਕਰ ਲਓ
ਕਿਸੇ ਨਾਲ ਬੈਠ ਕੇ ਉਹ ਜਦੇ ਗਣਾਉਣ ਲੱਗ ਜਾਂਦੇ, ਦੇਖੋ ਆਹ ਕੀਤਾ ਇਹਨਾਂ ਲਈ ਆਹ ਕੀਤਾ, ਇਹਨਾਂ ਲਈ ਆਹ ਕੀਤਾ। ਤੁਸੀਂ ਮੂੰਗੀ ਵੇਚ ਕੇ ਕੀਤਾ, ਤੁਹਾਨੂੰ ਜਗ੍ਹਾ ਦਿੱਤੀ ਹੋਈ ਆ ਭਾਈਚਾਰੇ ਨੇ ਲਾ ਕੇ, ਤੁਹਾਡੀ ਗੱਲ ਕਰਨ ਨੂੰ ਉੱਥੇ ਤੁਹਾਨੂੰ ਭੇਜਿਆ ਹੋਇਆ, ਤੇ ਕਰੋ ਤੁਸੀਂ ਫਿਰ। ਤਨਖਾਹਾਂ, ਰਿਹਾਇਸ਼, ਆਉਣ ਜਾਣ ਦੇ ਤੇ ਦਫ਼ਤਰ ਇੱਥੇ, ਤੇ ਨਾਲ MLA ਤੇ ਮਿਨਿਸਟਰ ਵੀ ਲੱਗਿਆ, ਕਿਤੇ 4 ਹੱਥ ਥੋੜਾ ਨੇ। ਤੇ ਤੁਸੀਂ ਪੋਲੀਟੀਕਲ ਸਾਇੰਸ ਦੀ PhD ਥੋੜਾ ਕਰਕੇ ਆਏ ਹੋ ਵੀ ਹਾਰਵਰਡ ਦੇ ਵਿੱਚੋਂ ਪੜ੍ਹ ਕੇ ਤੇ ਕੋਲੰਬੀਆ ਚੋਂ ਆਏ ਹੋ, ਸਾਡੇ ਵਾਂਗੂ ਹੀ ਹੋ। ਕੋਈ ਇੱਥੇ ਛੋਟਾ ਹੁੰਦਾ ਆ ਗਿਆ, ਕੋਈ ਬੜਾ ਹੋ ਕੇ ਆ ਗਿਆ, ਐਡੀ ਕੋਈ ਖਾਸੀਅਤ ਨਹੀਂ ਹੈ। ਹਾਂ, ਹਰ ਇੱਕ ਦਾ ਮਨ ਨਹੀਂ, ਹਰ ਇੱਕ ਦਾ ਮਾਜਨਾ ਨਹੀਂ, ਤੇ ਹਰ ਇੱਕ ਸਮੇਂ ਐਕਟ ਨਹੀਂ ਕਰ ਸਕਦਾ। ਗਰੁੱਪ ਚਾਹੀਦਾ, ਬੰਦੇ ਸਾਂਭਣ ਵਾਲੇ ਚਾਹੀਦੇ ਨੇ। ਪਰ ਜੇ ਪਾਰਟੀਆਂ ਕੀ ਕਰਦੀਆਂ, ਪਾਰਟੀਆਂ ਅੰਦਰੋਂ ਇੱਕ ਗਰੁੱਪ ਖਤਮ ਕਰਨ ਲਈ, ਇੱਕ ਵਧੀਆ ਲੀਡਰ ਨੂੰ ਖਤਮ ਕਰਨ ਲਈ ਕੋਈ ਨਾ ਕੋਈ ਹੱਥ ਕੰਡੇ ਅਪਣਾਉਂਦੀਆਂ ਨੇ। ਸੋ ਇਹਦੇ ਵਿੱਚ ਹੁਣ ਇਹ ਕੀ ਚੱਲ ਰਿਹਾ ਹੈ ਬਈ, ਸਾਰੇ ਵਾਚ ਕਰ ਰਹੇ ਹੋ ਤੁਸੀਂ ਦੇਖਿਓ ਹਲੇ ਹੋਰ ਕੀ ਹੋਣਾ ਹੈ ਆਉਣ ਵਾਲੇ, ਹਲੇ 24 ਦੂਰ ਹੈ, 22 ਦੇ ਵਿੱਚੋਂ ਦੇਖਿਓ ਕੀ ਸ਼ੁਰੂ ਹੋਣਾ। 22 ਦੇ ਆਖਰ ਦੇ ਵਿੱਚ ਜਾਂ 23 ਦੇ ਪਹਿਲੇ 1-2 ਮਹੀਨਿਆਂ 'ਚ ਉਹਨਾਂ ਦੀ ਲੰਮੀ ਨਿਗਾਹ ਵੀ ਆਹ ਹੁਣ ਪੱਤਾ ਬਹੁਤ ਕੰਮ ਦੇ ਸਕਦਾ। ਪੱਤੇ ਦੇ ਨਾਲ ਫਿਰ ਬਾਦਸ਼ਾਹ ਤੋਂ ਵੀ ਡਰਦੇ ਆ ਹੁਕਮ ਦੇ ਤੋਂ, ਬਈ ਜੇ ਕਿਤੇ ਇਹਨੂੰ ਲੈ ਇਹ ਆ ਗਿਆ ਤੇ ਸਾਡਾ ਫਸਤਾ ਵੱਢੂ। ਇਹ ਬੜੀ ਸਥਾਪਤੀ ਇਨ ਪਾਰਟੀ ਇਨ ਗਵਰਨਮੈਂਟ ਜਿਹੜੀ ਸਥਾਪਤੀ ਧੜੇ ਦੀ ਹੁੰਦੀ ਆ, ਉਹ ਨਹੀਂ ਚਾਹੁੰਦੇ ਵੀ ਸਾਡੀ ਸਥਾਪਤੀ ਟੁੱਟੇ। ਉਹ ਕਹਿੰਦਾ ਪਹਿਲਾ ਗਿਆ, ਦੂਜਾ ਉੱਥੇ ਬੰਦਾ ਬਿਠਾ ਲਓ, ਫਿਰ ਸਾਡੀ ਸਥਾਪਤੀ ਰਹੇ, ਅਸੀਂ ਅੰਦਰ ਰਹੀਏ ਚਾਹੇ ਬਾਹਰ ਰਹੀਏ। ਬਹੁਤ ਕੁਝ ਚੱਲਦਾ ਹੁੰਦਾ ਪਾਰਟੀਆਂ ਦੇ ਵਿੱਚ। ਫੈਡਰਲ ਦੇਖ ਲਓ ਤੁਸੀਂ, ਪਾਰਟੀਆਂ ਦੇ ਵਿੱਚ ਸੈੱਟ ਕਰ ਲਏ ਜਿਨ੍ਹਾਂ ਨੇ, ਉਹਨਾਂ ਨੇ ਹੀ ਸੈੱਟ ਰੱਖਣਾ, ਉਹਨਾਂ ਨੇ ਨਹੀਂ ਬਣਨ ਦੇਣਾ ਬਾਹਰਲਾ ਬੰਦਾ, ਚਾਹੇ ਉਹ ਭਾਈਚਾਰੇ ਦਾ ਨਾਂ ਕਰੋ, ਕੁਛ ਕਰਨ, ਉਹ ਬਹੁਤ ਕੁਛ ਕਰਨਗੇ ਚਿਹਰਿਆਂ ਦੇ ਨਾਲ, ਸ਼ਕਲਾਂ ਦੇ ਨਾਲ। ਜੇ ਤੁਸੀਂ ਕਹੋ ਵੀ ਭਾਈਚਾਰੇ ਦਾ ਬਹੁਤ ਸਵਾਰ ਦੂ ਕੋਈ, ਨੋ, ਇਹ ਨਹੀਂ ਹੈ। ਰਲ ਕੇ ਜਿਹੜੀ ਭੋਡੋ ਕੜਾਹ ਵੰਡਦੀ ਆ, ਮੁੜ ਆਪਣਿਆਂ ਨੂੰ ਦਿੰਦੀ ਹੁੰਦੀ ਹੈ। ਬਹੁਤ ਔਖਾ ਹੈ ਇਹ ਜਿਹੜਾ ਨਾ ਬਈ ਹਿੱਕ ਡਾਹ ਕੇ ਤੇ ਥਾਪੀ ਮਾਰ ਕੇ ਖੜਨਾ, ਇਹ ਬਹੁਤ ਔਖਾ। ਪਾਰਟੀ ਦੇ ਕੰਨੇ ਭੰਨ ਕੇ ਪਰਾਂ ਹੋ ਕੇ ਖੜਨਾ, ਇਹ ਉਦੋਂ ਔਖਾ। ਪਰ ਗੱਲ ਕੋਈ ਨਹੀਂ ਹੈ, ਐਡੀ ਗੱਲ ਨਹੀਂ ਹੈ ਵੀ ਜਿਹੜੀ ਤੁਹਾਨੂੰ ਛੇਕ ਦੇਣਗੇ, ਪਿੱਟੇ ਜਾਓਗੇ ਤੁਸੀਂ, ਕੌਮ ਭਾਈਚਾਰੇ ਨਾਲ ਖੜ ਜਾਓਗੇ। ਨਹੀਂ, ਇਹ ਨਹੀਂ ਗੱਲ। ਸਗੋਂ ਤੁਸੀਂ ਮਾਣ ਗਵਾਓਗੇ ਇਹਦੇ ਵਿੱਚ ਵੀ ਯਾਰ ਇਹ ਤਾਂ ਜਿਨ੍ਹਾਂ 'ਚੋਂ ਆਇਆ, ਜਿਨ੍ਹਾਂ ਕਰਕੇ ਆਇਆ, ਉਹਨਾਂ ਦਾ ਹੈ ਨਹੀਂ, ਸਾਡਾ ਕਿੱਥੇ ਹੋ ਜੂ। ਟੱਬਰਾਂ ਨੂੰ ਨੌਕਰੀਆਂ ਵੀ ਲੈ ਭਾਈ, ਲੈ ਟੱਬਰ, ਚਾਚੇ, ਤਾਏ, ਭਰਜਾਈਆਂ ਕਰ ਦਿਓ ਫਿੱਟ। ਉਹ ਸਭ ਨੂੰ ਪਤਾ ਹੈ ਭਾਈਚਾਰੇ 'ਚ ਕੌਣ ਕਿਹਨੂੰ ਕਿੱਥੇ ਨੌਕਰੀ ਲੈ ਰਿਹਾ, ਦਵਾ ਰਿਹਾ। ਔਰ ਮੋਹ ਭੰਗ ਹੁੰਦਾ, ਕੁਛ ਨਹੀਂ ਹੁੰਦਾ ਇਹ 'ਚ, ਮੋਹ ਭੰਗ ਹੁੰਦਾ। ਔਰ ਇਹ ਗੱਲ ਖਤਮ ਹੋ ਗਈ ਜਿਹੜੀ ਕਹਿੰਦੇ ਨੇ ਇੱਥੇ ਦੇ ਜੰਮੇ ਤੇ ਉੱਥੇ ਦੇ ਜੰਮੇ। ਨੋ, ਇਹ ਨਹੀਂ ਗੱਲ। ਰਾਜਨੀਤਿਕ ਹੀ ਹੈ ਉਹ। ਕੋਈ ਨਹੀਂ ਹੈ ਵੀ ਇੱਥੇ ਦੇ ਜੰਮੇ ਸਾਊ ਨੇ ਤੇ ਉੱਥੇ ਦੇ ਜੰਮੇ ਗੀਦੀ ਨੇ, ਜਾਂ ਉੱਥੇ ਦੇ ਜੰਮੇ ਸਾਊ ਨੇ ਤੇ ਇੱਥੇ ਦੇ ਜੰਮੇ ਗੀਦੀ ਨੇ। ਨਹੀਂ, ਰਾਜਨੀਤਿਕ ਉਸ ਤਰ੍ਹਾਂ ਹੀ ਕਰਦੇ ਆ ਜਿਵੇਂ ਉਹਨਾਂ ਨੇ ਕਰਨੀ ਹੈ। ਦੇਖ ਲਓ ਆਟਵਾ ਦੇ ਵਿੱਚ ਇੱਥੇ ਦੇ ਜੰਮਿਆਂ ਨੇ ਕਿਹੜੀਆਂ ਪੈੜਾਂ ਪਾਈਆਂ ਸੀ। ਜਿਹੜੇ ਪੰਜਾਬ ਤੋਂ ਆਏ ਸੀ ਉਹ ਫਲੋਰ ਕ੍ਰਾਸ ਕਰਨ ਨੂੰ ਫਿਰਨ, ਮੈਨੂੰ ਸੈਨੇਟਰ ਬਣਾ ਦੇ, ਮੇਰੀ ਘਰ ਵਾਲੀ ਨੂੰ ਬਣਾ ਦੇ, ਪਤਾ ਨਹੀਂ ਕੀ ਕੁਛ ਬਣਾ ਦੇ। ਉਹ ਉੱਥੇ ਸਵਾਹ ਖੇ ਅੜਾਈ, ਬਸ ਸਿਰੇ ਲਾਤੀ ਗੱਲ। ਉਹਦੇ ਬਾਅਦ ਇੱਥੇ ਦੇ ਜੰਮੇ ਵਾਲੇ ਉਹ ਪੈਸੇ ਇਕੱਠੇ ਕੀਤੇ, ਚੱਲ ਸਿੱਧਾ ਜੂਏ ਖਾਨੇ 'ਚ ਚੱਕ ਤੇ ਗਰਾਂਟਾਂ ਲੋਕਾਂ ਨੇ ਆਪਣਿਆਂ ਨੂੰ ਵੰਡਤੀਆਂ, ਪਤਾ ਹੀ ਨਹੀਂ ਕੀ ਕੁਛ ਹੋਇਆ। ਧੁੱਦਲ ਨਾ ਉੜੇ, ਹੌਲੀ ਦੇ ਕੇ ਘਰੇ ਬਹਿ ਗਏ। ਬਹੁਤ ਕੁਝ ਹੈ। ਹੁਣ ਇਹ ਸਮਝ ਨਹੀਂ ਆਉਂਦੀ ਵੀ ਭਾਈਚਾਰਾ ਕਿਵੇਂ ਸੋਚੂ, ਕਿਵੇਂ ਮੂਵ ਫਾਰਵਰਡ ਕਰੂ, ਕੀ ਹੋਏਗਾ। ਪਰ ਕੰਮ ਜਿਹੜੇ ਨੇ ਉਹ ਨਹੀਂ ਹੋ ਰਹੇ ਜਿਹੜੇ ਹੋਣੇ ਚਾਹੀਦੇ ਨੇ। ਸੋ ਪ੍ਰਗਟ ਸਿੰਘ ਹੁਣੀ ਮੇਰੇ ਨਾਲ ਨੇ, ਗੱਲਬਾਤ ਉਹਨਾਂ ਨਾਲ ਸ਼ੁਰੂ ਹੋਏਗੀ। 3 ਹੁਣ ਤੱਕ ਆਪਾਂ ਸੈਗਮੈਂਟਸ ਉਹਨਾਂ ਨਾਲ ਕਰ ਚੁੱਕੇ ਹਾਂ ਅਤੇ ਧੰਨਵਾਦ ਹੈ ਜਿਹੜਾ ਲਗਾਤਾਰਤਾ ਬਣਾਈ ਰੱਖਣੀ ਬੜੀ ਔਖੀ ਹੈ। ਭੱਜ ਨੱਠ ਬਹੁਤ ਹੈ ਉੱਥੇ, ਪਰ ਫਿਰ ਵੀ ਉਹ ਆਪਣੇ ਵਾਅਦੇ ਦੇ ਮੁਤਾਬਕ ਫਿਰ ਆਪਣੇ ਨਾਲ ਨੇ। ਤੁਹਾਡੇ ਸਵਾਲ ਮੈਂ ਬੇਨਤੀ ਕਰਾਂ, 2-3 ਸਵਾਲ ਮੇਰੇ ਕੋਲ ਆ ਗਏ ਨੇ,
ਤੇ ਹੋਰ ਤੁਹਾਡੇ ਸਵਾਲ ਜਿਹੜੇ ਨੇ ਤੁਸੀਂ ਪਲੀਜ਼ ਜੇ ਮੈਨੂੰ ਫੋਨ ਮੈਸੇਜ ਕਰਦੇ ਹੋ 6047291224 ਤੇ WhatsApp ਜਾਂ ਟੈਕਸਟ ਤਾਂ ਸੌਖ ਹੈ, ਤੇ ਕਈ ਹੋਣਗੇ ਜਿਨ੍ਹਾਂ ਨੂੰ ਮੈਸੇਜ ਕਰਨ ਤੇ ਔਖਿਆਈ ਹੈ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ 6042040600 ਤੇ ਗੱਲਬਾਤ ਕਰ ਸਕਦੇ ਹੋ। ਜ਼ਿਆਦਾ ਸਵਾਲ ਪੁੱਛੇ ਜਾ ਸਕਦੇ ਨੇ ਜੇ ਤੁਸੀਂ ਮੈਨੂੰ ਸੁਨੇਹਾ ਦੇ ਦਿਓ। ਸਰਦਾਰ ਪ੍ਰਗਟ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਵੀ ਧੰਨਵਾਦ। ਸਤਿ ਸ੍ਰੀ ਅਕਾਲ। ਧੰਨਵਾਦ ਬਹੁਤ ਬਹੁਤ। ਅੱਛਾ, ਇੱਕ ਸਵਾਲ ਸੁਣਨ ਵਾਲਿਆਂ ਦੇ ਬੜਾ ਮਨ 'ਚ ਆਉਂਦਾ ਹੈ ਵੀ ਜਿਹੜੀ ਪੰਜਾਬ ਦੇ ਵਿੱਚ ਹੁਣੇ 5-6 ਮਹੀਨੇ ਰਹਿੰਦੇ ਆ ਤੇ ਬੜੀ ਗਰਮੀ ਦਿਖਾਈ ਜਾ ਰਹੀ ਹੈ ਪੋਲੀਟੀਕਲ ਪਾਰਟੀਆਂ ਵੱਲੋਂ। ਕੇਜਰੀਵਾਲ ਉਹਨੀ ਆ ਕੇ ਮੁੜ ਕੇ ਨਵੇਂ ਐਲਾਨ ਕਰ ਰਹੇ ਨੇ। ਉਧਰੋਂ ਸਿੱਧੂ ਕਹਿੰਦਾ ਮੈਂ ਦਿੱਲੀ ਨੂੰ ਚੱਲਿਆ, ਉਧਰ ਰਾਹੁਲ ਕਹਿੰਦਾ ਮੈਂ ਤਾਂ ਸਿੱਧੂ ਨੂੰ ਕਿਹਾ ਹੀ ਨਹੀਂ, ਤੇ ਮੀਡੀਆ ਇਹਨੂੰ ਸਾਹ ਨਹੀਂ ਲੈਣ ਦਿੰਦਾ। ਜਿਹੜੇ 5-10 ਚੈਨਲ ਨੇ ਉਹ ਇਹਨੂੰ ਹੀ ਘੁਮਾਈ ਜਾਂਦੇ ਨੇ। ਅਸੀਂ ਬਾਹਰ ਵਾਲੇ ਇਹਨੂੰ ਬਹੁਤ ਵੇਖਦੇ ਹਾਂ। ਕੀ ਪੰਜਾਬ ਦੇ ਵਿੱਚ ਵੀ ਇਸ ਨੂੰ ਬਹੁਤ ਲੋਕ ਸੀਰੀਅਸ ਹੋ ਕੇ ਸੁਣ ਰਹੇ, ਵੇਖ ਰਹੇ ਨੇ ਵੀ ਕੀ ਹੋ ਰਿਹਾ ਰਾਜਸੀ ਧਰਾਤਲ ਤੇ? ਦੇਖੋ, ਮੈਨੂੰ ਲੱਗਦਾ ਇਹਦਾ ਅਨਫੋਰਚੂਨੇਟ ਪਾਰਟ ਹੈਗਾ। ਇੱਥੇ ਮੀਡੀਆ ਦਾ ਵੀ ਬਹੁਤ ਵੱਡਾ ਰੋਲ ਹੈ ਕਿ ਉਹ ਲੜਾਈ ਪਰਸਨੈਲਿਟੀਜ਼ ਦੀ ਬਣਾਈ ਜਾ ਰਹੇ ਆ। ਕਿਉਂਕਿ ਰਿਐਲਿਟੀ ਦੇ ਵਿੱਚ ਇਸ਼ੂਜ਼ ਦੀ ਲੜਾਈ ਬਣਾਉਣੀ ਚਾਹੀਦੀ ਆ, ਨਾ ਕਿ ਕਿਸੇ ਪਰਸਨੈਲਿਟੀ ਦੀ। ਕਿਉਂਕਿ ਜਦੋਂ ਵੀ ਕਿਸੇ ਪਰਸਨੈਲਿਟੀ ਦੀ ਤੁਸੀਂ ਲੜਾਈ ਬਣਾਓਗੇ ਉਦੋਂ ਗੌਸਿਪਸ ਤਾਂ ਬਹੁਤ ਨਿਕਲ ਸਕਦੇ ਆ, ਬਟ ਰੀਅਲ ਸੋਲਿਊਸ਼ਨ ਜਿਹੜਾ ਕੱਢਣਾ ਉਹ ਬੜਾ ਔਖਾ ਹੁੰਦਾ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜੇ ਬੇਸਿਕਲੀ ਦੇਖੋ, ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਵੀ ਜਿਹੜਾ ਤੁਹਾਡਾ ਇਲੈਕਸ਼ਨ ਮੈਨੀਫੈਸਟੋ ਆ ਉਹ ਤੁਹਾਡਾ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਜੀ। ਅੱਛਾ, ਇਹਦਾ ਮਤਲਬ ਇਹ ਹੋਇਆ ਵੀ ਜਿਹੜੀ ਪਾਰਟੀ ਜਿੰਨਾ ਮਰਜ਼ੀ ਝੂਠ ਬੋਲ ਲਵੇ ਇਲੈਕਸ਼ਨਾਂ ਤੋਂ ਪਹਿਲਾਂ, ਪਰ ਉਹ ਜਦੋਂ ਫਿਰ ਇਲੈਕਸ਼ਨ ਜਿੱਤ ਜਾਂਦੇ ਆ ਫਿਰ ਤਾਂ ਉਹ ਲੁੱਟਿਆ ਜਾਂਦਾ ਸਮਾਨ ਸਾਰਾ। ਅੱਛਾ, ਫਿਰ ਇਹਦੀ ਐਗਜ਼ੀਕਿਊਸ਼ਨ ਹੋ ਨਹੀਂ ਸਕਦੀ। ਜਦੋਂ ਐਗਜ਼ੀਕਿਊਸ਼ਨ ਹੋ ਨਹੀਂ ਸਕਦੀ ਲੇਕਿਨ 5 ਸਾਲ ਫਿਰ ਉਹ ਲੋਕੀ ਫਿਰ ਇਸ਼ੂ ਭੁਲਾ ਲੈਂਦੇ ਆ, ਫਿਰ ਪੋਲੀਟੀਕਲ ਪਾਰਟੀਆਂ ਪਰਸਨੈਲਿਟੀਜ਼ ਦੀ ਲੜਾਈ ਬਣਾ ਲੈਂਦੀਆਂ। ਲੇਕਿਨ ਦੇਖੋ, ਅਲਟੀਮੇਟਲੀ ਮੀਡੀਆ ਨੂੰ ਵੀ ਚਾਹੀਦਾ ਹੈਗਾ ਕਿ ਉਹਦੇ ਵਿੱਚ ਸੀਰੀਅਸਨੈਸ ਲਿਆਉਣਾ। ਕਿਉਂਕਿ ਜਦੋਂ ਅਸੀਂ ਇੱਦਾਂ ਦੇ ਮਸਾਲੇ ਤਿਆਰ ਕਰਨ ਲੱਗ ਪੈਂਦੇ ਆ ਵੀ ਕੌਣ ਕਿੱਥੇ ਜਾ ਰਿਹਾ, ਉਹਦਾ ਨੈਟ ਰਿਜ਼ਲਟ ਕੀ ਹੈਗਾ, ਗੱਲ ਤਾਂ ਉੱਥੇ ਆ। ਮੈਨੂੰ ਲੱਗਦਾ ਪੋਲੀਟੀਕਲ ਬੰਦਿਆਂ ਨੂੰ, ਪੋਲੀਟੀਕਲ ਪਾਰਟੀਆਂ ਨੂੰ ਵੀ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ, ਲੇਕਿਨ ਮੀਡੀਆ ਨੂੰ ਵੀ ਜਿੱਥੇ ਸੁਹਿਰਦਤਾ ਦਿਖਾਉਣੀ ਚਾਹੀਦੀ ਆ ਵੀ ਤਾਂ ਕਿ ਜੇ ਆਹ ਇਸ਼ੂ ਸੀਗੇ, ਪੰਜਾਬ ਇੱਧਰ ਨੂੰ ਤੁਰਿਆ ਜਾ ਰਿਹਾ ਔਰ ਜਿਹੜੇ ਲੀਡਰਸ ਆ ਆਪਣੀ ਵਿਜ਼ਨ ਦੇਣ ਕਿ ਅਸੀਂ ਕਰਨਾ ਕੀ, ਇਹਨੂੰ ਕੱਢ ਕਿੱਦਾਂ ਸਕਦੇ ਆ। ਅੱਛਾ, ਉਹ ਫਿਰ ਕਿਉਂਕਿ ਕੋਈ ਕਹਿੰਦਾ ਜੀ ਮੈਂ 200 ਯੂਨਿਟ ਦੇ ਦੂੰਗਾ, ਕੋਈ ਕਹਿੰਦਾ ਜੀ ਮੈਂ 300 ਦੇ ਦੂੰਗਾ। ਸਾਡਾ ਬਿਜਲੀ ਬੋਰਡ ਜਿਹੜਾ ਉਹ ਆਲਮੋਸਟ ਕਲੈਪਸ ਹੋਣ ਦੇ ਕਿਨਾਰੇ ਆ ਜੀ। ਜਿਹੜੇ ਸਾਡੇ ਪਾਵਰ ਪਰਚੇਜ਼ ਐਗਰੀਮੈਂਟ ਆ, ਮੈਂ ਤਾਂ ਉਹ ਬੇਸਿਕਲੀ ਥੋਰੋਲੀ ਪੜ੍ਹੇ ਹੈਗੇ ਆ, ਥੋਰੋਲੀ ਜਿਹੜੇ ਐਕਸਪਰਟਸ ਹੈਗੇ ਉਹਨਾਂ ਨਾਲ ਡਿਸਕਸ ਕੀਤੇ ਆ, ਜਿਹੜੇ ਲੀਗਲ ਬੰਦੇ ਉਹਨਾਂ ਨਾਲ ਡਿਸਕਸ ਕੀਤੇ ਆ। ਔਰ ਇਹੋ ਜਿਹੇ ਗਲਤ ਬੇਸਿਕਲੀ ਇਹ ਪਾਵਰ ਪਰਚੇਜ਼ ਐਗਰੀਮੈਂਟ ਹੋਏ ਆ ਜਿਨ੍ਹਾਂ ਦਾ ਖਮਿਆਜਾ 25 ਸਾਲਾਂ ਲਈ, ਹਜੇ 7 ਸਾਲ ਹੋਏ ਆ, 18 ਸਾਲ ਸਾਨੂੰ ਹੋਰ ਭੁਗਤਣਾ ਪੈਣਾ। ਔਰ ਉਹ ਵੀ ਦੇਖੋ, ਜਦੋਂ ਸਾਨੂੰ ਬੇਸਿਕਲੀ ਸਾਡਾ 14,000 ਮੈਗਾਵਾਟ ਪੀਕ ਲੋਡ ਹੈਗਾ ਜਦੋਂ ਅੱਜ ਕੱਲ ਜਿਹੜਾ ਪੈਡੀ ਸੀਜ਼ਨ ਆ, ਲੇਕਿਨ ਅੱਜ ਦੀ ਤਰੀਕ ਦੇ ਵਿੱਚ ਵੀ ਕਿਸਾਨਾਂ ਨੂੰ 4-4.5 ਘੰਟੇ ਜਾਂ 5 ਘੰਟੇ ਬਿਜਲੀ ਮਿਲਦੀ ਹੈ। ਉਹਦਾ ਕੀ ਰੀਜ਼ਨ ਆ? ਜਦੋਂ ਅਸੀਂ ਕਮਿਟਡ ਹਾਂ ਵੀ 8 ਘੰਟੇ ਬਿਜਲੀ, ਕਿਉਂਕਿ ਸਾਡੇ ਦੋਨੇ ਜਿਹੜੇ ਪਾਵਰ ਪਲਾਂਟਸ ਹੈਗੇ ਆ, ਰਾਜਪੁਰੇ ਵਾਲਾ ਤੇ ਗੋਇੰਦਵਾਲ ਵਾਲਾ, ਇਹਦੇ ਆਲਮੋਸਟ ਇੱਕ ਦਾ 1 ਯੂਨਿਟ ਬੰਦ ਹੈ, ਇੱਕ ਦਾ 2 ਯੂਨਿਟ ਬੰਦ। ਇੱਕ ਨੂੰ 73 ਦਿਨ ਹੋ ਗਿਆ ਬੰਦ ਕੀਤਿਆਂ, ਇੱਕ ਨੂੰ 55 ਦਿਨ ਹੋ ਗਏ। ਲੇਕਿਨ ਅਨਫੋਰਚੂਨੇਟਲੀ ਇਹਨਾਂ ਤੇ ਕੋਈ ਪੈਨਲਟੀ ਕਲੌਜ਼ ਨਹੀਂ। ਇਹਨਾਂ ਤੇ ਇਹ ਕਿੰਨਾ ਚਿਰ ਜੇ ਪੀਕ ਲੋਡ ਦੇ ਵਿੱਚੋਂ ਬੰਦ ਹੀ ਰਹਿਣੇ ਆ ਤੇ ਫਿਰ ਸਾਨੂੰ ਪੀਕ ਲੋਡ 12 ਮਹੀਨੇ ਰੱਖਣ ਦੀ ਜ਼ਰੂਰਤ ਕੀ ਸੀ? ਸਾਨੂੰ ਤਾਂ ਚਾਹੀਦੇ 3 ਮਹੀਨੇ ਸੀ। ਕਿਉਂਕਿ ਇਹਦੇ ਵਿੱਚ ਏਡਾ ਵੱਡਾ, ਕਿਉਂਕਿ ਦੇਖੋ ਅੱਜ ਦੀ ਤਰੀਕ ਦੇ ਵਿੱਚ ਨਾ ਜੇ ਕਿਸੇ ਦੀ ਰੇਸ ਨੂੰ ਜਾਂ ਕਿਸੇ ਵੀ ਸੂਬੇ ਨੂੰ ਮਾਰਨਾ ਹੋਵੇ ਤਾਂ ਉਹਨੂੰ ਫਾਈਨੈਂਸ਼ੀਅਲੀ ਇਹੋ ਜਿਹਾ ਮਾਰ ਦਿਓ ਤੇ ਲੋਕਾਂ ਦੀ ਸੋਚ ਆਟੋਮੈਟਿਕਲੀ ਮਰ ਜੂਗੀ। ਔਰ ਇਹ ਸਾਰੇ ਰਲ ਮਿਲ ਕੇ ਬੇਸਿਕਲੀ ਫਾਈਨੈਂਸ਼ੀਅਲੀ ਇਹੋ ਜਿਹਾ ਲਾਸ ਕਰਨ ਦੇ ਹੈਗੇ ਆ।
ਦੇਖੋ ਹਰ ਸਾਲ ₹1.52 ਬਿਜਲੀ ਦੀ ਕੀਮਤ ਜਿਹੜੀ ਆ ਪਰ ਯੂਨਿਟ ਇਨਕਰੀਜ਼ ਹੋਣੀ ਆ ਜੀ। ਅੱਛਾ, ਇਹ ਇੰਡਸਟਰੀ ਦੀ ਗੱਲ ਕਰਦੇ ਆ ਤੇ ਮੈਨੂੰ ਐ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇੱਕ ਬਲਬ ਵੀ ਜਗਾਉਣਾ ਔਖਾ ਹੋ ਜਾਣਾ, ਔਰ ਉਹਦੇ ਉੱਤੇ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਆ ਉਹਦੇ ਉੱਤੇ ਸਾਨੂੰ ਹਰ ਸਾਲ 12,000 ਕਰੋੜ ਰੁਪਈਆ ਬਿਜਲੀ ਦੀ ਸਬਸਿਡੀ ਦਾ ਦੇਣਾ ਪੈਂਦਾ। ਲੇਕਿਨ ਜੇ ਅਸੀਂ ਹੁਣ ਕੇਜਰੀਵਾਲ ਜੀ ਆਏ, ਕਹਿੰਦੇ ਜੀ ਅਸੀਂ 200 ਦੀ ਜਗ੍ਹਾ 300 ਕਰ ਦੇਵਾਂਗੇ, ਬਿਜਲੀ ਦਾ ਸਾਰੇ ਬਿੱਲ ਮਾਫ ਕਰ ਦੇਵਾਂਗੇ। ਆਈ ਫੇਲ ਟੂ ਅੰਡਰਸਟੈਂਡ। ਮੈਂ ਇਹ ਨਹੀਂ ਕਹਿੰਦਾ ਵੀ ਇਹ ਰਿਵਿਊ ਨਹੀਂ ਹੋਣੇ ਚਾਹੀਦੇ, ਇਹ ਰਿਵਿਊ ਹੋਣੇ ਚਾਹੀਦੇ ਆ ਜਿਹੜੇ ਐਗਰੀਮੈਂਟਸ ਹੈਗੇ ਆ, ਬਟ ਐਟ ਦਾ ਸੇਮ ਟਾਈਮ ਆਪਾਂ ਹਮੇਸ਼ਾ ਹੀ ਪਿਛਲੇ ਨਾਲੋਂ ਅਗਲੇ ਪਾਸੇ ਅਸੀਂ ਕਹਿੰਦੇ ਆ ਵੀ ਦੇਵਾਂਗੇ, ਅਸੀਂ ਆ ਵੀ ਦੇਵਾਂਗੇ, ਅਸੀਂ ਆ ਵੀ ਦੇਵਾਂਗੇ। ਐਂਡ ਆਫ ਦਾ ਡੇ ਅਸੀਂ ਇਸ ਸਟੇਟ ਨੂੰ ਗਿਰਵੀ ਵਾਲੇ ਪਾਸੇ ਲਈ ਜਾਂਦੇ ਹਾਂ। ਅਸੀਂ ਲੋਕਾਂ ਨੂੰ ਬੇਸਿਕਲੀ ਇੱਧਰ ਨੂੰ ਤੋੜ ਲਿਆ ਵੀ ਹਾਂ ਵੀ ਅਸੀਂ ਤੁਹਾਨੂੰ ਆ ਵੀ ਫ੍ਰੀ ਦੇਵਾਂਗੇ, ਆ ਵੀ ਫ੍ਰੀ ਦੇਵਾਂਗੇ, ਔਰ ਉਹਦਾ ਨੈਟ ਰਿਜ਼ਲਟ ਇਹ ਨਿਕਲੂਗਾ ਕਿ ਬੰਦਾ ਕੰਮ ਕਰਨੋਂ ਹਟ ਜਾਊਗਾ, ਉਹਦੀ ਸੈਲਫ ਐਸਟੀਮ ਜਿਹੜੀ ਮਰ ਜਾਊਗੀ ਤੇ ਹੌਲੀ ਹੌਲੀ ਦੇਖੋ। ਅੱਛਾ, ਪਹਿਲਾ ਸਵਾਲ ਜੀ 2295 ਆਖਰੀ ਨੰਬਰ ਉਹਨੇ ਭੇਜਿਆ। ਉਹ ਕਹਿੰਦੇ ਵੀ ਕੇਜਰੀਵਾਲ ਨੂੰ ਪਹਿਲੀ ਵਾਰ ਇਹ 30 ਸੀਟਾਂ ਜਿਹੜੀਆਂ ਜਿਤਾ ਦਿੱਤੀਆਂ ਤੇ ਹੁਣ ਫੇਰ ਉਹ ਪੰਜਾਬੀਆਂ ਦੇ ਇਮੋਸ਼ਨਸ ਦੇ ਨਾਲ ਦੁਬਾਰਾ ਖੇਲ ਰਿਹਾ। ਇਹ ਗੱਲ ਸਹੀ ਹੈ ਜੀ? ਜਿਹੜਾ ਸਵਾਲ ਹੈ ਉਹ ਕਹਿੰਦੇ ਵੀ ਪੰਜਾਬੀਆਂ ਦੇ ਇਮੋਸ਼ਨਸ ਨਾਲ ਖੇਲ ਕੇ ਰਾਜਨੀਤਿਕ ਬੰਦੇ ਫਾਇਦਾ ਲੈਂਦੇ ਆ, ਇਹ ਗੱਲ ਸਹੀ? ਇਹ ਬਿਲਕੁਲ ਠੀਕ ਆ, ਕਿਉਂਕਿ ਪੰਜਾਬੀ ਇੱਕ ਇਮੋਸ਼ਨਲ ਦੇਸ਼ ਆ। ਦੇਖੋ ਇਹਦੇ ਵਿੱਚ ਲੋਕਾਂ ਦਾ ਵੀ ਬਹੁਤ ਵੱਡਾ ਮੈਂ ਕਿਸੇ ਨੂੰ ਵੀ ਇਹਦੇ ਤੋਂ ਬਾਹਰ ਨਹੀਂ ਰੱਖਦਾ, ਨਾ ਅਕਾਲੀ ਦਲ ਨੂੰ ਬਾਹਰ ਰੱਖਦਾ, ਨਾ ਕਾਂਗਰਸ ਨੂੰ ਬਾਹਰ ਰੱਖਦਾ ਤੇ ਨਾ ਆਮ ਆਦਮੀ ਪਾਰਟੀ ਨੂੰ ਬਾਹਰ ਰੱਖਦਾ ਜੀ। ਕਿਉਂਕਿ ਜੇ ਤੁਸੀਂ ਇਹਨਾਂ ਦੇ ਇਮੋਸ਼ਨਸ ਨਾਲ ਖੇਡੋਗੇ ਤੇ ਜੇ ਉਹ ਅਗਲੇ ਇਮੋਸ਼ਨਸ ਨਾਲ ਖੇਡਣ ਲਈ ਤਿਆਰ ਆ ਤਾਂ ਫਿਰ ਐਂਡ ਆਫ ਦਾ ਡੇ ਪੋਲੀਟੀਕਲ ਬੰਦੇ ਤਾਂ ਇਦਾਂ ਹੀ ਕਰਦੇ ਹੈਗੇ ਆ ਜਾਂ ਇਦਾਂ ਹੀ ਕਰਦੇ ਰਹਿਣਗੇ। ਕਿਉਂਕਿ ਕਿਸੇ ਵੀ ਦੇਸ਼ ਦਾ ਜਾਂ ਕਿਸੇ ਵੀ ਸੂਬੇ ਦੇ ਜਿਹੜਾ ਸਿਸਟਮ ਹੁੰਦਾ ਉਹ ਲੋਕਾਂ ਦੇ ਥਾਟ ਪ੍ਰੋਸੈਸ ਦਾ ਆਈਨਾ ਹੁੰਦਾ ਤੇ ਜਿਹੋ ਜਿਹਾ ਫਿਰ ਲੋਕੀ ਸੋਚਦੇ ਆ ਫਿਰ ਵੀ ਉਹੋ ਜਿਹਾ ਲੀਡਰ ਕਹਿਣ ਲੱਗ ਪੈਂਦੇ ਆ ਤਾਂ ਫਿਰ ਬੇਸਿਕਲੀ ਲੀਡਰਾਂ ਨੂੰ ਤੇ ਗੱਲ ਸੌਖੀ ਆ, ਪੋਲੀਟੀਕਲ ਪਾਰਟੀਆਂ ਨੂੰ ਵੀ ਸੌਖੀ ਆ। ਅੱਛਾ ਜੀ, ਸਵਾਲ ਇੱਕ ਅਗਲਾ ਰਵੀ ਗਰੇਵਾਲ ਉਹਨਾਂ ਨੇ ਕੀਤਾ ਹੈ। ਉਹ ਕਹਿੰਦੇ ਜਦ ਤੁਸੀਂ ਇਕੱਠੇ ਹੋਏ ਸੀ ਪਿਛਲੀਆਂ ਇਲੈਕਸ਼ਨ ਦੇ ਵੇਲੇ, ਤੁਸੀਂ ਨਵਜੋਤ ਸਿੱਧੂ ਤੇ ਬੈਂਸ ਤੇ ਕੈਪਟਨ ਟਾਂਗਾ ਪਾਰਟੀ ਤੁਹਾਨੂੰ ਕਹਿੰਦਾ ਸੀ, ਉਹ ਖਿਲਾਰੇ ਦਾ ਕੀ ਕਾਰਨ ਜੇ ਹੁਣ ਤੁਸੀਂ ਫੇਰ ਕੋਸ਼ਿਸ਼ ਕਰ ਰਹੇ ਹੋ? ਫਿਰ ਤੁਹਾਡੇ ਜਿਹੜੇ ਮਨ ਵਾਲੇ ਬੰਦੇ ਨੇ ਉਹ ਤੁਹਾਡੇ ਨਾਲ ਜੁੜਨ ਲਈ ਤਿਆਰ ਨੇ ਜੇ ਪਰਾਂ ਹੁੰਦੇ ਹੋ? ਦੇਖੋ ਅਸੀਂ ਬੇਸਿਕਲੀ ਉਦੋਂ ਫਰੰਟ ਬਣਾਇਆ ਸੀ, ਉਹਦੇ ਪਿਛਲੇ ਪਾਸੇ ਆਈਡੀਆ ਇਹ ਸੀ ਕਿ ਪੰਜਾਬ ਦਾ ਹੌਲੀ ਹੌਲੀ ਇੱਕ ਐਸਟੈਬਲਿਸ਼ਡ ਸਿਸਟਮ ਆਪਣਾ ਬਣੇ ਜੀ। ਪਰ ਉਹਦੇ ਵਿੱਚ ਅਨਫੋਰਚੂਨੇਟਲੀ ਜਿਹੜੇ ਬੈਸ ਬ੍ਰਦਰ ਸੀਗੇ ਸਾਨੂੰ ਦੱਸੇ ਤੋਂ ਬਿਨਾਂ ਹੀ ਜਿਹੜਾ ਉਹ ਆਪ ਵਾਲਿਆਂ ਨਾਲ ਸਮਝੌਤਾ ਕਰ ਲਿਆ ਤੇ 6 ਸੀਟਾਂ ਲੈ ਗਏ। ਅੱਛਾ, ਉਹਦੇ ਵਿੱਚ ਫਿਰ ਹੋਰ ਕੋਈ ਸਾਡੇ ਕੋਲ ਬੇਸਿਕਲੀ ਲੰਮੀ ਚੌੜੀ ਚੋਇਸ ਵੀ ਹੈ ਨਹੀਂ ਸੀ। ਉਹਨਾਂ ਸਰਕਮਸਟੈਂਸਸ ਦੇ ਵਿੱਚ ਅਸੀਂ ਇਹ ਦੇਖਿਆ ਤੇ ਇਹਨਾਂ ਚੋਂ ਜੇ ਬੈਸਟ ਪੋਸੀਬਲ ਵੇ ਹੈਗਾ ਤਾਂ ਆਹ ਹੀ ਆ। ਤੇ ਕੈਪਟਨ ਅਮਰਿੰਦਰ ਸਿੰਘ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸਮੇਂ ਤੇ ਜਿਹੜੇ ਲੋਕ ਆ ਲੂਜ਼ ਗੱਲਾਂ ਕਰਦੇ ਰਹਿੰਦੇ ਆ ਜਸਟ ਟੂ ਉਸ ਸਮੇਂ ਦੇ ਗੇਨ ਕਰਨ ਲਈ, ਬਟ ਉਹ ਸਾਰੀ ਉਮਰ ਜਿਹੜੀਆਂ ਕਈ ਚੀਜ਼ਾਂ ਆ ਉਹ ਤੁਹਾਡੇ, ਕਿਉਂਕਿ ਜਦੋਂ ਤੁਸੀਂ ਬਹੁਤ ਵੱਧ ਘੱਟ ਬੋਲੇ ਹੁੰਦੇ ਆ, ਲੂਜ਼ ਗੱਲਾਂ ਕੀਤੀਆਂ ਹੁੰਦੀਆਂ ਜੀ, ਤੇ ਉਹ ਅਲਟੀਮੇਟਲੀ ਸਿਸਟਮ ਦਾ ਨੁਕਸਾਨ ਹੀ ਕਰਦੀਆਂ ਜਾਂ ਤੁਹਾਡੀ ਪਰਸਨੈਲਿਟੀ ਦਾ ਨੁਕਸਾਨ ਹੀ ਕਰਦੀਆਂ। ਉਹ ਸਿਸਟਮ ਨੂੰ ਤਾਂ ਕੁਛ ਨਹੀਂ ਦਿੰਦੀਆਂ, ਕਿਉਂਕਿ ਦੇਖੋ ਜਦੋਂ ਪਰਸਨੈਲਿਟੀ ਕਲੈਸ਼ ਹੁੰਦੇ ਆ ਉਦੋਂ ਸਿਸਟਮ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦਾ। ਬਿਲਕੁਲ ਠੀਕ ਹੈ। ਪਰ ਸਾਨੂੰ ਪਰਸਨੈਲਿਟੀਜ਼ ਨੂੰ ਛੱਡ ਕੇ ਬੇਸਿਕਲੀ ਸਿਸਟਮ ਨੂੰ ਸਟਰੋਂਗ ਕਰਨ ਦੀ ਜ਼ਰੂਰਤ ਹੈ, ਕਿਉਂਕਿ ਦੁਨੀਆ ਦੇ ਉੱਤੇ ਜਿੱਥੇ ਵੀ ਕੰਮ ਹੋਇਆ ਉਹ ਵੀ ਦਿਸਣ ਲੱਗ ਪੈਂਦਾ, ਜਿੱਥੇ ਸਿਰਫ ਗੱਲਾਂ ਹੋਈਆਂ ਉਹ ਵੀ ਦਿਸਣ ਲੱਗ ਪੈਂਦੀਆਂ ਜੀ। ਸਵਾਲ ਅਗਲੇ ਫਿਰ ਗੱਲਾਂ ਸਾਡੇ ਵੱਧ ਕਰਦੇ ਆ। ਅਗਲਾ ਸਵਾਲ ਜੀ ਸ਼ਾਹ ਹਰਪ੍ਰੀਤ ਸਿੰਘ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਪ੍ਰਗਟ, ਸਤਿ ਸ਼੍ਰੀ ਅਕਾਲ। ਸੁਣ ਰਹੇ ਨੇ ਜੀ, ਸੁਣ ਰਹੇ ਨੇ। ਹਾਂਜੀ ਪ੍ਰਗਟ, ਮੈਂ ਜਲੰਧਰ ਤੋਂ ਆ ਤੇ ਮੈਂ ਸਪੋਰਟਸ ਦਾ ਸਵਾਲ ਪੁੱਛਣਾ ਚਾਹੁੰਦਾ ਕਿ ਮੇਰੀ ਬਹੁਤ ਇੱਛਾ ਕਿ ਮੈਂ ਸਪੋਰਟਸਮੈਨ ਆਪ ਹੀ ਰਿਹਾ, ਜਲੰਧਰ 'ਚ ਇੱਕ ਵਰਲਡ ਕਲਾਸ ਟ੍ਰੇਡਿੰਗ ਹੋਵੇ, ਉਹਦੇ ਵਾਸਤੇ ਤੁਸੀਂ ਕੁਝ ਕਰੋ, ਤੁਸੀਂ ਹੀ ਕਰ ਸਕਦੇ ਹੋ। ਨਹੀਂ ਤਾਂ ਪਹਿਲਾਂ ਪੰਜਾਬ ਐਵਰੀ ਟਾਈਮ ਨੰਬਰ 1, ਐਥਲੈਟਿਕਸ, ਬਾਸਕਟਬਾਲ, ਵਾਲੀਬਾਲ, ਹਰ ਚੀਜ਼ ਨੰਬਰ 1।
ਹੁਣ ਉਹਨੂੰ ਰਿਵਾਈਵ ਕਰਨ ਵਾਸਤੇ ਪੋਲਿਟਿਕਸ ਦੇ ਮੈਂ ਨਹੀਂ ਜਾਣਾ ਚਾਹੁੰਦਾ, ਬਿਕੋਜ਼ ਤੁਸੀਂ ਦੇਖ ਲਓ ਵੀ ਤੁਹਾਡੇ ਕਰਕੇ ਬੰਦੇ ਨੂੰ ਵੀ ਕਿੰਨਾ ਕੁਛ ਕੀਤਾ ਜਾ ਰਿਹਾ ਵੀ ਇੱਦਾਂ ਦੇ ਬੰਦੇ ਅੱਗੇ ਨਹੀਂ ਆ ਸਕਦੇ ਤੇ ਅੱਗੇ ਕੌਣ ਆਊਗਾ। ਪੁੱਛਦੇ ਹਾਂ ਜੀ, ਸਵਾਲ ਪੁੱਛ ਲਓ ਜੀ। ਦੂਸਰਾ ਸਵਾਲ ਵੀ ਨਾਲ ਆਪਾਂ ਲੈ ਲਈਏ ਜੀ। ਪ੍ਰਭਜੋਤਪਾਲ ਸਿੰਘ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ ਸਿੰਘ ਸਾਹਿਬ, ਮੇਰਾ ਸਵਾਲ ਇਹੋ ਹੈਗਾ ਵੀ ਜਿੱਥੇ ਗੱਲ ਆਪਾਂ ਨੂੰ ਪਤਾ ਆ ਵੀ ਜਿਹੜੇ ਰਾਜਨੀਤਿਕ ਆ ਭਾਵੇਂ ਪੰਜਾਬ ਦੇ ਉਹ ਨਹੀਂ ਇਮਾਨਦਾਰ ਹੈ, ਬਹੁਤ ਕੰਮ ਨਹੀਂ ਕਰਦੇ, ਪਰ ਕੀ ਸੈਂਟਰ ਤੋਂ ਸੈਂਟਰ ਦੇ ਨਾਲ ਰਹਿੰਦੇ ਆ ਦਿੱਲੀ ਦੀਆਂ ਨੀਤੀਆਂ ਦੇ ਥੱਲੇ ਚੱਲਦੇ ਆ ਪੰਜਾਬ ਦਾ ਭਲਾ ਹੋ ਸਕਦਾ ਹੈ ਕਿ ਇਹਦੇ ਵਿੱਚ ਜ਼ਿਆਦਾ ਜਿਹੜਾ ਯੋਗਦਾਨ ਸੈਂਟਰ ਦਾ ਨਹੀਂ ਹੈਗਾ, ਜਿਹੜਾ ਜੋ ਕੁਝ ਪੰਜਾਬ ਦੇ ਹਾਲਾਤ ਹੈਗੇ ਆ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਇੱਕ ਹੋਰ ਲੈ ਲਈਏ ਸਵਾਲ। ਕੈਲੇ ਸਾਹਿਬ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਜਿਵੇਂ ਭਾਜੀ ਕਹਿ ਰਹੇ ਆ ਮਤਲਬ ਬਈ ਪਰਸਨੈਲਿਟੀ ਕਰਾਈ ਹੈ, ਉਹ ਕਈ ਗੱਲਾਂ ਜਿਵੇਂ ਸਾਡੇ ਆਮ ਵੋਟਰ 70-75% ਪੰਜਾਬ ਦੇ ਉਹਨਾਂ ਦੇ ਸਿਰ ਤੋਂ ਲੰਘ ਜਾਂਦੀ ਹੈ ਪਰਸਨੈਲਿਟੀ ਕੀ ਹੁੰਦੀ ਤੇ ਕ੍ਰੈਸ਼ ਕੀ ਹੁੰਦਾ। ਲੋਕਾਂ ਨੂੰ ਚਾਹੀਦਾ ਇੱਕ ਮੇਨ ਨਿੱਕੀ ਜਿਹੀ ਗੱਲ ਹੀ ਹੈ ਜਿਹਦੇ ਉੱਤੇ 1 ਰੁਪਈਆ ਵੀ ਲੱਗਣਾ, ਵੀ ਕਹਿ ਦੇਣ ਜਿਹੜਾ ਬੰਦਾ ਕਰਪਸ਼ਨ ਕਰੂਗਾ ਘਰੇ ਤੋੜ ਦੇਣਾ, ਮਤਲਬ ਲੋਕਾਂ ਦੀ ਅੱਧੀ ਜਾਨ ਤਾਂ ਇਸੇ ਗੱਲ ਤੇ ਸਖਾਲੀ ਹੋ ਜਾਣੀ ਹੈ। ਕੀ ਨਹੀਂ ਕਰੂਗਾ ਕੈਲੇ ਸਾਹਿਬ? ਕੀ ਨਹੀਂ ਕਰੂਗਾ? ਘਰੇ ਭੇਜ ਦੇਣਾ। ਕੀ ਨਹੀਂ ਕਰੂਗਾ? ਕਰਪਸ਼ਨ ਬਸ ਠੀਕ ਹੈ ਜੀ। 1 ਰੁਪਈਆ ਨਹੀਂ ਲੱਗਣਾ ਕਰਪਸ਼ਨ ਗੌਰਮੈਂਟ ਦਾ, ਸਿਰਫ ਕਰਪਸ਼ਨ ਖਤਮ ਹੋ ਜਾਏ ਪੰਜਾਬ ਦੇ ਵਿੱਚੋਂ, ਉਹੀ ਬਹੁਤ ਵੱਡੀ ਗੱਲ ਹੈ। ਨੰਬਰ 2 ਤੇ ਜਿਵੇਂ ਹੁਣ ਕਾਂਗਰਸ ਦੇ ਵਿੱਚ ਮੈਂ ਵੇਖਿਆ ਜਿਵੇਂ 117 ਮਤ 2-4 ਛੱਡ ਕੇ ਤਕਰੀਬਨ ਸਾਰੇ ਮਤ ਏਦਾਂ ਦੇ ਆ, ਕੋਈ ਕਿਸੇ ਦਾ ਕਰਪਸ਼ਨ ਨੰਗੀ ਹੋ ਗਈ ਆ, ਜਿਹੜਾ ਬਚਿਆ ਉਹ ਹੀ ਹੈ, ਜਿਹੜਾ ਨਹੀਂ ਫੜਿਆ ਗਿਆ ਉਹਨੂੰ ਆਪਾਂ ਕਹਿੰਦੇ ਇਮਾਨਦਾਰ ਹੈ। ਸੋ ਮਤਲਬ ਜਿਹੜੇ ਹੁਣ ਆਮ ਆਦਮੀ ਪਾਰਟੀ ਵਾਲੇ ਆ ਉਹ ਸਾਰੇ ਦੇ ਸਾਰੇ ਬੰਦੇ ਨਵੇਂ ਹੀ ਆਉਣੇ ਆ ਵਿੱਚੋਂ, ਜੇ ਦੂਜੀਆਂ ਪਾਰਟੀਆਂ ਦੇ ਨਾਂ ਲੈਣ, ਮਤਲਬ ਜੇ ਕਾਂਗਰਸ ਦੇ ਵਿੱਚ ਰਹਿ ਕੇ ਆਪਦਾ ਝੰਡਾ ਚੱਕਦੇ ਨਵਜੋਤ ਸਿੱਧੂ ਨੂੰ ਅੱਜ ਕਾਂਗਰਸ ਵਾਲੇ। ਚਲੋ ਜੀ ਸਵਾਲ ਪੁੱਛਦੇ ਹਾਂ ਕਾਲੇ ਸਾਹਿਬ, ਇੰਨਾ ਸਮਾਂ ਨਹੀਂ। ਅੱਛਾ ਸਰਾਰ ਜੀ, ਪਹਿਲਾ ਸਵਾਲ ਸੀ ਵੀ ਤੁਹਾਡੇ ਕੋਈ ਵੱਡੀ ਫੈਸਿਲਿਟੀ ਜਲੰਧਰ ਦੇ ਵਿੱਚ ਬਣ ਜਾਵੇ ਸਟੇਡੀਅਮ। ਹਰਪ੍ਰੀਤ ਸਿੰਘ ਉਹਨਾਂ ਨੇ, ਸਰ ਪ੍ਰਭਜੋਤਪਾਲ ਸਿੰਘ ਉਹਨਾਂ ਨੇ ਇਹ ਗੱਲ ਕੀਤੀ ਕਿ ਸੈਂਟਰ ਦਾ ਕੰਟਰੋਲ ਬਹੁਤ ਆ, ਕੀ ਸੈਂਟਰ ਦੇ ਸਿਸਟਮ 'ਚ ਰਹਿ ਕੇ ਪੰਜਾਬ ਦਾ ਭਲਾ ਹੋ ਸਕਦਾ ਹੈ? ਨੰਬਰ 2। ਨੰਬਰ ਤੀਜੀ ਕਰਪਸ਼ਨ। ਕੈਲੇ ਸਾਹਿਬ ਨੇ ਕਿਹਾ ਜਿਹੜੀ ਵੀ ਕਰਪਸ਼ਨ ਕਿਵੇਂ ਖਤਮ ਹੋ ਸਕਦੀ ਹੈ, ਇਹਦੇ ਹਿਸਾਬ ਨਾਲ ਹੀ ਹਰਮੇਲ ਸਿੰਘ ਬਰਾੜ ਵਿਨੀਪੈਗ ਤੋਂ ਪੁੱਛਦੇ ਆ, ਜਿਵੇਂ ਸਾਡੇ ਇੱਥੇ ਰੂਲ ਹੈ ਕਿ ਕ੍ਰਾਈਮ ਨਾਲ ਕਮਾਈ ਕੀਤੀ ਹੋਈ ਕ੍ਰਾਈਮ ਨਾਲ ਉਹਨੂੰ ਸਰਕਾਰਾਂ ਜ਼ਬਤ ਕਰਦੀਆਂ ਨੇ, ਕੀ ਅਜਿਹਾ ਕੁਝ ਪੰਜਾਬ 'ਚ ਵੀ ਹੋ ਸਕਦਾ ਹੈ? ਤਿੰਨੇ ਸਵਾਲ ਨੇ ਜੀ। ਦੇਖੋ ਜਿਹੜੀ ਤਾਂ ਹੈਗੀ ਆ ਕੋਈ ਵੱਡੀ, ਮੈਂ ਕੋਸ਼ਿਸ਼ ਇਹ ਕਰ ਰਿਹਾ ਕਿ ਕੋਈ ਡਿਫੈਂਸ ਅਕੈਡਮੀ ਜਿਹੜੀ ਆ ਉਹ ਖਾਸ ਕਰਕੇ ਸਾਡੇ ਜਿਹੜਾ ਯੂਥ ਆ ਉਹਦੇ ਜੌਬਸ ਪ੍ਰਤੀ ਜਿਹੜਾ ਉਹਨੂੰ ਅਸੀਂ ਟ੍ਰੇਨਡ ਕਰੀਏ ਬੱਚਿਆਂ ਨੂੰ। ਕਈ ਵਾਰੀ ਬੱਚੇ ਬੇਸਿਕਲੀ ਇਹਨਾਂ ਟ੍ਰੇਨਿੰਗ ਤੋਂ ਹੀ ਰਹਿ ਜਾਂਦੇ ਆ। ਉਹ ਮੇਰੀ ਇੱਕ ਕੋਸ਼ਿਸ਼ ਹੈਗੀ ਆ ਗਵਰਨਮੈਂਟ ਆਫ ਇੰਡੀਆ ਨਾਲ ਕਾਫੀ ਚਿਰ ਤੋਂ ਮੋਬਾਈਲਿੰਗ ਕਰ ਰਿਹਾ ਹੈਗਾ ਵੀ ਤਾਂ ਕਿ ਸਾਨੂੰ ਜੇ ਅਕੈਡਮੀ ਮਿਲ ਜਾਵੇ ਤਾਂ ਉਹਦੇ ਨਾਲ ਸਾਡਾ ਕਾਫੀ ਯੂਥ ਜਿਹੜਾ, ਕਿਉਂਕਿ ਮੈਂ ਇਹ ਸਾਰੀ ਡਿਟੇਲ ਕਢਾਈ ਸੀ ਵੀ ਹਜੇ ਵੀ 10,000 ਯੂਥ ਜਿਹੜਾ ਔਰ ਇਹ ਲਗਭਗ 1,000 ਲੈਫਟੀਨੈਂਟ ਕੈਪਟਨ ਦੀਆਂ ਪੋਸਟਾਂ ਪੰਜਾਬ ਦੇ ਕੋਟੇ ਦੀਆਂ ਖਾਲੀ ਪਈਆਂ ਹੈਗੀਆਂ, ਜਿਨ੍ਹਾਂ ਨੂੰ ਕਿ ਸਾਡੀ ਜਿਹੜਾ ਫਿਜ਼ੀਕਲ ਪੈਰਾਮੀਟਰਸ ਆ ਉਹ ਅਸੀਂ ਕੁਆਲੀਫਾਈ ਨਹੀਂ ਕਰਦੇ, ਇਸ ਕਰਕੇ ਸਾਡੇ ਉਹ ਫਿਲ ਨਹੀਂ ਹੋ ਰਹੀਆਂ। ਸੋ ਮੇਰਾ ਇਹ ਕੋਸ਼ਿਸ਼ ਹੈਗੀ ਆ ਵੀ ਇਹਦੇ ਵਿੱਚ ਇੱਕ ਅਸੀਂ ਡਿਫੈਂਸ ਅਕੈਡਮੀ ਤੇ ਲੈ ਸਕੀਏ, ਕਿਉਂਕਿ ਗਵਰਨਮੈਂਟ ਆਫ ਇੰਡੀਆ ਨਾਲ ਇਹ ਬੇਸਿਕਲੀ ਟਾਈ ਅਪ ਹੋਇਆ ਹੈਗਾ ਤੇ ਕਿਉਂਕਿ ਉਹ ਸਾਲ ਕੁ ਹੋ ਗਿਆ ਜਦੋਂ ਦਾ ਫੋਗਿਆ ਉਦੋਂ ਦਾ ਸਟਕ ਹੋਇਆ, ਨਹੀਂ ਤਾਂ ਮੈਂ ਆਲਮੋਸਟ ਇਹਨੂੰ ਨੇੜੇ ਲੈ ਗਿਆ ਸੀ। ਅੱਛਾ ਜੀ। ਕੋਸ਼ਿਸ਼ ਹੈਗੀ ਆ ਵੀ ਇਹਨੂੰ, ਤੇ ਜਿਹੜਾ ਦੂਸਰਾ ਸਾਡਾ ਪਿੰਡ ਹਸਪੀਟਲ ਆ ਵੀ ਇਹਨੂੰ ਜੇ ਕਨਵਰਟ ਕਰ ਦਈਏ ਏਮਸ ਦੇ ਵਿੱਚ, ਕਿਉਂਕਿ ਬਿਲਡਿੰਗ ਹੈਗੀ ਆ ਲੇਕਿਨ ਸਾਡੇ ਕੋਲ ਲੋਕਲ ਲੈਵਲ ਤੇ ਚਲਾਇਆ ਨਹੀਂ ਜਾ ਸਕਦਾ। ਬਿਲਡਿੰਗ ਬਹੁਤ ਵਧੀਆ 1,000-1,500 ਕਰੋੜ ਰੁਪਈਆ ਵੀ ਸਰਕਾਰ ਦਾ ਆ। ਇਹ ਦੋ ਚੀਜ਼ਾਂ ਹੋ ਜਾਣਗੀਆਂ ਇਹਦੇ ਨਾਲ। ਇੱਕ ਤਾਂ ਜਿਹੜੀ ਸਾਡੀ ਖਾਸ ਕਰਕੇ ਹੈਲਥ ਵਾਲੇ ਐਂਗਲ ਤੋਂ ਜਿਹੜੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੁੱਟ ਖਸੁੱਟ ਆ ਉਹਦੇ ਚੋਂ ਨਿਜਾਤ ਮਿਲ ਜੂਗੀ। ਇੱਕ ਸੁਪਰ ਸਪੈਸ਼ਲਿਟੀ ਸਾਡੇ ਇਸ ਏਰੀਏ ਜਿਹੜੀ ਹੈਗੀ ਉਹ ਡਿਵੈਲਪ ਹੋ ਜੂਗੀ। ਤੇ ਦੂਜਾ ਇਹ ਹੈ ਕਿ ਜਿਹੜੇ ਰਿਲੇਟਡ ਨਾਲੇ ਸਾਡੇ ਜੌਬ ਮਿਲ ਜੂਗੀ ਤੇ ਨਾਲੇ ਉਹ ਜਦੋਂ ਫਿਜ਼ੀਕਲ ਟ੍ਰੇਨਿੰਗ ਕਰਕੇ ਉੱਥੇ ਜਾਣਗੇ ਜੇ ਆਰਮੀ ਦੇ ਵਿੱਚ ਨਹੀਂ ਵੀ ਮਿਲੂ ਤੇ ਹੋਰ ਕਈ ਪੈਰਾਮਿਲਟਰੀ ਫੋਰਸਿਸ ਜਾਂ ਅਦਰ ਫੋਰਸਿਸ ਹੈਗੀਆਂ ਜਿੱਥੇ ਅਸੀਂ ਉਹਨਾਂ ਨੂੰ ਜੌਬ ਦਿਵਾ ਸਕਾਂਗੇ। ਕੁਛ ਨਾ ਕੁਛ ਜਿਹੜਾ ਬੋਝ ਆ ਜਿਹੜਾ ਪੇਰੈਂਟਸ ਦਾ ਉਹ ਸ਼ਿਫਟ ਹੋਊਗਾ ਟੁਵਰਡ ਯੂਥ ਤੇ ਯੂਥ ਜਿਹੜਾ ਉਹ ਮੋਟੀਵੇਟ ਹੋਊਗਾ ਜੀ। ਇਹ ਤਾਂ ਹੈਗੇ ਸਾਡੇ ਬੇਸਿਕਲੀ ਜਿਹੜੇ ਮੇਨ ਜਿਹੜੇ ਜਲੰਧਰ ਦੇ ਇਸ਼ੂਜ਼ ਹੈ ਜੀ ਜੀ। ਤੇ ਦੂਸਰਾ ਗੱਲ ਇਹ ਆ ਕਿ ਦੇਖੋ ਜਿਹੜੀ ਕਰਪਸ਼ਨ ਆ ਉਹ ਕਰਪਸ਼ਨ ਆਪਾਂ ਕਹੀਏ ਕਿ ਓਵਰਨਾਈਟ, ਦੇਖੋ ਸਾਡਾ ਜਿਹੜਾ ਸਰਕਾਰੀ ਸਿਸਟਮ ਆ ਤੇ ਪੋਲੀਟੀਕਲ ਸਿਸਟਮ ਆ ਉਹਦੇ ਵਿੱਚ ਕਰਪਸ਼ਨ ਇੱਕ ਨਵਾਂ ਫੈਕਟਰ ਹੈਗਾ।
ਅੱਛਾ, ਇਹ ਬੇਸਿਕਲੀ ਇਹ ਨਹੀਂ ਹੈ ਕਿ ਗਰੀਬ ਬੰਦਾ ਕਰਪਸ਼ਨ ਕਰਦਾ, ਇਹ ਨਹੀਂ ਹੈ ਕਿ ਬੰਦਾ ਕਰਪਸ਼ਨ ਕਰਦਾ। ਤੁਹਾਡੀ ਸੁਸਾਇਟੀ ਦੇ ਐਥਿਕ ਹੈਗੀ ਆ, ਜਦੋਂ ਵੀ ਸੁਸਾਇਟੀ ਦੀ ਤਰਜੀਹ ਦੇਣ ਲੱਗ ਪਵੇ ਸੁਸਾਇਟੀ, ਇਹਦਾ ਮਤਲਬ ਐਥੀਕਲ ਪੈਰਾਮੀਟਰ ਉਹ ਜੁੜੀ ਜਾਂਦੀ ਹੈ। ਟੂਬਰ ਚੇਂਜ ਨਹੀਂ ਹੋ ਸਕਦੀ। ਮੈਂ ਕਹਾਂ ਕਿ ਤੁਸੀਂ ਕਿਉਂਕਿ ਇਹਦੇ ਵਿੱਚ ਮੈਂ ਬਹੁਤ ਸਰ ਸਾਹਿਬ ਤੁਹਾਡੀ ਆਵਾਜ਼ 'ਚ ਡਿਸਟਰਬੈਂਸ ਆ ਰਹੀ ਹੈ ਜੀ, ਪਲੀਜ਼। ਜਾਂ ਤਾਂ ਟਰੈਵਲ ਕਰ ਰਹੇ ਹੋ ਤੁਸੀਂ, ਮਾੜਾ ਜਿਹਾ ਦੇਖਿਓ ਜੇ ਰੂਮ ਦੇ ਵਿੱਚੋਂ ਤਾਂ ਇੱਧਰ ਉੱਧਰ ਹੋਇਓ ਮਾੜਾ ਜਿਹਾ, ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ ਜੀ, ਟੁੱਟ ਰਹੀ ਹੈ। ਮੈਂ ਤਾਂ ਹਾਂਜੀ ਹੁਣ ਠੀਕ ਹੈ ਜੀ, ਠੀਕ ਹੈ ਹੁਣ ਠੀਕ ਹੈ ਜੀ ਹੁਣ ਜੀ। ਸੋ ਉਹ ਜਿਹੜੀ ਆ ਬੇਸਿਕਲੀ ਉਹਦੇ ਤੇ ਸਾਨੂੰ ਸਟ੍ਰਿਕਟ ਮੇਜਰ ਲੈਣੇ ਪੈਣਗੇ ਜੀ। ਉਹਨੂੰ ਬੇਸਿਕਲੀ ਕੁਛ ਵੀ ਕਰਨਾ ਪਊਗਾ। ਹਰ ਜਿਹੜੀ ਸਾਡੀ ਜੌਬ ਆ ਉਹਦੇ 5-5 7 ਮੋਸਟ ਕਰਪਟ ਜਿਹੜੇ ਡਿਪਾਰਟਮੈਂਟਸ ਦੇ ਬੰਦੇ ਆ ਉਹਨਾਂ ਨੂੰ ਕੱਢ ਕੇ ਡਿਸਮਿਸ ਕਰਨਾ ਪਊਗਾ। ਔਰ ਇਹ ਤਾਂ ਹੀ ਹੋ ਸਕਦਾ ਜੇ ਟੌਪ ਲੈਵਲ ਤੇ ਪੋਲੀਟੀਕਲ ਵਿਲ ਹੋਵੇ, ਪੋਲੀਟਿਕਲ ਬੰਦੇ ਵੀ ਇਸ ਗੱਲ ਨੂੰ ਜਿਹੜਾ ਮਹਿਸੂਸ ਕਰਨ। ਅੱਛਾ ਨਾਲ ਜੀ, ਵੀ ਸੈਂਟਰ ਸਾਡਾ ਭਲਾ ਨਹੀਂ ਚਾਹੁੰਦੀ ਪੰਜਾਬ ਦਾ, ਉਹਦਾ ਅਲਟਰਨੇਟਿਵ ਫਿਰ ਕੀ ਹੋ ਸਕਦਾ? ਦੇਖੋ ਸਾਨੂੰ ਡਿਪਲੋਮੈਟਿਕ ਜਿਹੜੀਆਂ ਚਾਹੀਆਂ ਪਿਆ, ਦੇਖੋ ਸਾਨੂੰ ਬੇਸਿਕਲੀ ਤਾਂ ਚਾਹੀਦੀ ਆ ਪੰਜਾਬ ਸੈਂਟਰਿਕ ਪਾਰਟੀ। ਦੇਖੋ ਜਿਹੜਾ ਵੀ ਸਾਨੂੰ ਆਉਂਦਾ ਹੈਗਾ ਬੇਸਿਕਲੀ ਜਦੋਂ ਉਹ ਦਿੱਲੀੋਂ ਚੱਲਦੀ ਪਾਰਟੀ ਹੈਗੀ ਆ, ਉਹਨੇ ਬੇਸਿਕਲੀ ਹਰਿਆਣੇ ਦੀ ਗੱਲ ਵੀ ਕਰਨੀ ਆ, ਉਹਨੇ ਦਿੱਲੀ ਦੀ ਵੀ ਗੱਲ ਕਰਨੀ ਆ, ਜੇ ਕਿਸੇ ਹੋਰ ਸੂਬਿਆਂ 'ਚ ਹੋਈ ਉਹਦੀ ਵੀ ਕਰਨੀ ਆ। ਲੇਕਿਨ ਉਹ ਅਕਾਲੀ ਦਲ ਉਹਦੀ ਭਰਪਾਈ ਕਰਦਾ ਸੀ, ਪਰ ਜਿੰਨਾ ਚਿਰ ਉਹ ਅਕਾਲੀ ਦਲ ਸੀ ਉਨਾ ਚਿਰ ਭਰਪਾਈ ਕਰਦਾ ਰਿਹਾ। ਪਰ ਹੁਣ ਅਕਾਲੀ ਦਲ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਤੇ ਉਹਨਾਂ ਵਿੱਚ ਮੂਲਤਾਨੀਆਂ ਦੁਨੀਆਂ ਆ ਗਈਆਂ। ਸੋ ਉਹ ਨੁਕਸਾਨ ਹੈਗਾ ਪੰਜਾਬ ਦਾ। ਇਸ ਕਰਕੇ ਸਾਡਾ ਜਿਹੜਾ ਪ੍ਰਾਇਮਰੀਲੀ ਹੈਗਾ ਕਿ ਜੇ ਪੰਜਾਬ ਸੈਂਟਰਿਕ ਪਾਰਟੀ ਹੋਵੇ ਤਾਂ ਅਸੀਂ ਸਿਰਫ ਆਪਣੇ ਸੂਬੇ ਦੀ ਗੱਲ ਕਰੀਏ, ਆਪਣੇ ਇਸ਼ੂਜ਼ ਦੀ ਗੱਲ ਕਰੀਏ ਤੇ ਉਹਦੇ ਤੇ ਸਟੈਂਡ ਕਰੀਏ। ਲੇਕਿਨ ਆਪਾਂ ਜੇ ਕਹੀਏ ਵੀ ਆਪਾਂ ਨੂੰ ਉਹਦੇ ਨਾਲ ਗਵਰਨਮੈਂਟ ਆਫ ਇੰਡੀਆ ਨਾਲ ਵੀ ਆਪਾਂ ਕਹੀਏ ਕਿ ਉਹਨਾਂ ਨਾਲ ਰਾਬਤਾ ਹੀ ਨਹੀਂ ਰੱਖਣਾ, ਕਿਉਂਕਿ ਬਹੁਤ ਸਾਰੇ ਇੱਦਾਂ ਦੇ ਟੈਕਸ ਹੈਗੇ ਆ ਜਿਹੜੇ ਫੈਡਰਲ ਸਟਰਕਚਰ ਦੇ ਵਿੱਚੋਂ, ਫੈਡਰਲ ਸਿਸਟਮ ਕੋਲੋਂ ਸਾਡੇ ਕੋਲ ਆਉਂਦੇ ਹੈਗੇ ਆ। ਤੇ ਜੇ ਅਸੀਂ ਉਹਨਾਂ ਨਾਲ ਕੋਆਰਡੀਨੇਸ਼ਨ ਨਹੀਂ ਰੱਖਾਂਗੇ ਤਾਂ ਉਹਦੇ ਨਾਲ ਹੁੰਦਾ ਕੀ ਆ ਵੀ ਅਸੀਂ ਚਿੱਠੀਆਂ ਪਾਈ ਜਾਵਾਂਗੇ, ਉਹਦੇ ਤੇ ਆਬਜੈਕਸ਼ਨ ਲਾਈ ਜਾਣਗੇ, ਐਂਡ ਆਫ ਦਾ ਤੇ ਸਾਲ ਲੰਘ ਜੂਗਾ ਤੇ ਸਾਨੂੰ ਉਹ ਪੈਸੇ ਰਿਲੀਜ਼ ਨਹੀਂ ਕਰਨਗੇ ਤੇ ਜਿਹੜੇ ਅਸੀਂ ਪੈਸਿਆਂ ਤੋਂ ਵਾਂਝੇ ਰਹਿ ਜਾਵਾਂਗੇ। ਕਿਉਂਕਿ ਸਾਡੀ ਆਪਣੀ ਜਿਹੜੀ ਬੇਸਿਕਲੀ ਪੰਜਾਬ ਦੀ ਫਾਈਨੈਂਸ਼ੀਅਲ ਹਾਲਤ ਹੈਗੀ ਆ, ਉਹਨੂੰ ਇੰਪਰੂਵ ਕਰਨ ਲਈ ਸਾਨੂੰ ਬਹੁਤ ਮਿਹਨਤ ਦੀ ਜ਼ਰੂਰਤ ਹੈਗੀ ਆ, ਬਹੁਤ ਵਿਜੂਅਲਾਈਜੇਸ਼ਨ ਦੀ ਜ਼ਰੂਰਤ ਹੈਗੀ ਆ। ਤਾਂ ਕਿ ਅਸੀਂ ਇੰਡਸਟਰੀ ਦੀ ਜਿਹੜੀ, ਕਿਉਂਕਿ ਦੇਖੋ ਮੈਂ ਜਿਹੜੀ ਬਿਜਲੀ ਦੀ ਗੱਲ ਕੀਤੀ ਹੈਗੀ ਆ, ਤੇ ਜਦੋਂ ਬਲਬ ਜਗਾਉਣਾ ਵੀ ਔਖਾ ਹੋ ਗਿਆ ਤੇ ਅਸੀਂ ਕਿਹੜੀ ਇੰਡਸਟਰੀ ਦੀ ਆਸ ਰੱਖਾਂਗੇ ਕਿ ਸਾਨੂੰ, ਕਿਉਂਕਿ ਇੰਡਸਟਰੀ ਨੂੰ ਸਭ ਤੋਂ ਪਹਿਲਾਂ ਤਾਂ ਜਿਹੜੀ એનર્ਜੀ ਦੀ ਜ਼ਰੂਰਤ ਹੈਗੀ ਆ, ਤੇ ਜੇ એનર્ਜੀ ਅਸੀਂ ਇੰਨੀ ਕਾਸਟਲੀ ਮੁਹੱਈਆ ਕਰਾਵਾਂਗੇ ਤਾਂ ਫਿਰ ਅਸੀਂ ਕਿਸ ਤਰ੍ਹਾਂ ਸੋਚ ਸਕਦੇ ਹਾਂ ਵੀ ਉਹ ਸਾਡੇ ਕੋਲ, ਕਿਉਂਕਿ ਇੰਡਸਟਰੀਲਿਸਟ ਸਾਡੇ ਕੋਲ ਲਾਉਣ ਦੀ ਬਜਾਏ ਉਹ ਮੱਧ ਪ੍ਰਦੇਸ਼ ਜਾਊਗਾ ਜਾਂ ਕਿਸੇ ਹੋਰ ਸੂਬੇ 'ਚ ਜਾਊਗਾ। ਠੀਕ ਹੈ ਜੀ, ਅਗਲੇ ਸਵਾਲ ਲੈ ਲਈ ਸਰ ਸਾਹਿਬ ਅੜਿੱਕਿਓ। ਧਾਲੀਵਾਲ ਸਾਹਿਬ ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਆਪਣੇ ਗਿੱਲ ਸਾਹਿਬ। ਸਤਿ ਸ੍ਰੀ ਅਕਾਲ ਵੀਰ ਜੀ। ਦੇਖੋ ਗੱਲ ਆਪਾਂ ਛੇਤੀ ਨਿਬੇੜਦੇ ਨੇ ਜਿੱਥੇ ਤੱਕ ਮਨ ਦੀ ਮਤ ਕੰਮ ਕਰਦੀ ਆ ਜੀ। ਆਪਣੇ 74 ਦੇ ਵਿੱਚ ਇੱਕ ਲਾਅ ਚੱਲਿਆ ਸੀ ਉਦੋਂ ਮੈਂ ਇੰਡੀਆ ਸੀ, ਮੀਸਾ ਐਕਟ। ਤੇ ਜਿਹੜੀ ਤੈਨੂੰ ਆਮਦਨ ਖੱਤੇ ਦੀ ਜਾਂ ਤੈਨੂੰ ਫੋਰਨ ਕੰਟਰੀ ਜੋ ਪੈਸੇ ਆਏ ਆ ਉਹ ਪ੍ਰੂਫ ਦਿਖਾ ਦੇ, ਜੇ ਨਹੀਂ ਦਿਖਾਦਾ ਲਿਸਬਨ ਜੇਲ੍ਹ। ਇਹ ਮੈਂ ਆਪ ਅੱਖੀਂ ਦੇਖਿਆ। ਉਦੋਂ ਗਦਿਆਲ ਸਿੰਘ ਢਿੱਲੋਂ 5 ਵਾਰਡ ਤੋਂ ਸੀ, ਉਹ ਉਹਨਾਂ ਦੀ ਕੋਠੀ ਬਣਦੀ ਸੀ ਆਪਣੇ ਅੰਮ੍ਰਿਤਸਰ ਦੇ ਵਿੱਚ। ਤੇ ਚਲੋ ਕਹਿਣ ਦਾ ਭਾਵ ਕਿ ਉਹਨਾਂ ਤੱਕ ਵੀ ਸਿਫਾਰਸ਼ਾਂ ਗਈਆਂ ਸੀ, ਉਹ ਕਹਿੰਦਾ ਨਹੀਂ, ਕਿਉਂਕਿ ਇੰਡੀਆ ਦੇ ਵਿੱਚ ਆਪੇ ਹੀ ਤਾਂ ਲੋਕ ਜਿੱਦਾਂ ਕਹਿੰਦੇ ਆਪੇ ਨਹੀਂ ਮੈਂ ਮੱਤਾ ਜੋਗੀ ਮੱਤ ਕਿਹੜਾ ਇਸ ਨੂੰ ਦੇਵੇ, ਆਪੇ ਹੀ ਤਾਂ ਇਹਨਾਂ ਨੂੰ ਸਭ ਪਤਾ ਰਿਸ਼ਵਤ ਕਿੱਥੋਂ ਅਸੀਂ ਖਾਂਦੇ ਆ, ਕਿੱਥੋਂ ਅਸੀਂ ਬਲੈਕ ਕਰਦੇ ਆ। ਜਿੰਨਾ ਮਰਜ਼ੀ ਟੈਲ ਲਾ ਲਓ, ਇਹ ਧੰਦਾ ਨਹੀਂ ਹਟਣਾ, ਭਾਵੇਂ ਦਿਹਾੜੀ ਦੇ 3 ਤੁਸੀਂ ਸ਼ੋਅ ਲੈ ਆਓ। ਦੇਖਿਆ ਬੇਆਸ ਨਹੀਂ ਅਸੀਂ ਹੈ। ਮਨਵੀਰ ਗਰੇਵਾਲ ਜੀ ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਾਂ ਜਦੋਂ ਵੀ ਕਹਿੰਦੇ ਆਪਾਂ ਪੰਜਾਬ ਨੂੰ ਜਾਈਦਾ, ਆਪਾਂ ਹਰਿਆਣਾ ਤੇ ਪੰਜਾਬ ਦੇ ਵਿੱਚ ਦੀ ਲੰਘ ਕੇ ਜਾਈਦਾ ਤੇ ਆਪਾਂ ਨੂੰ ਦੋਵੇਂ ਸੂਬਿਆਂ ਦੇ ਕਹਿੰਦੇ ਨੇ ਡਿਵੈਲਪਮੈਂਟ ਦਾ ਆਪਾਂ ਨੂੰ ਅੱਖੀ ਦਿਖ ਜਾਂਦਾ ਵੀ ਕੀ ਹੋਇਆ ਕੀ ਨਹੀਂ। ਹਰਿਆਣੇ ਦੇ ਵਿੱਚ ਆਪਾਂ ਫਲਾਈਓਵਰ ਦੇਖਦੇ ਹਾਂ, ਇੰਡਸਟਰੀ ਦੇਖਦੇ ਹਾਂ, ਨੋਇਡਾ ਤੇ ਗੜਗਾਉਂ ਵਰਗੀਆਂ 2 ਵੱਡੀਆਂ ਹੱਬਾਂ ਦੇਖਦੇ ਹਾਂ ਨਾ।
ਇਹ ਦੋਨੇ ਪਾਰਟੀਆਂ ਦੇ ਵਿੱਚ ਰਹੇ ਨੇ ਜਦੋਂ ਉਹਨੂੰ ਆਪਣੇ ਰਾਜ ਦੇ ਟਾਈਮ ਦੋਵੇਂ ਪਾਰਟੀਆਂ ਦਾ ਰਾਜ ਰਿਹਾ। ਇਹਨਾਂ ਦਾ ਨਹੀਂ ਕਦੇ ਮਨਸੂਬਾ ਬਣਿਆ ਵੀ ਪੰਜਾਬ ਦੇ ਵਿੱਚ ਕੋਈ ਵੱਡੀ ਹੱਬ ਬਣਾਈ ਜਾਵੇ। ਜਿਵੇਂ ਹੁਣ ਮੈਂ ਆਪਣੇ ਸ਼ਹਿਰ ਦੀ ਗੱਲ ਕਰਾਂ, ਗੋਬਿੰਦਗੜ੍ਹ ਬਹੁਤ ਵੱਡੀ ਇੰਡਸਟਰੀ ਸੀ, ਨਾਲ ਆਪਾਂ ਖੰਨਾ ਲਾ ਲਈਏ, ਖੰਨੇ ਦੇ ਵਿੱਚ ਗ੍ਰੇਨ ਮਾਰਕੀਟ ਬਹੁਤ ਵੱਡੀ ਆ। ਐਗਰੀਕਲਚਰ ਇੰਡਸਟਰੀ ਪੰਜਾਬ ਨੂੰ ਬਹੁਤ ਚਾਹੀਦੀ ਹੋ, ਗ੍ਰੇਨ ਮਾਰਕੀਟ ਦੇ ਨਾਲ ਦੂਜੀ ਇੰਡਸਟਰੀ ਦੇ ਨਾਲ ਦੋਨੇ ਸ਼ਹਿਰਾਂ ਨੂੰ ਮਿਲਾ ਕੇ ਇੱਕ ਵੱਡੀ ਹੱਬ ਕਿਉਂ ਨਹੀਂ ਬਣਾਈ, ਜਾਂ ਕਿਸੇ ਕੋਈ ਹੋਰ ਸ਼ਹਿਰ ਵੀ ਚੁਣ ਕੇ ਵੱਡੀ ਹੱਬ। ਕਿਸੇ ਵੀ ਪਾਰਟੀ ਨੇ ਅਜੇ ਤੱਕ ਮਤਲਬ ਸੋਚਿਆ ਵੀ ਨਹੀਂ ਇਸ ਬਾਰੇ ਜਾਂ ਨਹੀਂ? ਹੁਣੇ ਪੁੱਛ ਰਿਹਾ ਜੀ। ਸਰਦਾਰ ਪ੍ਰਗਟ ਸਿੰਘ ਜੀ, ਦੋ ਸਵਾਲ। ਇੱਕ ਤਾਂ ਧਾਲੀਵਾਲ ਸਾਹਿਬ ਹੁਣੀ ਕਹਿੰਦੇ ਸੀ ਵੀ 74 ਦੇ ਵਿੱਚ ਜਦ ਆਮਦਨ ਤੋਂ ਵੱਧ ਜਿਹੜੀ ਕਮਾਈ ਜਾਂ ਦਿਖਣੀ ਆ ਤਾਂ ਉਹਦੇ ਤੇ ਚਾਰਜਸ ਸੀ। ਇਹ ਇੱਕ ਹੋਰ ਵੀ ਗੱਲ ਹੋਈ ਹੈ, ਪਹਿਲਾਂ ਵੀ ਹਰਮੇਲ ਸਿੰਘ ਹੁਣਾਂ ਨੇ ਪੁੱਛਿਆ ਵੀ ਕੋਈ ਇਹੋ ਜਿਹਾ ਕਾਨੂੰਨ ਉੱਥੇ ਪ੍ਰਵੇਲ ਕਰਦਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲਿਆਂ ਦੀ ਜਾਇਦਾਦ ਜ਼ਬਤ ਹੋ ਜਾਵੇ। ਇੱਕ ਦੂਜੀ ਜਿਹੜੀ ਦੱਸਿਆ ਮਨਵੀਰ ਸਿੰਘ ਗਰੇਵਾਲ ਨੇ, ਕਿਉਂਕਿ ਉਹ ਗੋਬਿੰਦਗੜ੍ਹ ਤੋਂ ਨੇ, ਗੋਬਿੰਦਗੜ੍ਹ ਦੀ ਇੰਡਸਟਰੀ ਖਤਮ ਹੋ ਗਈ ਔਰ ਜਿਵੇਂ ਤੁਸੀਂ ਦੱਸਿਆ ਵੀ ਬਿਜਲੀ ਇੰਨੀ ਮਹਿੰਗੀ ਹੋਊ ਇਹ ਫੀਜ਼ੇਬਲ ਨਹੀਂ ਹੈ। ਕੋਈ ਇਸ ਤਰ੍ਹਾਂ ਕੋਈ ਹੱਬ ਜਿਹੜੀ ਮੇਨ ਕੋਈ ਵੱਡੀ ਇੰਡਸਟਰੀ ਲਿਆਉਣ ਦੇ ਲਈ ਕੀ ਹੋ ਸਕਦਾ ਜੀ, ਤੁਹਾਡੇ ਮਨ 'ਚ ਕੀ ਹੈ? ਦੇਖੋ, ਜਿਹੜੀ ਤਾਂ ਗੱਲ ਹੈਗੀ ਆ, ਜਿਹੜੇ ਆਪਣੇ ਰਿਸੋਰਸਿਸ ਤੋਂ ਵੱਧ ਜਿਹੜੇ ਪੈਸੇ ਉਹਦੇ ਵਿੱਚ ਤਾਂ ਬੇਸਿਕਲੀ ਦੇਖੋ ਡਿਪਾਰਟਮੈਂਟ ਤਾਂ ਹੈਗੇ ਆ, ਲੇਕਿਨ ਅਨਫੋਰਚੂਨੇਟਲੀ ਕਰਪਸ਼ਨ ਵੀ ਉਦੋਂ ਵੱਧ ਹੈਗੀ ਆ। ਇਹਦੇ 'ਚ ਕੋਈ ਦੋ ਰਾਮਾ ਨਹੀਂ, ਕਿਉਂਕਿ ਦੇਖੋ ਇਹ ਆਲ ਇੰਡੀਆ ਲੈਵਲ ਤੇ ਵੀ ਬੇਸਿਕਲੀ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਹੈਗਾ, ਪਰ ਜਿਹੜੇ ਸਾਡੇ ਕੋਲ ਵੀ ਜਿਹੜਾ ਵਿਜੀਲੈਂਸ ਡਿਪਾਰਟਮੈਂਟ ਆ ਬੇਸਿਕਲੀ ਉਹ ਇਸੇ ਕਰਕੇ ਸੀਗਾ ਵੀ ਜੇ ਕੋਈ ਸਰਕਾਰੀ ਸਿਸਟਮ ਦੇ ਵਿੱਚ ਜਾਂ ਅਦਰਵਾਈਜ਼ ਕੋਈ ਕਰਪਸ਼ਨ ਕਰਦਾ ਤੇ ਉਹਨੂੰ ਕੰਟਰੋਲ ਕਰਨਾ। ਬਟ ਅਨਫੋਰਚੂਨੇਟਲੀ ਉਹ ਪੋਲੀਟੀਕਲ ਸਿਸਟਮ ਦਾ ਹੱਥ ਟੋਕਾ ਬਣ ਕੇ ਰਹਿ ਗਿਆ। ਔਰ ਜਿਹਦਾ ਨੁਕਸਾਨ ਕੀ ਹੁੰਦਾ ਵੀ ਜਦੋਂ ਪੋਲੀਟੀਕਲ ਜਿਹੜੇ ਸਕੋਰ ਸੈਟਲ ਕਰਨੇ ਹੁੰਦੇ ਆ, ਤੁਸੀਂ ਵਿਜੀਲੈਂਸ ਦੇ ਜਿੰਨੇ ਕੇਸ ਦੇਖੋਗੇ ਉਹਦੇ ਵਿੱਚ ਹਾਰਡਲੀ 1% ਵੀ ਸ਼ਾਇਦ ਕਿਸੇ ਨੂੰ ਸਜ਼ਾ ਹੋਵੇ। ਬਾਕੀ ਸਾਰੇ ਆਲਮੋਸਟ ਈਵਨ ਕਿ ਜਿਹੜੇ ਬਾਦਲਾਂ ਦੇ ਉੱਤੇ ਕੇਸ ਬਣੇ ਸੀ ਉਹਨਾਂ ਦੇ ਵਿੱਚ ਵੀ 59 ਉਹਦੇ ਵਿੱਚ ਐਵੀਡੈਂਸਿਸ ਸੀਗੇ ਜਿਹੜੇ ਸਾਰੇ ਦੇ ਸਾਰੇ ਹੌਸਟਾਈਲ ਹੋ ਗਏ, ਲੇਕਿਨ ਉਹਨਾਂ ਨੂੰ ਸਜ਼ਾ ਕੋਈ ਨਹੀਂ, ਕਿਉਂਕਿ ਸਾਡਾ ਸਿਸਟਮ ਹੈਗਾ। ਦੇਖੋ, ਸਿਸਟਮ ਗੋਰੇ ਬਣਾ ਗਿਆ, ਲੇਕਿਨ ਉਹਦੀ ਇੰਪਲੀਮੈਂਟੇਸ਼ਨ ਜੇ ਅਸੀਂ ਨਹੀਂ ਕਰਾਂਗੇ ਤਾਂ ਹਾਲਾਤ ਤਾਂ ਇਹੋ ਜਿਹੇ ਰਹਿਣਗੇ। ਔਰ ਦੂਸਰੀ ਗੱਲ ਹੈ ਕਿ ਜਿਹੜੀ ਇੰਡਸਟਰੀ ਦੀ ਗੱਲ ਹੈ, ਬਹੁਤ ਘੱਟ ਸੱਚੀ ਗੱਲ ਹੈ ਪੋਲੀਟੀਕਲ ਸਿਸਟਮ ਦੇ ਵਿੱਚ ਇਹੋ ਜਿਹੇ MLA ਆਉਂਦੇ ਆ ਜਿਹੜੇ ਇਹਨਾਂ ਗੱਲਾਂ ਤੇ ਡਿਸਕਸ਼ਨ ਕਰਦੇ ਆ, ਕਿਉਂਕਿ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਪਾਵਰ ਸੈਂਟਰ ਹੈਗੀ ਆ ਉਹਦੇ ਵਿੱਚ ਇਹਨਾਂ ਦੀ ਵੱਧ ਤੋਂ ਵੱਧ ਇਹ ਕੋਸ਼ਿਸ਼ ਹੁੰਦੀ ਆ ਕਿ ਸਾਨੂੰ ਹੱਥ ਖੜੇ ਕਰਨ ਵਾਲਾ MLA ਚਾਹੀਦਾ, ਜਿਹਦੀ ਆਪਣੀ ਕੋਈ ਬੇਸਿਕਲੀ ਵਿਜ਼ੂਅਲਾਈਜੇਸ਼ਨ ਨਾ ਹੋਵੇ ਤੇ ਆਪਣੀ ਉਹਦੀ ਰੀੜ ਦੀ ਹੱਡੀ ਨਾ ਹੋਵੇ। ਔਰ ਉਹ ਜੇ ਇੱਦਾਂ ਦੇ ਅਸੀਂ ਬੰਦੇ ਹੀ ਪ੍ਰਮੋਟ ਕਰਾਂਗੇ, ਦੁਨੀਆ ਅੱਜ ਦੀ ਤਰੀਕ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਵੱਲ ਨੂੰ ਜਾ ਰਹੀ ਹੈ ਕਿ ਜੇ ਕਿਸੇ ਨੇ ਫਾਈਨਾਂਸ ਮਿਨਿਸਟਰ ਬਣਾਉਣਾ ਤੇ ਉਹਦੀ ਕੋਸ਼ਿਸ਼ ਇਹ ਹੋਵੇ ਕਿ ਉਹ ਬੇਸਿਕਲੀ ਉਹਦੀ ਇਕਨੋਮਿਕਸ ਦੀ ਬੈਕਗਰਾਊਂਡ ਹੋਵੇ ਜੀ। ਜੇ ਕੋਈ ਡਿਫੈਂਸ ਮਿਨਿਸਟਰ ਬਣਾਉਣਾ ਤੇ ਉਹਦੀ ਡਿਫੈਂਸ ਦੀ ਬੈਕਗਰਾਊਂਡ ਹੋਵੇ। ਲੇਕਿਨ ਅਨਫੋਰਚੂਨੇਟਲੀ ਸਾਡੇ ਬੇਸਿਕਲੀ ਜਿਹੜਾ ਸਭ ਤੋਂ ਜਿਹੜਾ ਕਹਿ ਲਓ ਕਿ ਇਸ ਲਾਈਨ ਦੇ ਵਿੱਚ ਸਭ ਤੋਂ ਪਿਛਲੇ ਵਾਲਾ ਬੰਦਾ ਹੁੰਦਾ, ਉਹਨੂੰ ਇਹ ਸੋਚ ਦਿੱਤੀ ਜਾਂਦੀ ਹੈ ਵੀ ਤਾਂ ਕਿ ਜੇ ਕਿਸੇ ਦੀ ਰੀੜ ਦੀ ਹੱਡੀ ਹੋਵੇ ਤੇ ਉਹ ਜਿੰਨਾ ਚਿਰ ਇਕੱਠੇ ਹੋ ਕੇ ਉਹਦੀ ਰੀੜ ਦੀ ਹੱਡੀ ਨੂੰ ਤੋੜ ਨਹੀਂ ਲੈਂਦੇ, ਉਹਨਾਂ ਚਿਰ ਬੇਸਿਕਲੀ ਉਹ ਜਿਹੜਾ ਸੋ ਕਾਲਡ ਮਾਫੀਆ ਮੈਂ ਕਹਿ ਸਕਦਾ, ਉਹ ਉਹਨਾਂ ਚਿਰ ਚੈਨ ਨਾਲ ਬਹਿਣ ਨਹੀਂ ਦਿੰਦਾ। ਸੋ ਇਸ ਕਰਕੇ ਇਹੋ ਜਿਹੇ ਪ੍ਰਵੇਲਿੰਗ ਸਿਸਟਮ ਦੇ ਵਿੱਚ ਦੇਖੋ ਚੰਗੇ ਬੰਦਿਆਂ ਦਾ ਪੋਲੀਟੀਕਲ ਸਿਸਟਮ ਦੇ ਵਿੱਚ ਆਉਣਾ, ਇੰਟੈਲੀਜੈਂਟ ਬੰਦਿਆਂ ਦਾ, ਕਿਉਂਕਿ ਮੇਰੀ ਬੜੀ ਕੋਸ਼ਿਸ਼ ਹੁੰਦੀ ਆ ਵੀ ਚਲੋ ਚੰਗੇ ਬੰਦੇ ਜਿੱਥੇ ਕਿ ਮੇਰਾ ਵੱਸ ਚੱਲਦਾ। ਅੱਛਾ, ਚੰਗੇ ਬੰਦਿਆਂ ਦੀ ਪ੍ਰੋਬਲਮ ਇਹ ਆ ਵੀ ਉਹ ਪਿੰਡ ਦੇ ਵਿੱਚ ਸਰਪੰਚ ਤੱਕ ਵੀ ਨਹੀਂ ਬਣਨਾ ਚਾਹੁੰਦਾ, ਤੇ ਜਿਹੜਾ ਸਰਪੰਚ ਬਣਨਾ ਚਾਹੁੰਦਾ ਉਹ ਸਾਡਾ ਕੁੜਤਾ ਪਜਾਮਾ ਖਿੱਚੀ ਜਾਂਦਾ ਰਹਿੰਦਾ ਵੀ ਮੈਨੂੰ ਬਣਾ ਕੇ ਦੇਖੋ, ਤੁਹਾਨੂੰ ਇੱਥੇ ਆਉਣ ਦੀ ਜ਼ਰੂਰਤ ਨਹੀਂ। ਤੇ ਲੇਕਿਨ ਜਿਹੜੇ ਆਮ ਪੋਲੀਟੀਕਲ ਬੰਦੇ ਆ ਉਹ ਉਹੋ ਜਿਹੇ ਬੰਦੇ ਨੂੰ ਲੈਂਦੇ ਆ ਵੀ ਤਾਂ ਕਿ ਉਹਨਾਂ ਨੂੰ ਜਾਣਾ ਦੇਣਾ ਪਵੇ, ਬਹੁਤੀ ਸਿਰ ਖਪਾਈ ਵੀ ਨਾ ਕਰਨੀ ਪਵੇ, ਤੇ ਉਹ ਲੇਕਿਨ ਉਹਨਾਂ ਨੂੰ ਕਿਉਂਕਿ ਉਹ ਪਿੰਡਾਂ ਦੇ ਪਿੰਡ ਲੜਾ ਕੇ ਰੱਖਦੇ, ਧਰਿਆਂ 'ਚ ਵੰਡ ਕੇ ਰੱਖਦੇ ਆ। ਮੈਂ ਹਮੇਸ਼ਾ ਇੱਕ ਗੱਲ ਆਪਣੇ ਪਿੰਡਾਂ 'ਚ ਇਹ ਗੱਲ ਕਹਿਣਾ ਹੁੰਦਾ ਕਿ ਯਾਰ ਤੁਸੀਂ ਕਦੀ ਅਕਾਲੀ ਬਣ ਕੇ ਖੜਦੇ ਆ, ਕਦੀ ਕਾਂਗਰਸੀ ਬਣ ਕੇ ਖੜਦੇ ਆ, ਕਦੀ ਪੰਜਾਬੀ ਬਣ ਕੇ ਵੀ ਖੜ ਕੇ ਦੇਖੋ, ਕਦੀ ਪੰਜਾਬ ਦੀ ਗੱਲ ਕਰਕੇ ਵੀ ਦੇਖੋ। ਤੁਸੀਂ ਬੇਸਿਕਲੀ ਜਿੰਨਾ ਚਿਰ ਧਰਿਆਂ 'ਚੋਂ ਨਹੀਂ ਨਿਕਲਦੇ ਉਹਨਾਂ ਚਿਰ ਪੋਲੀਟੀਕਲ ਬੰਦੇ ਦਾ ਥਾਟ ਪ੍ਰੋਸੈਸ ਜਿਹੜਾ ਹੈ ਇਸ ਪਾਸੇ ਨੂੰ ਲੱਗਦਾ ਹੀ ਨਹੀਂ। ਉਹ ਕਹਿੰਦਾ ਮੈਨੂੰ ਕੰਮ ਕਰਨ ਦੀ ਕੀ ਜ਼ਰੂਰਤ ਹੈ ਜਦੋਂ ਸਮਾਂ ਮੇਰੇ ਕੋਲ ਘੱਟ ਗਿਆ ਜੀ। ਆਖਰੀ ਸਵਾਲ, ਹੁਣ ਆਪਾਂ 1 ਮਹੀਨਾ ਗੱਲ ਕਰਦਿਆਂ ਨੂੰ ਹੋ ਗਏ, ਇੱਕ ਸਵਾਲ ਆਇਆ ਕਿ ਹੁਣ ਤੁਸੀਂ ਆਪਣੇ ਕੋਸ਼ਿਸ਼ ਕਰ ਰਹੇ ਹੋ, ਇਕੱਲੇ ਵੋਕਲ ਹੋ, ਆਪਣੀ ਪਾਰਟੀ ਦੇ ਖਿਲਾਫ ਤੁਸੀਂ ਸੱਚ ਤੇ ਖੜੇ ਹੋ,
ਫਿਰ ਜੇ ਨਾ ਗੱਲ ਇੱਥੇ ਪਾਰਟੀ ਦੇ ਨਾਲ ਤੁਹਾਡੀ ਗੱਲ ਬਣੀ, ਅਕਾਲੀ ਦਲ ਦੇ ਵਿੱਚ ਤੁਸੀਂ ਆਏ ਹੋ, ਆਮ ਆਦਮੀ ਪਾਰਟੀ ਰਹਿ ਗਈ ਜਾਂ ਥਰਡ ਫਰੰਟ ਨੂੰ ਸਮਾਂ ਬਹੁਤ ਘੱਟ ਹੈ ਜੀ, ਫਿਰ ਕਿਹੋ ਜਿਹਾ ਰਾਜਸੀ ਤੁਹਾਡਾ ਭਵਿੱਖ ਹੈ, ਕੀ ਹੋਏਗਾ ਫਿਰ? ਨਹੀਂ, ਮੇਰਾ ਭਵਿੱਖ ਦੀ ਕੋਈ ਮੈਨੂੰ ਬਹੁਤਾ ਉਹ ਨਹੀਂ ਲੱਗਦਾ, ਕਿਉਂਕਿ ਮੇਰੇ ਵਰਗੇ ਬੰਦੇ ਨੂੰ ਤਾਂ ਜੇ ਮੈਂ ਨਾ ਵੀ ਪੋਲਿਟਿਕਸ 'ਚ ਰਹੂੰਗਾ, ਜ਼ਰੂਰੀ ਥੋੜੀ ਆ ਵੀ ਮੈਂ ਇੱਕ MLA ਪੜ੍ਹ ਕੇ ਹੀ ਇੱਥੇ ਵਿਚਰਨਾ ਹੈਗਾ, ਕਿਉਂਕਿ 3 ਕਰੋੜ ਦੀ ਆਬਾਦੀ ਆ, ਬਾਕੀ 3 ਕਰੋੜ ਲੋਕੀ ਵੀ ਤਾਂ ਵਿਚਰਦੇ ਹੀ ਹੈਗੇ ਆ। ਜਿੰਨਾ ਚਿਰ ਜਿੰਨਾ ਚਿਰ ਗੱਲ ਠੀਕ ਕਰਦਾ ਰਿਹਾ, ਜਿੰਨਾ ਚਿਰ ਉਹਦੀ ਐਕਸੈਪਟੇਬਿਲਿਟੀ ਦਾ ਜਿੰਨੀ ਵੀ, ਦੇਖੋ ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਕਈ ਦੀਦੀਆਂ ਨਹੀਂ ਹੈ, ਪਰ ਜਿਹੜੀਆਂ ਤੁਸੀਂ ਕਰਦੇ ਆ ਉਹ ਬੇਸਿਕਲੀ ਆਮ ਲੋਕਾਂ ਨੂੰ ਦਿਸਦੀਆਂ ਨਹੀਂ ਹੈ, ਕਿਉਂਕਿ ਪੋਲੀਟੀਸ਼ੀਅਨ ਤਾਂ ਇੱਕ ਫੀਤਾ ਵੀ ਕੱਟ ਕੇ ਨਾ ਉਹਦੀਆਂ ਫੋਟੋਆਂ ਬਹੁਤ ਲਵਾਉਂਦਾ ਜੀ, ਕਿਉਂਕਿ ਮੇਰੇ ਹਲਕੇ 'ਚ ਸਭ ਤੋਂ ਘੱਟ ਕਰਾਈ ਮੈਂ, ਕੋਸ਼ਿਸ਼ ਮੇਰੀ ਇਹ ਹੈਗੀ ਆ ਵੀ ਸਭ ਤੋਂ ਘੱਟ ਹੌਲੀ ਡਰੱਗਸ ਦਾ ਘਟੇ, ਲੋਕਾਂ ਦੀ ਜਿਹੜੀ ਆਪਸੀ ਜਿਹੜੀ ਖਿੱਚੋਤਾਣ ਆ ਉਹ ਘਟੇ। ਅੱਛਾ, ਉਹਦੇ ਤੋਂ ਬਾਅਦ ਜਿੰਨੀ ਕੁ ਡਿਵੈਲਪਮੈਂਟ ਲਈ ਮੈਂ ਪੈਸੇ ਲਿਜਾ ਸਕਦਾ ਮੈਂ ਆਪਣੇ ਹਲਕੇ 'ਚ ਲਿਜਾਨਾ, ਬਟ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਮੈਂ ਉਹ ਪੰਜਾਬ ਦੀ, ਚਾਹੇ ਬਿਜਲੀ ਵਾਲਾ ਇਸ਼ੂ ਹੋਵੇ, ਚਾਹੇ ਡਰੱਗਸ ਵਾਲਾ ਇਸ਼ੂ ਹੋਵੇ, ਕਿਉਂਕਿ ਦੇਖੋ ਬਿੱਲ ਵਰਗੇ ਬੰਦੇ ਨੂੰ ਕਿਹਾ ਤਾਂ ਰਿਬੈਲ ਜਾਂਦਾ ਹੈਗਾ ਵੀ ਇਹ ਰਿਬੈਲ ਹੈ, ਬਟ ਐਟ ਦਾ ਸੇਮ ਟਾਈਮ ਮੈਂ ਤਾਂ ਇੰਟਰਨਲ ਡੈਮੋਕ੍ਰੇਸੀ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰਦਾ ਵੀ ਭਾਈ ਆਪਾਂ ਨੂੰ ਇਹ ਚੁਣਿਆ ਤੇ ਆਪਾਂ ਕੋਈ ਆਪਣੀ ਗੱਲ ਵੀ, ਜਿਹੜੀ ਗੱਲ ਸਾਨੂੰ ਸਮਝ ਆਉਂਦੀ ਆ ਉਹ ਵੀ ਗੱਲ ਕਹੀਏ, ਤੇ ਜੇ ਉਸ ਰਿਬੈਲ ਦੇ ਵਿੱਚ ਮੈਨੂੰ ਕੁਛ ਵੀ ਉਹਦੇ ਲਈ ਕਰਨਾ ਪੈਂਦਾ ਹੈਗਾ, ਆਈ ਐਮ ਰੈਡੀ ਟੂ ਡੂ ਇਟ। ਐਂਡ ਜੇ ਕੋਈ ਕਹੇ ਵੀ ਮੇਰਾ ਇਹਦੇ ਵਿੱਚ ਕੋਈ ਪੋਲੀਟੀਕਲੀ ਮੇਰਾ ਫਿਊਚਰ ਕੀ ਹੈਗਾ, ਨਾ ਵੀ ਹੋਵੇ ਤਾਂ ਪੰਜਾਬ ਦਾ ਕਮ ਸੇ ਕਮ ਫਿਊਚਰ ਹੋਵੇ, ਮੇਰਾ ਕੀ ਹੈ, ਮੈਂ ਤਾਂ ਜੋ ਕਰਨਾ ਸੀ ਆਲਮੋਸਟ ਕਰ ਲਿਆ, ਤੇ ਜੋ ਕਰ ਸਕਦਾ ਮੈਂ ਕਰ ਰਿਹਾ, ਤੇ ਉਹਦੇ ਤੋਂ ਬਾਅਦ ਜੇ ਕੋਈ ਕਿਤੇ ਆਪਸ਼ਨ ਤੇ ਇਦਾਂ ਦੀ ਹੋਊਗੀ ਕਿ ਜੇ ਕੋਈ, ਦੇਖੋ ਹੁੰਦਾ ਕੀ ਆ ਵੀ ਤੁਸੀਂ ਆਪਣੀ ਸਾਈਡ ਤੇ ਠੀਕ ਖੇਡੋ, ਜੇ ਬਾਕੀ ਖਿਡਾਰੀ ਠੀਕ ਖੇਡਣ ਵਾਲੇ ਮਿਲ ਜਾਣਗੇ ਤਾਂ ਟੀਮ ਜਿੱਤ ਜਾਊਗੀ, ਟੀਮ ਜਿੱਤ ਜੂਗੀ, ਸੁਸਾਇਟੀ ਦਾ ਪੰਜਾਬ ਜਿੱਤ ਜਾਊ। ਅੱਛਾ, ਜੇ ਨਹੀਂ ਤਾਂ ਫਿਰ ਤੁਸੀਂ ਆਪਣੇ ਐਫਰਟਸ ਤਾਂ ਕਰੋ। ਮੈਂ ਤਾਂ ਇੱਕ ਪੋਜ਼ਿਟਿਵ ਇਨਸਾਨ ਹੈ, ਕਿਉਂਕਿ ਜੇ ਆਪਾਂ ਨੈਗੇਟਿਵਿਟੀ ਸੋਚ ਲਈਏ ਤੇ ਇਹ ਹੋਣਾ ਹੀ ਨਹੀਂ ਹੈ, ਤਾਂ ਫਿਰ ਤਾਂ ਨਾ ਤੁਸੀਂ ਬੋਲੋਗੇ, ਤੁਸੀਂ ਆਪਣਾ ਹਿੱਸਾ ਜਿਹਾ ਲੈ ਕੇ ਸਾਈਡ ਨੂੰ ਨਿਕਲ ਜਾਓਗੇ ਤੇ ਤੁਸੀਂ ਕਹੋਗੇ ਜੀ ਉਹ ਵੀ ਮਾੜਾ, ਉਹ ਵੀ ਮਾੜਾ, ਉਹ ਵੀ ਮਾੜਾ। ਸੋ ਮੈਨੂੰ ਲੱਗਦਾ ਵੀ ਹੋਪਫੁਲ ਰਹਿਣਾ ਚਾਹੀਦਾ। ਔਰ ਮੈਂ ਤਾਂ ਇੱਕੋ ਗੱਲ ਹਮੇਸ਼ਾ NRIs ਨੂੰ ਕਹਿੰਦਾ ਹੁੰਦਾ ਵੀ ਦੇਖੋ ਇੱਥੇ ਜਿਹੜੇ ਲੋਕ ਆ ਇਹ ਰਾਜਪੁਰੇ ਤੋਂ ਗਾਂਹ ਨਹੀਂ ਲੰਘੇ, ਇਹਨਾਂ ਦੀ ਸੋਚ ਜਿਹੜੀ ਆ ਉਹ ਤੁਸੀਂ ਲੋਕ ਬਦਲ ਸਕਦੇ ਆ, ਕਿਉਂਕਿ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਹਰ ਪਿੰਡ ਦਾ ਪੰਜਾਬੀ, ਕਿਉਂਕਿ ਜੇ 12,500 ਸਾਡੇ ਪਿੰਡ ਹੈਗੇ, ਹਰ ਪਿੰਡ ਚੋਂ ਕੋਈ ਨਾ ਕੋਈ ਬੰਦਾ ਬਾਹਰ ਬੈਠਾ, ਇਹਨਾਂ ਨੂੰ ਆਪਾਂ ਸੋਚ ਬਦਲੀਏ, ਇਹਨਾਂ ਨੂੰ ਐਜੂਕੇਟ ਕਰੋ, ਇਹਨਾਂ ਨੂੰ ਕਹੋ ਯਾਰ ਦੁਨੀਆ ਤੇ ਆਹ ਹੋ ਰਿਹਾ, ਤੁਸੀਂ ਇਸ਼ੂਜ਼ ਦੀ ਲੜਾਈ ਲੜੋ, ਤੁਸੀਂ ਧੜਿਆਂ ਦੀ ਲੜਾਈ ਨਾ ਲੜੋ। ਜਦੋਂ ਇੱਥੋਂ ਨਿਕਲਣਗੇ ਤਾਂ ਫਿਰ ਮੈਨੂੰ ਲੱਗਦਾ ਵੀ ਚੰਗੇ ਸੁਸਾਇਟੀ ਦੇ ਵਿੱਚ ਬੰਦੇ ਵੀ ਆਉਣਗੇ। ਹਰ ਪੋਲੀਟੀਕਲ ਪਾਰਟੀ ਇਹ ਸੋਚੂਗੀ ਵੀ ਅਸੀਂ ਇੰਟੈਲੀਜੈਂਟ ਬੰਦਾ ਲੈ ਕੇ ਆਉਣਾ, ਅਸੀਂ ਇਮਾਨਦਾਰ ਬੰਦਾ ਲੈ ਕੇ ਆਉਣਾ, ਤੇ ਉਹਦੇ ਨਾਲ ਸਾਡੀ ਜਿਹੜੀ ਆ ਡੈਮੋਕ੍ਰੇਸੀ ਉਹ ਇੰਪਰੂਵ ਹੋਊਗੀ, ਤਾਂ ਹੀ ਸਾਡਾ ਪੰਜਾਬ ਇੰਪਰੂਵ ਹੋਊਗਾ। ਕਿਉਂਕਿ ਕਿਸੇ ਵੀ ਪੋਲੀਟੀਕਲ ਪਾਰਟੀ 'ਚ ਜੇ ਚੰਗੇ ਬੰਦੇ ਹੁੰਦੇ ਆ, ਉਹਦਾ ਰੋਲ ਹੁੰਦਾ, ਚਾਹੇ ਉਹ ਓਪੋਜੀਸ਼ਨ ਹੋਵੇ, ਚਾਹੇ ਸਰਕਾਰ ਹੋਵੇ, ਚਾਹੇ ਦੂਜਾ ਹੋਵੇ, ਚਾਹੇ ਉਹ ਦੂਜਾ ਹੋਵੇ, ਬਟ ਅਲਟੀਮੇਟਲੀ ਉਹ ਲੌਜੀਕਲ ਗੱਲ ਕਰਨ ਵਾਲਾ ਚਾਹੀਦਾ, ਇੰਟੈਲੀਜੈਂਟ ਚਾਹੀਦਾ, ਔਰ ਉਹਦੀ ਬੇਸਿਕਲੀ ਸੋਚ ਜਿਹੜੀ ਆ ਉਹ ਵਿਜ਼ਨਰੀ ਚਾਹੀਦੀ ਆ, ਤਾਂ ਕਿ ਵਿਜ਼ੂਅਲਾਈਜ਼ ਕਰ ਸਕੇ ਤੇ ਅਸੀਂ ਆਉਣ ਵਾਲੇ ਸਮੇਂ 'ਤੇ ਇਹਨੂੰ ਗੁਜ਼ਾਰਾ ਕੇ ਤੱਕ ਅਸੀਂ ਕਰਨਾ ਸੀ। ਅਗਲੇ ਮੰਗਲਵਾਰ ਇਸ ਨੂੰ ਰੈਪ ਅਪ ਕਰਾਂਗੇ। ਸਰਾਰ ਸਾਹਿਬ, ਧੰਨਵਾਦ ਤੁਹਾਡੇ ਸਮੇਂ ਦਾ, ਥੈਂਕ ਯੂ, ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰਗਟ ਸਿੰਘ ਗੱਲਬਾਤ ਕਰ ਰਹੇ ਸੀ। ਅਗਲੇ ਮੰਗਲਵਾਰ ਹੋਰ ਤੁਹਾਡੇ ਸਵਾਲ ਤੇ ਉਹਨਾਂ ਦਾ ਵਿਜ਼ਨ ਇਸ ਨੂੰ ਹੋਰ ਰਿਫਾਈਨ ਕਰਾਂਗੇ। 5ਵੀਂ ਤੇ ਆਖਰੀ ਜਿਹੜੀ ਉਹਨਾਂ ਨਾਲ ਇੰਟਰਵਿਊ ਅਗਲੇ ਮੰਗਲਵਾਰ 10 ਵਜੇ ਵੱਧ ਤੋਂ ਵੱਧ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਕਿ ਗੱਲਬਾਤ ਹੋ ਸਕੇ। 40 ਮਿੰਟ ਦੇ ਵਿੱਚੋਂ 30 ਮਿੰਟ ਡਾਇਰੈਕਟ ਮੈਂ ਗੱਲਬਾਤ ਕਰਦਾ ਪ੍ਰਗਟ ਸਿੰਘ ਉਹਨਾਂ ਨਾਲ ਵੀ ਗੱਲ ਪੂਰੀ ਹੋਵੇ, ਤੇ ਕੋਸ਼ਿਸ਼ ਹੈ ਇਸੇ ਤਰ੍ਹਾਂ ਬਾਕੀ ਵੀ ਹੋਰ ਤੁਹਾਨੂੰ ਸਾਰਿਆਂ ਨੂੰ ਜਾਣਨ ਵਾਲਾ ਕੋਈ ਨਾ ਕੋਈ ਹੋਏਗਾ। ਆਪਾਂ ਕੋਸ਼ਿਸ਼ ਕਰੀਏ ਤੇ ਇਹਦੇ 'ਚ ਜੇ ਅਸੀਂ ਨੈਗੇਟਿਵ ਹੋ ਗਏ ਵੀ ਇਹ ਹੋਣਾ ਹੀ ਨਹੀਂ, ਫਿਰ ਨਹੀਂ ਹੋਣਾ ਇਹ। ਤੇ ਹੁਣ ਇਹ ਆਖਰੀ ਉਹ ਘੜੀ ਆ ਤੁਹਾਡੀ। ਜੇ ਤੁਸੀਂ ਕਹੋ ਬਈ ਪੰਜਾਬ ਵਾਲਾ ਲੰਮੇ ਪਾਣੀ ਪੂਣੀ ਵਾਲੇ ਪਾਸਿਓਂ ਵੀ ਸਾਡਾ ਹਾਲ ਮਾੜਾ ਹੈ, ਆਉਣ ਵਾਲੇ 5 ਸਾਲ 22 ਤੋਂ 27 ਸੁਚੱਜੇ ਹੱਥਾਂ ਦੇ ਵਿੱਚ ਪੰਜਾਬ ਚਲੇ ਗਿਆ ਤਾਂ ਸਰਵਾਈਵ ਹੋਏਗਾ, ਨਹੀਂ ਹਾਲਾਤ ਮਾੜੇ ਆ ਬਹੁਤ। ਕੱਲ੍ਹ ਨੂੰ ਮੁੜਦੇ ਆ ਜੀ ਫੇਰ
9:15 ਵਜੇ।